थैंक यू। वाहिगुरू जी का खालसा, वाहिगुरू जी की फतेह। बेसिकली अज ना जो टॉपिक 84 ते घल्लूघारे बारे ਆਪਾਂ करना डिस्कशन ਉਹਦੇ ना थोड़ा ਜਿਹਾ मैं मुखबंद थोड़ी जी जनरल गल करांगा, बट जनरल इज रॉन्ग वर्ड। स्पेसिफिकली मैं क्यों दे उत्ते गल करांगा क्योंकि 34 साल होने लगे ने हुण, 34 years। आई एम श्योर यू कैन गूगल थिंग्स, यू कैन रीड बुक्स, मूवियां भी बनियां, डॉक्यूमेंट्री भी। हिंदुस्तान ਦੇ ਵਿੱਚ ਵੀ ਲੋਕੀ ਇਹਦੇ ਬਾਰੇ ਹੁਣ ਤਾਂ ਬੜੀ ਖੁੱਲ੍ਹ ਕੇ ਗੱਲ ਕਰ ਰਹੇ ਨੇ ਪਿਛਲੇ 10 ਸਾਲਾਂ 'ਚ। ਪਹਿਲਾਂ ਜਿਹੜਾ ਕਰਦਾ ਸੀ ਉਹਨੂੰ ਤੱਤਵਾਦੀ ਕਹਿ ਦਿੰਦੇ ਸੀ ਜਾਂ ਖਾੜਕੂ ਕਹਿ ਦਿੰਦੇ ਸੀ। ਸੋ ਅੱਜ ਫੋਕਸ ਅਸੀਂ ਇਹ ਰੱਖਣਾ ਕਿ ਕਿਉਂ ਹੋਇਆ ਤੇ ਕਿਉਂ ਹੁੰਦਾ ਇੱਦਾਂ ਸਿੱਖਾਂ ਦੇ ਨਾਲ। ਜੇ ਇਹ ਸਵਾਲ ਦੇ ਵੱਲ ਸਾਡੀ ਇਹ ਨਹੀਂ ਕਿ ਸਾਡੇ ਕੋਲ ਕੋਈ ਇਹਦਾ ਫਾਈਨਲ ਆਨਸਰ ਆ, ਬਟ ਜੇ ਇਹ ਸਮਝ ਲਾਂਗੇ ਫਿਰ ਜਿਹੜਾ ਵਾਟ ਤੇ ਹਾਊ ਪਾਰਟ ਹੈਗਾ ਨਾ ਉਹ ਬੜਾ ਕਲੀਅਰ ਹੋ ਜਾਊਗਾ। ਉਹ ਸਮੇਂ ਅਨੁਸਾਰ ਬਦਲਦੇ ਵੀ ਰਹਿੰਦੇ ਨੇ ਕਿਉਂਕਿ ਨਵੇਂ ਵੈਪਨ ਆ ਜਾਂਦੇ ਨੇ। ਜਿਵੇਂ ਅੱਜ ਦਾ ਸਭ ਤੋਂ ਵੱਡਾ ਪ੍ਰੋਪੇਗੈਂਡਾ ਮੈਕੈਨਿਜ਼ਮ ਫੇਕ ਨਿਊਜ਼ ਜਿਹੜੀ ਆਪਾਂ ਕਹਿ ਰਹੇ ਹਾਂ, ਸੋ ਉਹਦੇ ਰਾਹੀਂ ਜੋ ਮਰਜ਼ੀ ਚੀਜ਼ਾਂ ਬਣਵਾ ਲਓ। ਸੋ ਕਿਉਂ ਹੋਇਆ ਇਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਅੱਜ ਮੈਂ ਜਦ ਸਵੇਰੇ ਦਰਬਾਰ ਸਾਹਿਬ ਦਾ ਹੁਕਮ ਪੜ੍ਹਿਆ ਉਹਨੂੰ ਮੈਂ ਉੱਥੋਂ ਹੀ ਸ਼ੁਰੂ ਕਰਦਾ ਗੱਲ। ਗੁਰੂ ਅਰਜਨ ਪਾਤਸ਼ਾਹ ਦਾ ਧਨਾਸਰੀ ਰਾਗ ਵਿੱਚ ਹੁਕਮ ਸੀ ਤੇ ਪਹਿਲੀ ਲਾਈਨ ਰਹਾਉ ਦੀ ਜਿਹੜੀ ਲਾਈਨ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਇੱਕ ਬੇਨਤੀ ਆ, ਐਂਡ ਆਈ ਵਿਲ ਆਸਕ। ਉਹਨਾਂ ਦੇ ਸ਼ਬਦਾਂ 'ਚ ਮੈਂ ਤੁਹਾਡੇ ਨਾਲ ਮੈਂ ਬੇਨਤੀ ਕਰ ਰਿਹਾ। ਬੜੋ ਵਰਡ ਸਮਝਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਅਸੀਂ ਕੋਈ ਗੱਲ ਕਰਨ ਲੱਗਦੇ ਹਾਂ, ਸਾਡੇ ਗੱਲ ਕਰਨ ਦਾ ਅੱਜ ਕੱਲ੍ਹ ਮਾਹੌਲ ਵਿਗੜਿਆ ਹੋਇਆ ਪੰਥ ਵਿੱਚ, ਤੁਹਾਨੂੰ ਪਤਾ ਸਾਰਿਆਂ ਨੂੰ ਕਿਹੜੇ ਕਿਹੜੇ ਮਸਲੇ ਚੱਲ ਰਹੇ ਨੇ। ਤੇ ਇੱਥੇ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਕਿ ਇੱਕ ਤਾਂ ਸੰਗਤ ਨੂੰ ਕਹਿੰਦੇ ਨੇ ਸੰਤ ਪਿਆਰੇ। ਸੁਣੋ ਕਿਹਾ ਮਤਲਬ ਲਿਸਨ, ਗੱਲ ਨੂੰ ਸੁਣੋ, ਬਟ ਸੰਬੋਧਨ ਕਰਨ ਦਾ ਤਰੀਕਾ ਦੇਖੋ। ਸਾਰਿਆਂ ਨੂੰ ਕਹਤਾ ਸੰਤ ਪਿਆਰੇ ਹੋ ਜਿਹੜੇ ਤੁਸੀਂ ਮਤਲਬ ਸੰਗਤੀ ਰੂਪ ਵਿੱਚ ਜਿਹੜੇ ਇਕੱਠੇ ਹੋਏ ਨੇ, ਕਿਉਂਕਿ ਇੱਥੇ ਸੰਤ ਪਲੂਰਲ ਹੈਗਾ, which means everyone, all the ਸੰਗਤ, ਕਿਉਂਕਿ ਸਾਡੇ ਸਾਰਿਆਂ ਵਿੱਚ ਡਿਵਾਈਨ ਆ, ਸਾਡੇ ਸਾਰਿਆਂ ਵਿੱਚ ਇੱਕ ਓਂਕਾਰ ਹਾਰ ਹੈਗਾ। ਕਹਿੰਦੇ ਤੁਹਾਨੂੰ ਜਿਹੜੇ ਸੰਗਤ ਦੇ ਵਿੱਚ ਤੁਸੀਂ ਜਿਹੜੇ ਡਿਵਾਈਨ ਬੀਇੰਗਸ ਬੈਠੇ ਹੋ, ਮੇਰੀ ਗੱਲ ਸੁਣੋ, ਮੈਂ ਇੱਕੋ ਬੇਨਤੀ ਕਰਨੀ ਹੈ। ਉਹ ਕੀ ਹੈ ਇੱਕ ਬੇਨਤੀ? ਕਹਿੰਦੇ ਹਰ ਬਿਨ ਮੁਕਤ ਨਾ ਕਾਹੂ ਜੀਓ। ਹਰ ਇਜ਼ not just God ਔਰ ਪਰਮਾਤਮਾ ਜਿਹੜੇ ਲਫ਼ਜ਼ ਅਸੀਂ ਯੂਜ਼ ਕਰਦੇ ਹਾਂ। ਹਰੇ ਦਾ ਮੀਨਿੰਗ ਤੁਸੀਂ ਐਂ ਲੈ ਲਓ ਜਿਹੜਾ ਸਰਵ ਵਿਆਪਕ, ਜਿਹੜਾ ਹੁਣ ਸਰਵ ਵਿਆਪਕ ਆ, ਕਿਸੇ ਇੱਕ ਥਾਂ ਦਾ ਨਹੀਂ, ਕਿਸੇ ਇੱਕ ਖਿੱਤੇ ਦਾ ਨਹੀਂ, ਕਿਸੇ ਇੱਕ ਕੌਮ ਦਾ ਵੀ ਨਹੀਂ, ਤੇ ਸਿਰਫ ਜਿਹਨੂੰ ਅਸੀਂ ਬਣਾ ਲਿਆ ਕਿ ਜਿਹੜੇ ਉਹਨੂੰ ਮੰਨਦੇ ਨੇ ਸਿਰਫ ਉਹਨਾਂ ਦਾ ਨਹੀਂ, ਜਿਹੜੇ ਨਹੀਂ ਮੰਨਦੇ ਉਹਨਾਂ ਦਾ ਵੀ ਤਾਂ ਹੈਗਾ ਹੀ ਹੈ ਨਾ। ਸਰਵ ਵਿਆਪਕ ਦਾ ਇਹ ਵੀ ਮਤਲਬ ਬਣਦਾ। ਕਹਿੰਦੇ ਉਸ ਦੇ ਨਾਲ ਰਿਸ਼ਤਾ ਬਗੈਰ ਬਣਾਏ ਮੁਕਤ ਨਾ ਕਾਹੂ ਜੀਓ, ਕੋਈ ਫਰੀਡਮ ਨਹੀਂ ਮਿਲ ਸਕਦੀ। ਅਸੀਂ ਕਿਸੇ ਨਾ ਕਿਸੇ ਲੈਵਲ ਤੇ ਗੁਲਾਮ ਬਣੇ ਹੀ ਰਵਾਂਗੇ। ਜਿਹੜੇ ਉਹਦੇ ਨਾਲ ਜੁੜ ਗਏ ਉਹ ਮੁਕਤ ਨੇ। ਇਹ ਮੈਂ ਕਿਉਂ ਗੱਲ ਕਰ ਰਿਹਾ ਕਿਉਂਕਿ ਜਿਹੜੇ ਅੱਜ ਕੱਲ੍ਹ ਅਸੀਂ 84 ਦੀ ਵੀ ਗੱਲ ਕਰਦੇ ਹਾਂ ਜਾਂ ਸਿੱਖ ਸੰਘਰਸ਼ ਦੀ ਵੀ ਗੱਲ ਕਰਦੇ ਹਾਂ, ਅਸੀਂ ਕਿਸੇ ਨਾ ਕਿਸੇ ਕੰਪਲੈਕਸ ਵਿੱਚੋਂ ਕਰ ਰਹੇ ਹਾਂ। ਅਸੀਂ ਆਪ ਵੀ ਨਹੀਂ ਜੁੜੇ ਹੋਏ, ਫਿਰ ਅਸੀਂ ਸਾਨੂੰ ਪਤਾ ਨਹੀਂ ਲੱਗਦਾ। ਕਈ ਵਾਰ ਤਾਂ ਅਸੀਂ ਨਾ ਸਟੇਟ ਦਾ ਹੀ ਨੈਰੇਟਿਵ ਲੈ ਕੇ ਉਹਨੂੰ ਇੱਕ ਦੋ ਲਫ਼ਜ਼ ਚੇਂਜ ਕਰਕੇ ਉਹੀ ਦੱਸੀ ਜਾ ਰਹੇ 84 ਬਾਰੇ। ਸੋ ਦਿਸ ਇਜ਼ ਸੋ ਇੰਪੋਰਟੈਂਟ ਕਿ ਅਸੀਂ ਜਿਹੜੇ ਵੈਸੇ ਇੱਥੇ ਤਾਂ ਇਨਵੀਟੇਸ਼ਨ ਸਾਰਿਆਂ ਨੂੰ ਆ, ਸਿਰਫ ਉਹਨਾਂ ਨੂੰ ਨਹੀਂ ਆ ਦੋਜ਼ ਹੂ ਵਾਂਟ ਟੂ ਟਾਕ ਅਬਾਊਟ 84 or Sikh atrocities in India or before India was even founded. But this is for everyone ਕਿ intentfully listen ਕਰੋ divine beings। ਦੇਖੋ ਕਿਸ ਤਰ੍ਹਾਂ ਦੱਸਿਆ ਜਾ ਰਿਹਾ। ਅੱਜ ਕੱਲ੍ਹ ਅਸੀਂ ਬੜੇ ਮਸਲਿਆਂ ਤੇ ਲੜ ਰਹੇ ਹਾਂ, ਅਸੀਂ ਇੱਕ ਦੂਜੇ ਨੂੰ ਡਿਵਾਈਨ ਹੀ ਨਹੀਂ ਮੰਨ ਰਹੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆਪਾਂ ਸਾਰੇ ਡਿਵਾਈਨ, ਬਟ ਸੁਣੋ ਐਜ਼ ਡਿਵਾਈਨ ਬੀਇੰਗਸ। ਸੁਣੋ ਇਸ ਤਰ੍ਹਾਂ ਨਹੀਂ ਕਿ ਅਸੀਂ ਇਹਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ, ਜਾਂ ਇਹ ਪੰਥਕ ਹੀ ਨਹੀਂ ਜਿਵੇਂ ਅਸੀਂ ਅੱਜ ਕੱਲ੍ਹ ਲਫ਼ਜ਼ ਵਰਤ ਰਹੇ ਹਾਂ, ਜਾਂ ਇਹ ਸਿੱਖ ਹੀ ਨਹੀਂ, ਆਪਾਂ ਇੱਦਾਂ ਵੀ ਬੋਲਣ ਲੱਗ ਗਏ। ਕਹਿੰਦੇ ਨਹੀਂ, ਸਾਰੇ ਸੁਣੋ, ਇੱਕ ਰੱਬ ਦੇ ਬੰਦੇ ਬਣ ਕੇ ਸੁਣੋ, ਡਿਵਾਈਨ ਬੀਇੰਗ ਬਣ ਕੇ ਸੁਣੋ। ਤੇ ਇੱਕੋ ਗੱਲ ਆ ਸਮਝਣ ਵਾਲੀ ਕਿ ਜੇ ਖਲਾਸੀ ਚਾਹੁੰਦੇ ਹੋ, ਮੁਕਤੀ ਚਾਹੁੰਦੇ ਹੋ, ਫਰੀਡਮ ਚਾਹੁੰਦੇ ਹੋ, ਫਿਰ ਹਰ ਤੋਂ ਬਗੈਰ ਹੋ ਨਹੀਂ ਸਕਦੀ। ਓਕੇ, ਲੈਟਸ ਸਟਾਰਟ ਔਨ 84। ਜੇ ਇਸ ਆਈਡੀਆ ਨੂੰ ਸਮਝ ਲਈਏ ਜੇ ਅਸੀਂ। ਹੁਣ ਇਹ ਕਹਿ ਕੌਣ ਰਿਹਾ? ਇਹ ਕੋਈ ਫਲਸਫਾ ਨਹੀਂ ਆ, ਇਹ ਉਹਨਾਂ ਦੇ ਲਫ਼ਜ਼ ਨੇ ਗੁਰੂ ਅਰਜਨ ਪਾਤਸ਼ਾਹ ਦੇ, ਜਿਨ੍ਹਾਂ ਦੇ ਸੈਂਟਰ ਤੇ ਅਟੈਕ ਹੋਇਆ 84 'ਚ। ਤੇ ਕਿਉਂ ਸਮਝਣ ਦੇ ਲਈ ਇੱਕ ਚਾਰਟ ਇੱਥੇ ਜਿਹੜਾ ਬਣਾਇਆ ਨਾ, ਅੱਜ ਕੱਲ੍ਹ ਬੜਾ ਯੂਜ਼ ਹੋ ਰਿਹਾ, ਇਹਨੂੰ ਇਹਦੇ ਥਰੂ ਮੈਂ ਗੱਲ ਕਰਾਂਗਾ। ਜੇ ਵਾਏ ਸਮਝ ਜਾਵਾਂਗੇ ਨਾ, ਫਿਰ ਹਾਊ ਤੇ ਵਾਟ ਗੱਲ ਸਮਝ ਆ ਜੂਗੀ, ਕਿਵੇਂ ਕੌਣ ਕਰਦਾ। ਇਹ ਤੁਸੀਂ ਇੰਟਰਨਲੀ ਵੀ ਅਪਲਾਈ ਕਰ ਸਕਦੇ ਹੋ, ਕਿਸੇ ਵੀ ਇਸ਼ੂ ਤੇ ਅਪਲਾਈ ਕਰ ਸਕਦੇ ਹੋ। ਕਿਉਂ ਹੋਇਆ, ਕਿਉਂ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਕਿਹੜੇ ਸੈਂਟਰ ਤੇ ਅਟੈਕ ਹੋ ਰਿਹਾ? ਤੁਹਾਨੂੰ ਪਤਾ ਦਰਬਾਰ ਸਾਹਿਬ ਕੰਪਲੈਕਸ ਹੈਗਾ, ਜਿਹਨੂੰ ਸਾਡੀ ਪਰੰਪਰਾ ਵਿੱਚ ਕਿਹਾ ਜਾਂਦਾ ਸ੍ਰੀ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ। ਤੇ ਸਿਰਫ ਇਹੀ ਨਹੀਂ, ਉਸ ਕੰਪਲੈਕਸ ਦੇ ਵਿੱਚ ਮਲਟੀਪਲ ਗੁਰਦੁਆਰੇ ਤੇ ਮੈਮੋਰੀਅਲਾਈਜ਼ੇਸ਼ਨਸ ਹੈਗੇ ਨੇ, ਕਈ ਜਿਨ੍ਹਾਂ ਦੇ ਨਾਮੋ ਨਿਸ਼ਾਨ 1984 ਤੋਂ ਬਾਅਦ ਖਤਮ ਕਰ ਦਿੱਤੇ ਗਏ ਨੇ।
ਫॉर एग्जाम्पल ਬਾਬਾ ਗੁਰਬਖਸ਼ ਸਿੰਘ ਨਿਹੰਗ ਸ਼ਹੀਦ ਦੀ ਸਥਾਨ ਸੀਗੀ। ਤੁਸੀਂ ਜਿਹੜੇ ਗਏ ਹੋ ਕਈ ਵਾਰੀ ਦੇਖੀ ਹੋਣੀ ਹੈ, ਜਿਨ੍ਹਾਂ ਨੇ ਅਬਦਾਲੀ ਦੇ 6ਵੇਂ ਅਟੈਕ ਤੇ ਉੱਥੇ ਖੜ ਕੇ ਸਿੰਘਾਂ ਦੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ ਕਿ ਅਸੀਂ ਡਿਫੈਂਡ ਕਰਾਂਗੇ ਦਰਬਾਰ ਸਾਹਿਬ। ਉਸ ਕੰਪਲੈਕਸ ਦੇ ਵਿੱਚ ਬੜਾ ਕੁਛ ਆ। ਸੋ ਅਸੀਂ ਉਸ ਕੰਪਲੈਕਸ ਤੇ ਅਟੈਕ ਕਿਉਂ ਹੁੰਦਾ, ਇਹ ਜੇ ਸਮਝਣਾ, ਯੂ ਹੈਵ ਟੂ ਗੋ ਬੈਕ ਟੂ ਜਿਹਨੇ ਕੰਪਲੈਕਸ ਬਣਾਇਆ, ਕਿ ਉਸ ਵੇਲੇ ਦੀ ਸਰਕਾਰ ਤੇ ਉਸ ਵੇਲੇ ਦੇ ਜਿਹੜੇ ਪੀਰ ਤੇ ਮੀਰ ਸੀਗੇ, ਉਹਨਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਨਹੀਂ ਬਖਸ਼ਿਆ। ਕਿਉਂ ਉਠੋਗਾ ਨਾ, why was Guru Arjan martyred? Your political vocabulary was, why was he tortured and killed? This is a question. Why 1984 happened? ਉਹਨੂੰ ਸਮਝਣ ਦੇ ਲਈ ਮੈਂ ਤਾਂ ਕਹਿੰਦਾ, ਜਿਨ੍ਹਾਂ ਨੇ 84 ਤੇ ਅਟੈਕ ਕੀਤਾ ਕੰਪਲੈਕਸ ਦੇ ਵਿੱਚ, ਕੰਪਲੈਕਸ ਵਿੱਚ ਹੈ ਕੀ? ਗੁਰੂ ਗ੍ਰੰਥ ਸਾਹਿਬ ਆ ਤੇ ਇੱਕ ਸਾਡਾ ਸੈਂਟਰ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕਲਚਰ ਨੂੰ ਅੱਗੇ ਕਰਦਾ, ਇਹੀ ਆ। ਤੇ ਦੋਨੋਂ ਚੀਜ਼ਾਂ ਸਾਨੂੰ ਗੁਰੂ ਅਰਜਨ ਸਾਹਿਬ ਨੇ ਦਿੱਤੀਆਂ। ਉਸ ਤੋਂ ਵੀ ਪਿੱਛੇ ਜਾਣਾ ਪੈਣਾ, ਸਾਰਾ ਕੁਝ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੁੰਦਾ। ਸੋ ਵੀਲ ਹੈਵ ਟੂ ਗੋ ਬੈਕ ਟੂ ਕਿ ਸਾਡੇ ਕਲਚਰ ਦੇ ਵਿੱਚ ਜਿਹੜਾ ਸਾਡਾ ਨਾਮ ਦਾ ਕਲਚਰ ਹੈ, ਜਿਹਨੂੰ ਅਸੀਂ ਸਿੱਖੀ ਐਜ਼ ਅ ਧਰਮ ਕਹਿਣ ਲੱਗੇ ਅੱਜ ਕੱਲ੍ਹ, ਬਟ ਕਲਚਰ ਇਹ ਨਾਮ ਦਾ ਗੁਰਬਾਣੀ ਵਿੱਚ, ਇਸ ਨਾਮ ਦੇ ਕਲਚਰ ਨੂੰ ਜਿਹਨੇ ਸ਼ੁਰੂ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਉਹਨਾਂ ਨੇ ਇਸ ਇਸ਼ੂ ਨਾਲ ਕਿਵੇਂ ਡੀਲ ਕੀਤਾ, ਉੱਥੋਂ ਸਮਝਣਾ ਪੈਣਾ। ਤੇ ਉਹ ਕੀ ਕਹਿ ਰਹੇ ਨੇ, ਕਿਉਂ ਹੁੰਦਾ? ਤੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਲਗਾਤਾਰ ਹੋਊਗਾ। ਸੋ ਮੈਂ ਅੱਜ 84 ਦੇ ਆਈ ਹੈਵ ਰਿਟਨ ਅਬਾਊਟ ਇਟ, ਲੋਟ ਆਫ ਪੀਪਲ ਹੈਵ ਰਿਟਨ, ਬੜਾ ਕੁਝ 84 ਬਾਰੇ ਲਿਖਿਆ ਜਾ ਰਿਹਾ ਤੇ ਬੋਲਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ। ਮੈਂ ਇਹਦੇ ਡੀਟੇਲ ਦੇ ਵਿੱਚ ਦੀ ਥਾਂ ਕਿਉਂ ਵੱਲ ਜ਼ਿਆਦਾ ਜਾਣਾ ਚਾਹਾਂਗਾ, ਕਿਉਂਕਿ ਮੇਰਾ ਅੱਜ ਦਾ ਇੱਕ ਮਕਸਦ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਉਹਦਾ ਇੱਕ ਸਿੱਖ ਨਜ਼ਰੀਆ ਸਮਝ ਆ ਜਾਵੇ। ਕੋਈ ਫਾਈਨਲ ਸਿੱਖ ਨਜ਼ਰੀਆ ਵੀ ਹੈ ਨਹੀਂ, ਕਿਉਂਕਿ ਅਸੀਂ ਜਿੰਨੀ ਸਾਨੂੰ ਸਮਝ ਆ ਉਹਦੇ ਮੁਤਾਬਕ ਦੱਸ ਰਹੇ ਹਾਂ, ਬਟ ਆਪਾਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਤੇ ਗੁਰਬਾਣੀ ਮੁਤਾਬਕ ਨਜ਼ਰੀਆ ਕੀ ਆ, ਇਹ ਜ਼ਰੂਰ ਡਿਵੈਲਪ ਕਰੀਏ, ਕਿਉਂਕਿ ਉਹ ਸਾਡੀ ਦਾਸਤਾਨ ਆ, ਰਾਈਟ। ਅਦਰਵਾਈਜ਼ ਵੀ ਵਿਲ ਬੀ ਟਾਕਿੰਗ ਅਬਾਊਟ ਇੱਕ ਫੈਕਟ ਦੇ ਉੱਤੇ ਲੜਦੇ ਰਹਿ ਜਾਵਾਂਗੇ। ਫੋਰ ਐਗਜ਼ਾਮਪਲ, ਅੱਜ ਕੋਈ ਨਾਜ਼ੀ ਜਰਮਨੀ ਦੇ ਹੌਲੋਕਾਸਟ ਦੀ ਗੱਲ ਕਰਦਾ, ਕੋਈ ਡਿਟੇਲ ਦੇ ਵਾਕਿਆ ਲੋਕੀ ਡਿਨਾਇਰ ਅੱਜ ਵੀ ਫਿਰਦੇ ਨੇ, ਬਟ ਤੁਹਾਨੂੰ ਸਾਰਿਆਂ ਨੂੰ ਪਤਾ, ਮੋਟੀ ਗੱਲ ਸਾਰਿਆਂ ਨੂੰ ਪਤਾ ਜੀ, ਉਸ ਵੇਲੇ ਯਹੂਦੀਆਂ ਨੂੰ ਹਿਟਲਰ ਨੇ ਮਾਰਿਆ ਸੀ। ਤੁਸੀਂ ਉੱਥੇ ਇਹ ਨਹੀਂ ਡਿਸਕਸ ਕਰਦੇ ਕਿ ਕੁਝ ਯਹੂਦੀਆਂ ਨੇ ਇਹ ਵੀ ਕੀਤਾ ਤੇ ਕੁਝ ਨੇ ਇਹ ਵੀ ਕੀਤਾ, ਉਹ ਤਾਂ ਡਿਟੇਲਡ ਹੈ। ਮੋਟੀ ਗੱਲ ਤਾਂ ਸਾਰਿਆਂ ਨੂੰ ਪਤਾ ਨਾ। 1984 ਬਾਰੇ ਵੀ ਮੋਟੀ ਗੱਲ ਕਿਉਂ ਨਹੀਂ ਸਾਨੂੰ ਸਮਝ ਆ ਰਹੀ? ਫਿਰ ਅਸੀਂ ਕਿੰਤੂ ਪਰੰਤੂ ਕਰਦੇ ਹਾਂ, ਇੱਕ ਅੱਧਾ ਇਨਸੀਡੈਂਟ ਲਿਆਉਂਦੇ ਹਾਂ ਉਹਨੂੰ ਗੱਲ ਨੂੰ ਚੇਂਜ ਕਰਨ ਦੇ ਲਈ। ਮੋਟੀ ਗੱਲ ਸਮਝੋ ਕੀ ਆ, ਤੇ ਸਿੱਖ ਨਜ਼ਰੀਏ ਤੋਂ ਕੀ ਆ। ਤੇ ਸਿੱਖ ਨਜ਼ਰੀਏ ਦੇ ਵਿੱਚ ਡੈਫੀਨੇਸ਼ਨਾਂ ਦੀ ਬੜੀ ਪ੍ਰੋਬਲਮ ਆ, ਇੱਥੇ ਮੈਂ ਵੀ ਲਿਖੀਆਂ ਨੇ। ਅਸੀਂ ਸਾਡਾ ਲਫ਼ਜ਼ ਘੱਲੂਘਾਰਾ, ਮੈਂ ਇਹਦੀ ਵੀ ਡਿਸਕਸ਼ਨ ਕਰਨੀ ਚਾਹੁੰਦਾ। ਫਿਰ ਜੈਨੋਸਾਈਡ ਵਰਡ ਅੱਜ ਕੱਲ੍ਹ ਯੂਜ਼ ਹੋ ਰਿਹਾ ਦੁਨੀਆ 'ਚ, ਹੌਲੋਕਾਸਟ ਵਰਡ 1940s ਵਿੱਚ ਯਹੂਦੀਆਂ ਨੇ ਯੂਜ਼ ਹੋਇਆ ਸੀ, ਬਟ ਸਾਨੂੰ ਆਪਣਾ ਵਰਡ ਵੀ ਸਮਝਣਾ ਪੈਣਾ, ਘੱਲੂਘਾਰੇ ਦਾ ਕੀ ਮਤਲਬ ਆ, ਕਿਉਂਕਿ ਉਹ ਹੌਲੋਕਾਸਟ ਵਿੱਚ ਉਹਦਾ ਫਰਕ ਆ, ਜੈਨੋਸਾਈਡ ਨਾਲੋਂ ਵੀ ਉਹਦਾ ਫਰਕ ਆ, ਕਿਉਂਕਿ ਸਿੱਖਾਂ ਦਾ ਆਪਣਾ ਸਿਸਟਮ ਆ ਡੀਲ ਕਰਨ ਦਾ। ਸੋ ਪਿਛਲੇ 34 ਸਾਲਾਂ ਵਿੱਚ ਸਾਡੇ ਲਫ਼ਜ਼ ਵੀ ਚੇਂਜ ਹੋ ਰਹੇ ਨੇ, ਉਹਦੇ ਨਾਲ ਸਾਡੀ ਮੈਮਰੀ ਤੇ ਟਰਾਮਾ ਡਿਫਰੈਂਟ ਹੋ ਰਿਹਾ। ਤੇ ਕਿਉਂਕਿ ਸਾਡੀ ਦਾਸਤਾਨ ਨਹੀਂ ਕਲੀਅਰ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਐਂਗਲ ਤੋਂ, ਗੁਰੂ ਅਰਜਨ ਪਾਤਸ਼ਾਹ ਦੇ ਐਂਗਲ ਤੋਂ, ਸਾਰੇ ਗੁਰੂਆਂ ਦੇ ਐਂਗਲ ਤੋਂ ਆਪਾਂ ਡਿਸਕਸ ਨਹੀਂ ਕਰ ਸਕਦੇ, ਬਟ ਇਹ ਦੋ ਐਂਗਲ ਜ਼ਰੂਰ ਡਿਸਕਸ ਕਰਾਂਗੇ। ਸੋ ਲੈਟਸ ਗੋ ਬੈਕ ਟੂ ਗੁਰੂ ਨਾਨਕ ਪਾਤਸ਼ਾਹ। ਦੇਖੋ, ਇੱਥੇ ਜਦ ਉਹਨਾਂ ਨੇ ਆਪਣੀ ਲਾਈਫ ਵਿੱਚ ਇਹ ਦੇਖਿਆ, ਸਭ ਤੋਂ ਵੱਡੀ ਗੱਲ, ਅੱਜ ਵੀ ਤੁਸੀਂ ਕਿਸੇ ਗੱਲ ਹੁੰਦੀ ਆ ਨਾ, ਉਹ ਕਹਿੰਦੇ ਜੀ ਇਹਦਾ ਐਵੀਡੈਂਸ ਦਿਓ, ਇਹਦੇ ਆਈ ਵਿਟਨੈਸ ਅਕਾਊਂਟ ਦਿਓ, ਇਹਦੀ ਡਾਕੂਮੈਂਟੇਸ਼ਨ ਦਿਓ। ਗੁਰੂ ਨਾਨਕ ਪਾਤਸ਼ਾਹ ਨੇ 4 ਸ਼ਬਦਾਂ 'ਚ ਕੀਤੀ ਹੋਈ ਹੈ। ਸਿੱਖ ਉਹਨੂੰ ਅੱਜ ਬਾਬਰ ਬਾਣੀ ਆਖਦੇ ਆ, ਉਹ ਨਾਂ ਨਹੀਂ ਆ ਬਾਣੀ ਦਾ, ਬਟ ਉਹ 4 ਸ਼ਬਦਾਂ ਦੇ ਸੁਮੇਲ ਨੂੰ ਆਪਾਂ ਆਖਣ ਲੱਗੇ ਬਾਬਰ ਬਾਣੀ। ਉਹਦੇ 'ਚੋਂ ਮੈਂ ਇੱਕ ਸ਼ਬਦ ਤੇ ਫੋਕਸ ਲੈ ਕੇ ਆਵਾਂਗਾ ਸਿਰ, ਬਿਕਾਜ਼ ਦਿਸ ਇਜ਼ ਦ ਫਾਊਂਡਰ ਆਫ ਦ ਸਿੱਖ ਫੇਥ। ਠੀਕ ਹੈ ਨਾ ਜੀ, ਮਤਲਬ ਅਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ, ਕਿਉਂਕਿ ਬੜੇ ਵਿਵਾਦ ਨੇ ਨਾ। ਮੈਂ ਤਾਂ ਕਹਾਂਗਾ ਜਿਸ ਗੱਲਾਂ ਦੇ ਵਿਵਾਦ ਨਹੀਂ ਆ, ਅਸੀਂ ਉਹਨੂੰ ਹੀ ਚੰਗੀ ਤਰ੍ਹਾਂ ਸਮਝ ਲਈਏ ਤੇ ਉਹੀ ਚੰਗੀ ਤਰ੍ਹਾਂ ਡਟ ਕੇ ਦੱਸਿਆ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਤੇ ਫੋਕਸ ਲਿਆਓ, ਰਾਗ ਤਿਲੰਗ ਦੇ। ਰਾਗ ਤਿਲੰਗ ਬਾਰੇ ਵੀ ਇੱਥੇ ਮੈਂ ਮਿਊਜ਼ਿਕ ਵੀ ਲਿਆਵਾਂਗਾ, ਕਿਉਂਕਿ ਗੁਰੂ ਸਾਹਿਬ ਨੇ ਆਪ ਲੈ ਕੇ ਆਏ ਨੇ, ਉਹਨਾਂ ਨੇ ਤਿਲੰਗ ਰਾਗ 'ਚ ਲਿਖਿਆ। ਤਿਲੰਗ ਰਾਗ ਦੇ ਬਾਰੇ ਲੋਕੀ ਪੜ੍ਹ ਰਹੇ ਨੇ ਤੇ ਕਹਿੰਦੇ ਨੇ ਜੀ ਇਹ ਬਿਊਟੀ ਦੇ ਬਾਰੇ ਆ, ਕੋਈ ਕਹਿੰਦਾ ਯਰਨਿੰਗ ਦੇ ਬਾਰੇ ਆ, ਮਤਲਬ ਲੌਂਗਿੰਗ, ਬਿਰਹਾ ਦੇ ਬਾਰੇ ਆ। ਬਟ ਇਹ ਜਦ ਸ਼ਬਦ ਪੜ੍ਹੀ ਦਾ ਤੇ ਮੈਨੂੰ ਪੜ੍ਹਿਆ ਹੈਗਾ ਹਿੰਦੁਸਤਾਨੀ ਕਰਨਾਟਕ ਮਿਊਜ਼ਿਕ ਵਿੱਚ ਇਹਦਾ ਕੀ ਮਤਲਬ ਆ, ਨਾਰਥ ਇੰਡੀਅਨ ਮਿਊਜ਼ਿਕ ਵਿੱਚ ਕੀ ਮਤਲਬ ਆ, ਮਿਡਲ ਈਸਟ ਤੋਂ ਇਹ ਕਿਹੜੇ ਕਲਰਸ ਲੈ ਕੇ ਆ ਰਹੇ ਆ, ਕਿਉਂਕਿ ਤਿਲੰਗ ਰਾਗ ਮੁਸਲਮਾਨਾਂ ਤੇ ਕਾਫੀਆਂ ਤੇ ਸੂਫੀਆਂ ਨੇ ਵੀ ਬੜਾ ਵਰਤਿਆ ਹੈਗਾ। ਐਕਚੁਅਲੀ ਇਹਦਾ ਮੀਨਿੰਗ ਬਣਦਾ ਹੈਗਾ ਫਿਰ ਪੋਜ਼ਿਟਿਵਿਟੀ, ਐਂਥੂਜ਼ੀਆਜ਼ਮ, ਕਿਉਂਕਿ ਯਰਨਿੰਗ ਤਾਂ ਇਹ ਸ਼ਬਦ ਹੈ ਨਹੀਂ। ਇਹ ਸ਼ਬਦ ਦੇ ਵਿੱਚ ਗੱਲ ਹੋ ਰਹੀ ਹੈ ਬੜੀ, ਜਿਹਨੂੰ ਅਸੀਂ ਕਹਿੰਦੇ ਹਾਂ ਵਾਇਲੈਂਟ ਚੀਜ਼ਾਂ ਦੇਖੀਆਂ ਜਦ ਗੁਰੂ ਨਾਨਕ ਸਾਹਿਬ ਨੇ, ਐਟਰੋਸਿਟੀਜ਼ ਦੀ ਗੱਲ ਹੋ ਰਹੀ ਹੈ। ਉਹਦਾ ਆਈ ਵਿਟਨੈਸ ਅਕਾਊਂਟ ਹੈ ਤੇ ਉਹਨੂੰ ਡਾਕੂਮੈਂਟ ਕਰਤਾ
ਠੀਕ ਹੈ ਨਾ ਜੀ, ਤੁਹਾਨੂੰ ਪਤਾ ਖਾਲੜੇ ਉਹਨਾਂ ਨੇ ਵੀ ਇਹਦੇ ਬਾਰੇ ਕੀ ਕਿਹਾ ਡਾਕੂਮੈਂਟੇਸ਼ਨ ਬਾਰੇ ਤੇ ਅਕਾਊਂਟਸ ਦੇ ਬਾਰੇ, ਬਟ ਦਿਸ ਇਜ਼ ਗੁਰੂ ਨਾਨਕ ਨਾਮ। ਤੇ ਗੁਰੂ ਨਾਨਕ ਪਾਤਸ਼ਾਹ ਤਿਲਕ ਰਾਗ ਵਿੱਚ ਦੱਸ ਰਹੇ ਨੇ ਕਿ ਇੰਨਾ ਕੁਝ ਦੇਖਿਆ ਹੋਵੇ ਫਿਰ ਵੀ ਤੁਸੀਂ ਪੋਜ਼ਿਟਿਵ ਕਿਵੇਂ ਰਹਿਣਾ, ਐਂਥੂਸੀਆਸਟਿਕ ਕਿਵੇਂ ਰਹਿਣਾ। ਉਹ ਕੀ ਕਹਿੰਦੇ ਨੇ, ਇਹ ਲਾਈਨ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਸਿੱਖਾਂ ਦੇ ਵਿੱਚ, ਬਟ ਟੋਟਲੀ ਆਊਟ ਆਫ ਕੰਟੈਕਸਟ ਯੂਜ਼ ਹੁੰਦੀ ਹੈ, ਟੋਟਲੀ ਨਹੀਂ ਕਹਿ ਲਓ ਲਾਰਜ ਲੈਵਲ ਤੇ, ਬਟ ਆਈ ਵਾਂਟ ਯੂ ਟੂ ਨੋ ਕਿ ਸ਼ਬਦ ਇੱਥੋਂ ਸ਼ੁਰੂ ਹੁੰਦਾ। ਲਾਈਨ ਹੈਗੀ ਆ, ਜੈਸੀ ਮੈਂ ਆਵੇ ਖਸਮ ਕੀ ਬਾਣੀ ਪੈਸਰਾ ਕਰੀ ਗਿਆਨ ਵੇ ਲਾਲੋ। ਲੂਸਲੀ ਟ੍ਰਾਂਸਲੇਟਡ ਇਹਦਾ ਮਤਲਬ ਇਹ ਆ ਕਿ ਮੈਂ ਆਪਣਾ ਅਕਾਊਂਟ ਨਹੀਂ ਦੇ ਰਿਹਾ, I am sharing with you as the divine is telling me to। ਖਸਮ ਲਿਟਰਲੀ ਹੁੰਦਾ ਹਸਬੈਂਡ, ਹਿੰਦੁਸਤਾਨੀ ਪਰੰਪਰਾ ਵਿੱਚ ਯੂਜ਼ ਕੀਤਾ ਜਾਂਦਾ ਅੱਜ ਕੱਲ੍ਹ ਵੀ, ਪੰਜਾਬੀ ਵਿੱਚ ਵੀ, ਬਟ ਐਕਚੁਅਲੀ ਇਸ ਤੋਂ ਗਾਹਾਂ ਦਾ ਮੀਨਿੰਗ ਆ the one who owns you। ਇੱਕ ਓਨਰਸ਼ਿਪ ਹੁੰਦੀ ਹੈ ਜ਼ਬਰਦਸਤੀ ਕ੍ਰੀਏਟ ਕਰਨੀ, ਅਸੀਂ ਉਹਨੂੰ ਕਹਿੰਦੇ ਹਾਂ ਪੋਲੀਟੀਕਲ ਸਲੇਵਰੀ। ਇੱਕ ਹੁੰਦੀ ਹੈ ਜਦ ਤੁਸੀਂ ਕਹਿੰਦੇ ਹੋ ਮੈਂ ਸਰੈਂਡਰ ਕਰਕੇ ਆਈ ਬਿਲੋਂਗ ਟੂ ਯੂ। ਇਹ ਉਸ ਤਰ੍ਹਾਂ ਦਾ ਕਿ ਮੈਂ ਤੁਹਾਡੇ ਲਈ ਸਰੈਂਡਰ ਕਰ ਰਿਹਾ। ਉੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜਿਹਨੂੰ ਮੈਂ ਸਰੈਂਡਰ ਕੀਤਾ ਉਹ ਮੈਨੂੰ ਦੱਸ ਰਿਹਾ, ਤੇ ਕੀ ਕਹਿ ਰਹੇ ਨੇ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿੰਦੇ ਜਦ ਬਹੁਤ ਹਾਰਡ ਕਨਵਰਸੇਸ਼ਨ ਕਰਨੀ ਆ, ਬਹੁਤ ਸਖਤ ਕਨਵਰਸੇਸ਼ਨ ਕਰਨੀ ਆ, ਜਿਹੜੀ ਡਿਵਾਈਸਿਵ ਆ, ਜਿਹੜੀ ਬਲਡੀ ਆ, ਜਿਹੜੀ ਜੈਨੋਸਾਈਡਲ ਆ, ਜਿਹੜੀ ਘੱਲੂਕਾਰੇ ਨਾਲ ਰਿਲੇਟਡ ਆ, ਕਹਿੰਦੇ ਉੱਥੇ ਗਿਆਨ ਨਾਲ ਕਰਿਓ। ਦੇਖੋ ਗਿਆਨ ਕਿੱਥੇ ਇਨਵੋਕ ਕੀਤਾ ਜਾ ਰਿਹਾ। ਆਪਾਂ ਗਿਆਨ ਤਾਂ ਇੱਕ ਕਈ ਵਾਰੀ ਟ੍ਰਿਵੀਅਲ ਡਿਬੇਟ ਲਈ ਵੀ ਵਰਤੀ ਜਾ ਰਹੇ ਹਾਂ ਗਿਆਨ ਦੀਆਂ ਗੱਲਾਂ, ਬਟ ਗੁਰੂ ਨਾਨਕ ਸਾਹਿਬ ਨੇ ਕਿੱਥੇ ਲਾਈਨ ਲਿਖੀ, ਪਹਿਲੀ ਲਾਈਨ ਇਹ ਆ ਸ਼ਬਦ ਦੀ, ਫਿਰ ਉਹਨਾਂ ਨੇ ਡੀਟੇਲ ਦਿੱਤਾ। ਕੀ ਆ ਡੀਟੇਲ? These are some phrases and he uses this, and this is for all of you to know ਕਿ ਇਹ ਸਾਡੇ founder of the faith ਇਸ ਤਰ੍ਹਾਂ ਗੱਲ ਕਰਦੇ ਸੀ। ਜਿਵੇਂ ਉਹ ਪਰਿਵਾਰ ਦੀਆਂ ਗੱਲਾਂ ਕਰਦੇ ਨੇ, ਰੱਬ ਦੇ ਨਾਲ ਇਸ਼ਕ ਦੀਆਂ ਗੱਲਾਂ ਕਰਦੇ ਨੇ, ਜਦ ਉਹਨਾਂ ਦੇ ਸਾਹਮਣੇ ਰੇਪ ਹੋ ਰਿਹਾ, ਪਲੰਡਰ ਹੋ ਰਿਹਾ, ਲੂਟਿੰਗ ਹੋ ਰਹੀ ਆ, ਕਿਲਿੰਗ ਹੋ ਰਹੀ ਆ, ਕਿਸ ਤਰ੍ਹਾਂ ਗੱਲਾਂ ਕਰਦੇ ਨੇ। ਕਹਿੰਦੇ ਪਾਪ ਕੀ ਜੰਜ, ਮੈਟਾਫੋਰਿਕਲੀ ਜੰਜ ਹੁੰਦੀ ਹੈ ਵਿਆਹ ਕਰਾਉਣਾ। ਕਹਿੰਦੇ ਇਸ ਤਰ੍ਹਾਂ ਲੁੱਟਿਆ ਜਾ ਰਿਹਾ ਜਿਵੇਂ ਇੱਕ ਵੈਡਿੰਗ ਪਾਰਟੀ ਲੁੱਟ ਰਹੀ ਆ, ਬਟ ਦਿਸ ਇਜ਼ ਅ ਵੈਡਿੰਗ ਪਾਰਟੀ ਆਫ ਸਿਨ। ਪਾਪ ਕੀ ਜੰਗ, ਰਾਈਟ। ਫਿਰ ਹੋਰ ਕਿਹੜੀ ਫਰੇਜ਼ ਯੂਜ਼ ਹੋ ਰਹੀ ਆ? ਕਹਿੰਦੇ ਇਸ ਵੇਲੇ ਜਿਹੜੇ ਆਪਣੇ ਆਪ ਨੂੰ ਪ੍ਰਿੰਸੀਪਲਡ ਸਮਝਦੇ ਸੀ, ਪ੍ਰਿੰਸੀਪਲਡ, ਮੈਂ ਲਵ ਯੂ ਅੰਗਰੇਜ਼ੀ ਜਾਣ ਕੇ ਕਰ ਰਿਹਾ, ਤੇ ਕਹਿੰਦੇ ਉਹ ਵੀ ਛੁਪ ਗਏ ਦੋਨੋਂ। ਸਰਮ ਧਰਮ, ਸ਼ਰਮ ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਆ ਸ਼ੇਮ, ਆਪਾਂ ਕਹਿੰਦੇ ਕਿ ਸ਼ਰਮ ਨਹੀਂ, ਆਪਾਂ ਬੱਚਿਆਂ ਨੂੰ ਵੀ ਕਹਿੰਦੇ ਕਿ ਸ਼ਰਮ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਦੇਖੋ ਕਿੱਥੇ ਲਫ਼ਜ਼ ਵਰਤ ਰਹੇ ਨੇ, ਕਹਿੰਦੇ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ, ਤੇ ਜਿਹੜੇ ਧਰਮ ਦੇ ਬੜੇ ਮੀਨਿੰਗ ਨੇ। ਉਹਦਾ ਇੱਕ ਮੀਨਿੰਗ ਪ੍ਰਿੰਸੀਪਲ ਹੈਗਾ, ਤੁਸੀਂ ਰਿਲੀਜਨ ਲੈ ਲਓ, ਡਿਊਟੀ ਲੈ ਲਓ, ਐਕਸ਼ਨ ਲੈ ਲਓ, ਬੜੇ ਮੀਨਿੰਗ ਨੇ ਹਿੰਦੁਸਤਾਨੀ ਪਰੰਪਰਾ 'ਚ। ਆਈ ਲਾਈਕ ਟੂ ਯੂਜ਼ ਦਾ ਵਰਡ ਪ੍ਰਿੰਸੀਪਲ। ਕਹਿੰਦੇ ਨਾ ਕੋਈ ਪ੍ਰਿੰਸੀਪਲ ਅਪਲਾਈ ਕਰ ਰਿਹਾ, ਨਾ ਕੋਈ ਸ਼ੇਮ ਹੈ, ਦੋਨੋਂ ਛਪ, ਮਤਲਬ ਦੇ ਆਰ ਨਾਟ ਔਨ ਦ ਸੀਨ, ਛੁਪ ਕੇ ਸਾਰੇ ਹੋ। ਤੁਸੀਂ 84 ਵੇਲੇ ਵੀ ਚੀਜ਼ਾਂ ਅਪਲਾਈ ਕਰਕੇ ਦੇਖਿਓ ਕਿ ਜਿਹੜੇ ਆਪਣੇ ਆਪ ਨੂੰ ਉਸ ਤੋਂ ਬਾਅਦ ਵੀ, ਦੇਰ ਆਰ ਫਿਊ ਹੂ ਟਾਕਡ ਅਬਾਊਟ ਇਟ, ਬਟ ਉਸ ਵੇਲੇ ਕੋਈ ਨਹੀਂ ਖੜਿਆ। 84 ਬਾਰੇ ਜਿਹੜਾ ਇੰਡੀਆ ਦਾ ਇਸ ਵੇਲੇ ਬਹੁਤ ਸੈਲੀਬ੍ਰੇਟਡ ਰਾਈਟਰ ਆ ਅਮਿਤਾਭ ਘੋਸ਼, ਉਹਨੇ 10 ਸਾਲ ਬਾਅਦ ਇੱਕ ਆਰਟੀਕਲ ਲਿਖਿਆ ਸੀ ਨਿਊਯਾਰਕਰ ਮੈਗਜ਼ੀਨ ਦੇ ਵਿੱਚ, ਬੜੀ ਪ੍ਰੈਸਟੀਜੀਅਸ ਮੈਗਜ਼ੀਨ, ਜਿਹਦੇ 'ਚ ਐਡਮਿਟ ਕਰਦਾ, ਕਹਿੰਦੇ ਮੇਰੇ ਵਰਗਾ ਲਿਬਰਲ ਸੋਚਣ ਵਾਲਾ ਜੇ 10 ਸਾਲ ਚੁੱਪ ਰਿਹਾ ਤੇ ਐਵਰੇਜ ਬੰਦੇ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ। ਕੰਟੈਕਸਟ ਦੇ ਰਿਹਾ ਮੈਂ ਗੱਲ ਦਾ, ਕਿ ਜਿਹੜਾ ਇਸ ਵੇਲੇ ਦਾ ਇੱਕ ਸੈਲੀਬ੍ਰੇਟਡ ਰਾਈਟਰ ਆ, ਉਹਨੇ ਵੀ 10 ਸਾਲ ਲਾਤੇ ਸੀ, ਉਹ ਵੀ ਇੱਕ ਇਸ਼ੂ ਤੇ ਲਿਖਣ ਤੇ, ਉਹ ਵੀ ਨਵੰਬਰ 84 ਤੇ ਲਿਖਣ ਤੇ ਅਜੇ। ਐਂਡ ਸੋ ਮਾਈ ਪੁਆਇੰਟ ਇਜ਼ ਕਿ ਗੁਰੂ ਨਾਨਕ ਸਾਹਿਬ ਇਹ ਦੱਸ ਰਹੇ ਨੇ ਕਿ ਜਿਹੜੀ ਸ਼ਰਮ ਹੈਗੀ ਆ, ਸ਼ੇਮ ਜਿਹਨੂੰ ਅਸੀਂ ਕਹਿ ਦਿੰਦੇ ਆ, ਤੇ ਜਿਹੜਾ ਧਰਮ ਆ, ਕਹਿੰਦੇ ਪ੍ਰਿੰਸੀਪਲਸ, ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਧਰਮੀ ਬਣੇ ਆ, ਦੋ ਆਰ ਬੋਥ ਨਾਟ ਅਵੇਲੇਬਲ। ਕਹਿੰਦੇ ਹੋਰ ਕੀ ਹੋ ਰਿਹਾ? ਇਨਫੈਕਟ ਉਹ ਖੂਨ ਕੇ ਸੋਹੇਲੇ ਗਾਵੀਏ ਨਾਨਕ, ਖੂਨ ਕੇ ਸੋਹੇਲੇ, ਸੋਹੇਲਾ ਹੁੰਦਾ ਵੈਡਿੰਗ ਸੌਂਗ। ਕਹਿੰਦੇ ਇੱਥੇ ਤਾਂ ਜਿਹੜੇ ਹਿੰਦੁਸਤਾਨੀ ਪਰੰਪਰਾ ਵਿੱਚ ਮੀਨਿੰਗਸ ਦੇ ਡਿਫਰੈਂਸਿਸ ਆ ਜਾਂਦੇ ਨੇ, ਬਟ ਕੋਈ ਕਹਿੰਦਾ ਸੈਫਰਨ ਲਾਉਂਦਾ, ਕੋਈ ਕਹਿੰਦਾ ਵਰਮਿਲੀਅਨ, ਕੁੰਗੂ ਹੁੰਦਾ ਹੈਗਾ, ਸੰਦੂਰ ਪਾਉਣ ਵਾਲਾ, ਇਸ ਤਰ੍ਹਾਂ ਦਾ ਸਿਸਟਮ ਕਹਿ ਲਓ। ਕਹਿੰਦੇ ਜਿਹੜੇ ਮਤਲਬ ਵੈਡਿੰਗ ਵਿੱਚ ਉਹ ਲਾਏ ਜਾਂਦੇ ਸੀ, ਇੱਥੇ ਖੂਨ ਨਾਲ ਪਾਇਆ ਜਾ ਰਿਹਾ। ਸੋ ਇਟਸ ਵੈਰੀ ਬਲਡੀ, ਵੈਰੀ ਗ੍ਰਾਫਿਕ। ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਕਰ ਰਹੇ ਨੇ ਉਹ ਕਿਸੇ ਨੂੰ ਨਹੀਂ ਬਖਸ਼ ਰਹੇ, ਕਿਸੇ ਵੀ ਜਨਾਨੀ ਨੂੰ, ਮੁਸਲਮਾਨਣੀਆਂ, ਹਿੰਦਵਾਣੀਆਂ, ਇਨਕਲੂਡਿੰਗ ਆਫ ਸੋ ਕੈਲ ਲੋ ਕਾਸਟ ਐਂਡ ਹਾਈ ਕਾਸਟ, ਸਾਰਿਆਂ ਨੂੰ ਹੀ। ਐਂਡ ਦਿਸ ਇਜ਼ ਵੈਰੀ ਟਰੂ। ਅਜੇ ਆਪਾਂ 84 ਦੀ ਵੀ ਜਦ ਗੱਲ ਕਰਦੇ ਹਾਂ, ਅਜੇ ਆਪਾਂ ਪੂਰੀ ਗੱਲ ਨਹੀਂ ਕਰ ਪਾਉਂਦੇ। ਕੁਛ ਆਰਟੀਕਲ ਲੱਗੇ ਨੇ ਕੀ ਹੋਇਆ 84 'ਚ, ਬਟ ਪੂਰੀ ਤਰ੍ਹਾਂ ਨਹੀਂ ਲੱਗੇ ਹੋਏ ਅਜੇ। ਮਨੂਸ਼ੀ ਜਨਮ ਨੇ ਲਾਇਆ ਸੀਗਾ ਇਨੀਸ਼ੀਅਲੀ ਇੱਕ। ਸੋ ਐਂਡ ਗੁਰੂ ਸਾਹਿਬ ਸੇਜ਼, ਉਹਦਾ ਇੱਕ ਸੈਕਿੰਡ ਪਾਰਟ ਹੈ ਸ਼ਬਦ ਦਾ। ਸੈਕਿੰਡ ਪਾਰਟ ਕਹਿੰਦੇ ਆਈ ਐਮ ਸ਼ੇਅਰਿੰਗ ਆਲ ਥੀਸ
while I'm standing in Maspuri. ਹੁਣ ਮਾਸਪੁਰੀ ਇੱਕ ਬੋਡੀ ਲਈ ਵੀ ਆਉਂਦਾ, ਮਾਸਪੁਰੀ ਜਿੱਥੇ bunch of bodies ਪਈਆਂ ਉਹਦੇ ਲਈ ਵੀ ਆ ਰਿਹਾ। ਮਤਲਬ ਇੰਨੇ ਮਾਰ ਦਿੱਤੇ ਨੇ ਜਿੱਥੇ, ਉੱਥੇ ਖੜ ਕੇ ਵੀ ਸੱਚ ਸੁਣਾਈ ਸੀ ਸੱਚ ਕੀ ਵੇਲਾ। When you are seeing so much, and ਜਨਮ ਸਾਖੀਆਂ ਦੇ ਟ੍ਰੈਡੀਸ਼ਨ ਦੇ ਵਿੱਚ ਆਇਆ ਕਿ ਤਕਰੀਬਨ ਮਾਰਿਆਂ ਦਾ ਕਾਊਂਟ ਨਹੀਂ, ਕਹਿੰਦੇ 11,000 ਬੰਦਿਆਂ ਨੂੰ ਸਿਰਫ ਗ੍ਰਿਫਤਾਰ ਕੀਤਾ ਸੀ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵੀ ਸੀ, ਬਿਕੋਜ਼ ਹੀ ਸੈਡ ਥੀਸ ਥਿੰਗਸ। ਉਹਦਾ ਗੁਰਦੁਆਰਾ ਜਿਹੜਾ ਪਾਕਿਸਤਾਨੀ ਸਾਈਡ ਆ, ਪੰਜਾਬ ਆ, ਉੱਥੇ ਜਿੱਥੇ ਚੱਕੀ ਪੀਸੀ ਸੀ ਗੁਰੂ ਸਾਹਿਬ ਨੇ, ਬਣਿਆ ਹੋਇਆ ਮੈਮੋਰਲਾਈਜੇਸ਼ਨ। ਕਹਿਣ ਦਾ ਭਾਵ ਕਿ ਗੁਰੂ ਸਾਹਿਬ ਇਸ ਤਰ੍ਹਾਂ ਦੇ ਸ਼ਬਦ ਵਰਤ ਰਹੇ ਨੇ, ਉਹਦੇ ਚੋਂ ਦੱਸ ਰਹੇ ਨੇ ਕਿ ਇੰਨੀ ਜਦ ਮਾੜੀ ਹਾਲਤ ਹੋ ਰਹੀ ਆ, ਇੱਕ ਜਿਹੜਾ ਮੀਰ ਆ ਤੇ ਇੱਕ ਜਿਹੜੇ ਪੀਰ ਨੇ ਉਹ ਚੁੱਪ ਬੈਠੇ ਨੇ, ਮਤਲਬ ਜਿਹੜੇ ਆਪਣੇ ਆਪ ਨੂੰ ਰਿਲੀਜੀਅਸ ਅਖਾਉਂਦੇ ਨੇ ਤੇ ਜਿਹੜੇ ਆਪਣੇ ਆਪ ਨੂੰ ਪੋਲੀਟੀਕਲ ਅਖਾਉਂਦੇ ਨੇ। ਕਹਿੰਦੇ ਉਸ ਥਾਂ ਤੇ ਖੜ ਕੇ ਸੱਚ ਬੋਲਣਾ ਬਹੁਤ ਜ਼ਰੂਰੀ। ਇਹ ਸਾਰੀ ਗੱਲ ਸ਼ਬਦ ਦੀ ਕਿੱਥੋਂ ਸ਼ੁਰੂ ਹੋਈ ਕਿ ਜਦ ਔਖੀ ਗੱਲ ਕਰਨੀ ਹੈ, ਜਦ ਬਲੜੀ ਗੱਲ ਕਰਨੀ ਹੈ, ਜਦ ਗ੍ਰਾਫਿਕ ਗੱਲਾਂ ਕਰਨੀਆਂ, ਉੱਥੇ ਗਿਆਨ ਨਾਲ ਸ਼ੁਰੂ ਕਰਿਓ। ਦਿਸ ਇਜ਼ ਦ ਰਾਈਟ ਕੰਟੈਕਸਟ ਆਫ ਦ ਸ਼ਬਦ। ਹੁਣ ਗੁਰੂ ਨਾਨਕ ਸਾਹਿਬ ਉਸ ਵੇਲੇ ਜੋ ਉਦਾਸੀਆਂ ਚੱਲ ਰਹੀਆਂ ਸੀ, ਤੇ ਇਹ ਸਾਰਾ ਕੁਝ ਕਿੱਥੇ ਹੋਇਆ ਸੀ? ਨਾ ਹੈਗਾ ਸੈਦਪੁਰ, ਜਿਹਨੂੰ ਅੱਜ ਅਮੀਨਾਬਾਦ ਕਿਹਾ ਜਾਂਦਾ, ਐਮਨਾਬਾਦ। ਠੀਕ ਹੈ ਜੀ। ਸੋ ਵੀ ਨੋ ਥੀਸ ਥਿੰਗਸ। ਇਹਦਾ ਜ਼ਿਕਰ ਬਾਬਰ ਦੀਆਂ ਰਾਈਟਿੰਗ, ਬਾਬਰ ਯੂ ਨੋ ਵਾਸ ਦ ਵਨ ਹੂ ਡਿਡ ਇਟ। ਬਟ ਖਿਆਲ ਰੱਖਿਓ ਜਦ ਕੀਤਾ ਜਾ ਰਿਹਾ ਉਹ ਇੱਕੋ ਰਿਲੀਜਨ ਦੇ ਸੀ। ਕਈ ਵਾਰ ਆਪਾਂ ਇਹਨੂੰ ਰਿਲੀਜਨ ਬਣਾ ਲੈਂਦੇ ਆ। ਐਂਡ ਗੁਰੂ ਸਾਹਿਬ ਸਾਹਿਬ ਕਹਿੰਦੇ ਸਿਰਫ ਦੋ ਰੀਜ਼ਨਸ ਕਰਕੇ ਹੋ ਰਿਹਾ, ਇੱਕ ਤੁਹਾਡੀ ਗਰੀਡ ਕਰਕੇ ਆ ਤੇ ਇੱਕ ਤੁਹਾਡੀ ਪਾਵਰ ਕਰਕੇ, ਅਯਾਸ਼ੀ ਜਿਹਨੂੰ ਅਸੀਂ ਆਖ ਦਿੰਦੇ ਆ। ਕਹਿੰਦੇ ਉਸ ਵੇਲੇ ਵੀ ਦੋਨੋਂ ਮੁਸਲਮਾਨ ਨੇ, ਬਟ ਉਹ ਡਿਫਰੈਂਟ ਕਲੈਨਸ ਹੈਗੀਆਂ, ਡਿਫਰੈਂਟ ਪਾਵਰ ਸੈਂਟਰ ਨੇ, ਇੱਕ ਅਫਗਾਨੀ ਨੇ ਤੇ ਇੱਕ ਲੋਧੀ ਨੇ। ਤੇ ਉਹਦਾ ਵੀ ਪੂਰਾ ਐਨਾਲਿਸਿਸ ਜਿਹੜਾ ਤਿਲੰਗਰਾਜ ਚ ਨਹੀਂ, ਜਿਹੜੇ ਬਾਕੀ ਤਿੰਨ ਸ਼ਬਦਾਂ ਨੇ ਉਹਦੇ ਚ, ਕਿ ਪੂਰਾ ਐਨਾਲਿਸਿਸ ਹੈ ਕਿ ਕਿਉਂ ਇਦਾਂ ਹੋ ਰਿਹਾ। ਐਂਡ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਇਦਾਂ ਹੁੰਦਾ ਰਹੋ, ਇਹ ਲੀਡਰਸ਼ਿਪ ਇਦਾਂ ਦੀ ਆਉਂਦੀ ਜਾਂਦੀ ਰਹਿਣੀ ਆ, ਬਟ ਦੇਰ ਮਸਟ ਬੀ ਪੀਪਲ ਹੂ ਕਨਫਰੰਟ ਥੀਸ ਥਿੰਗਸ। ਤੇ ਕਨਫਰੰਟੇਸ਼ਨ ਸ਼ੁਰੂ ਹੁੰਦੀ ਆ ਪੂਰੀ ਗੱਲ ਕਰਨ ਤੋਂ, ਤੇ ਪੂਰੀ ਗੱਲ ਜਦ ਤੁਸੀਂ ਕਰੋਗੇ, ਕਿਸੇ ਵੀ ਸਟੇਟ ਨੇ ਤੁਹਾਨੂੰ ਬਖਸ਼ਣਾ ਨਹੀਂ। ਜਸਟ ਲਾਈਕ ਕਿ ਜਿਹੜਾ ਐਕਚੁਅਲ ਜਿਹਦਾ ਨਾਂ ਸੀਗਾ ਨਾ ਐਂਪਰਰ ਦਾ, ਉਹਦਾ ਨਾਂ ਹੈਗਾ ਜ਼ਹੀਰ ਉਦੀਨ ਮੁਹੰਮਦ ਬਾਬਰ। ਉਹਨੇ ਵੀ ਨਹੀਂ ਬਖਸ਼ਿਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਐਟ ਦੈਟ ਮੋਮੈਂਟ। ਕਿਉਂਕਿ ਐਂਡ ਬਾਏ ਦਾ ਵੇ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ, ਜੋ ਗੁਰੂ ਨਾਨਕ ਸਾਹਿਬ ਲਿਖ ਰਹੇ ਨੇ ਬਿਲਕੁਲ ਕੋਈ ਐਵੀਡੈਂਸ ਨਹੀਂ ਮਿਲਦਾ ਕਿ ਕਿਸੇ ਹਿੰਦੂ ਲੀਡਰ ਨੇ, ਕਿਸੇ ਸੂਫੀ ਲੀਡਰ ਨੇ, ਕਿਸੇ ਮੁਸਲਮਾਨ ਲੀਡਰ ਨੇ ਉਸ ਵੇਲੇ ਜੋ ਐਮਨਾਬਾਦ ਜਾਂ ਸੈਦਪੁਰ ਚ ਹੋਇਆ ਉਹਦੇ ਬਾਰੇ ਗੱਲ ਵੀ ਕੀਤੀ ਹੋਵੇ। ਇਹ ਹਿੱਸੇ ਗੁਰੂ ਨਾਨਕ ਸਾਹਿਬ ਦੇ ਹੀ ਆਇਆ। This is why he was jailed. So why? ਅਜੇ ਜੈਨੋਸਾਈਡ ਨਹੀਂ ਹੋਇਆ, ਅਜੇ ਸਿਰਫ ਗੱਲ ਕੀਤੀ ਹੈ। ਜੈਨੋਸਾਈਡ ਉਹਨਾਂ ਦੀ ਕਮਿਊਨਿਟੀ, ਮਤਲਬ ਆਮ ਲੋਕਾਂ ਦੇ ਹੀ ਹੋ ਰਿਹਾ। ਜਦ ਆਮ ਲੋਕਾਂ ਦੇ ਹੋ ਰਿਹਾ, ਤੁਸੀਂ ਗੱਲ ਕਰੋਗੇ, ਤੇ ਇਹ ਉਹ ਵੇਲਾ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ। ਇਹ ਵਾਈ ਨੂੰ ਸਮਝਣ ਲਈ ਮੈਂ ਦੱਸ ਰਿਹਾ ਗੱਲ। ਜਦ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਕਰਦੇ ਸੀ, ਅਜੇ ਕਰਤਾਰਪੁਰ ਨਹੀਂ ਵਸਾਇਆ ਸੀ। ਜੇ ਕਰਤਾਰਪੁਰ ਵਸਿਆ ਹੁੰਦਾ, ਫਿਰ ਕਰਤਾਰਪੁਰ ਵੀ ਰੈਂਸੈਕ ਕਰ ਦੇਣਾ ਸੀ ਉਹਨਾਂ ਨੇ। ਕਿਉਂਕਿ ਗੱਲ ਕੀਤੀ, ਜੇਲ੍ਹ ਹੋਈ ਲਗਾਤਾਰ। ਇਹਨੇ ਉਹਦਾ ਉਸ ਸ਼ਬਦ ਦੇ ਵਿੱਚ ਮੈਂ ਸਿਰਫ ਐਜ਼ ਅ ਰੈਫਰੈਂਸ ਗੱਲ ਕਰ ਰਿਹਾ, ਜਿਹੜਾ ਮੈਂ ਤਿਲੰਗ ਰਾਗ ਦਾ ਸ਼ਬਦ ਆ, ਜਿਹੜਾ ਉਹਦਾ ਸੈਕਿੰਡ ਪਾਰਟ ਆ, ਉਹਦੇ ਵਿੱਚ ਨਾ 78 ਤੇ 97 ਦੀ ਗੱਲ ਆਉਂਦੀ ਆ। ਦੋਜ਼ ਆਫ ਯੂ ਆਰ ਇੰਟਰਸਟਿਡ, ਦਿਸ ਇਜ਼ ਦਾ ਵਿਕਰਮੀ ਕੈਲੰਡਰ, ਹਿੰਦੁਸਤਾਨੀ ਪਰੰਪਰਾ ਦਾ। That means 1578, which in the today's common era calendar is date is 1521. So I'll work with this. I've just translated this. 1521 ਦੇ ਵਿੱਚ ਅਟੈਕ ਹੋਇਆ, ਜਿਹੜਾ ਗੁਰੂ ਨਾਨਕ ਸਾਹਿਬ ਨੇ ਵਿਟਨੈਸ ਕੀਤਾ ਤੇ ਜਿਹਦੇ ਅਗੇਂਸਟ ਉਹਨੇ ਬੋਲਿਆ, in the pile of dead bodies ਖੜ ਕੇ ਬੋਲਿਆ, in the words of ਗੁਰੂ ਨਾਨਕ himself। ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਲੀਡਰ ਹੁਣ ਇਸ ਵੇਲੇ ਕਰ ਰਿਹਾ, ਜਿਹੜੇ ਲੋਕਲ ਲੀਡਰ ਸੀ ਉਹ ਅਯਾਸ਼ ਸੀਗੇ, ਬੜੇ ਲੀਡਰ ਆਉਂਦੇ ਜਾਂਦੇ ਰਹਿਣਗੇ, ਸਾਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਸੀਗਾ ਇਹ ਲੀਡਰ ਵੀ ਚਲਾ ਜਾਓ, ਤੇ ਉਹਨਾਂ ਨੇ ਡੇਟ ਦਿੱਤੀ ਹੈ, ਇਹਨੂੰ ਜੇ ਕਨਵਰਟ ਕਰਦੇ ਹੋ 1540 ਦੀ। 1540 ਉਹ ਡੇਟ ਆ ਜਦ ਹਿਮਾਯੂ ਹਾਰ ਗਿਆ ਸੀਗਾ, ਜਿਹਨੂੰ ਅਸੀਂ ਕਾਮਨਲੀ ਸ਼ੇਰਸ਼ਾਹ ਸੂਰੀ ਆਖਦੇ ਹਾਂ ਉਹਦੇ ਕੋਲੋਂ, ਤੇ ਫਿਰ ਗੁਰੂ ਅੰਗਦ ਪਾਤਸ਼ਾਹ ਨੂੰ ਮਿਲਣ ਵੀ ਆਇਆ ਸੀ ਗੁੱਸੇ 'ਚ। ਐਕਚੁਅਲੀ ਪੁਆਇੰਟ ਇਜ਼ ਲੀਡਰਸ਼ਿਪ ਗੋਜ਼ ਬੈਕ ਐਂਡ ਫੋਰਥ। ਅੱਜ 34 ਸਾਲ ਹੋ ਗਏ ਨੇ, ਇੰਡੀਆ ਦੀਆਂ ਕਿੰਨੀਆਂ ਐਡਮਿਨਿਸਟ੍ਰੇਸ਼ਨਸ ਚੇਂਜ ਹੋ ਗਈਆਂ ਨੇ। ਕੁਐਸਚਨ ਇਜ਼ ਨਾਟ, ਉਹ ਗੁਰੂ ਸਾਹਿਬ ਦੱਸ ਰਹੇ ਨੇ ਐਡਮਿਨਿਸਟ੍ਰੇਸ਼ਨਸ ਗੋ ਕਮ ਐਂਡ ਗੋ, ਲੀਡਰਸ ਕਮ ਐਂਡ ਗੋ, ਦੇ ਹੈਵ देयर ਓਨ ਅਲਾਈਅੰਸਸ। ਅਸੀਂ ਉਹਨਾਂ ਕੋਲ ਹੀ ਜੇ ਲੱਭਦੇ ਰਹਾਂਗੇ ਜਾਂ ਆਪਣਾ ਕੋਈ ਸਿਸਟਮ ਬਣਾਉਣਾ, ਤੇ ਆਪਣਾ ਸਿਸਟਮ ਕੀ ਬਣਿਆ? ਨਾਓ ਲੈਟਸ ਬ੍ਰਿੰਗ ਇਟ ਟੂ ਘੱਲੂਘਾਰਾਸ। ਆਪਣਾ ਸਿਸਟਮ ਇਹ ਬਣਿਆ ਕਿ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ, ਡਿਫਾਇੰਸ ਕ੍ਰੀਏਟ ਕੀਤੀ, ਖਿਲਾਫ ਬੋਲੇ, ਜੇਲ੍ਹ ਵਿੱਚ ਰਹੇ, ਚੱਕੀ ਪੀਸਣੀ। ਤੁਹਾਡੇ ਚ ਜਿਨ੍ਹਾਂ ਨੇ ਚੱਕੀ ਪੀਸੀ ਹੋਵੇ ਅੰਦਾਜ਼ਾ ਲਾ ਲਿਓ ਥੋੜਾ ਜਿਹਾ। ਮੈਂ ਛੋਟੇ ਹੁੰਦੇ ਇੱਕ ਛੋਟੀ ਜਿਹੀ ਚੱਕੀ ਪੀਸਣ ਦੀ ਕੋਸ਼ਿਸ਼ ਕੀਤੀ ਸੀ, ਮੈਂ ਕਿਹਾ ਇਹ ਕੀ ਕਰਾਈ ਜਾਂਦੇ ਨੇ ਮੇਰੇ ਕੋਲੋਂ।
this will be something like hard labor today. जब आप word use करते हैं ना, आप कई बारी Russian images साढ़े दिमाग च आउंदियां ने कि hard labor करन भेज दिंदे ने या होर थावां ते. It will be something like that. So he wasn't कि वो कल्ले political prisoner बनाए, सज़ा भी पूरी हो रही है. So ਇਹ जब उन्होंने anyway ਹੁਣ ਉਸ ਦਿਨ ਤੋਂ ਲਾਓ ਤੇ institutions पे develop ਹੋਏ, जब सिखां दे शहर बन गए, जब सिखां ਦੀ ਤਿਆਰੀ ਆ ਗਈ कि कला बोलना नहीं है. हुण असीं 34 साल के कदे बोलते ही रहांगे, ये भी आपां नूं सोचना पैना. जिहड़े बोलते सी उन्होंने कुछ करके भी दिखाया. पहले 2 साल च देखो 1984 ਤੋਂ 86 ਦੇ ਵਿੱਚ ਕੀ ਸਿੱਖਾਂ ਨੇ, ਕੁਝ ਸਿੱਖਾਂ ਨੇ ਜਵਾਬ भी ਦਿੱਤੇ ਨੇ तगड़े होके पूरे. आपां कई बार कहते कुछ नहीं होया. डोंट से दैट. बिल्कुल होया. ਅਸੀਂ ਆਮ ਬੰਦਿਆਂ ਨੂੰ ਤੰਗ ਤੱਕਦੇ ਨਹੀਂ ਕਰਦੇ. ਸਾਡਾ ਆਪਣਾ ਤਰੀਕਾ ਨਿਆਂ ਲੈਣ ਦਾ. ਕਮਿੰਗ ਬੈਕ ਟੂ ਇਟ, ਗੁਰੂ ਪੀਰੀਅਡ ਵਿੱਚ ਹੀ ਤੁਸੀਂ ਦੇਖ ਲਓ, जब तुहाडे सेंटर बनने शुरू हो गए, जब पहली बैटल भी हुंदी है, 10वें पातशाह वेले दी भी हुंदी है, गुरु पीरियड दे विच ही सानू दस दिता गया सिर्फ बोलना नहीं है, पूरी तैयारी चाहिए. जस्टिस लई दा गुरबाणी विच आ गया कि जिहड़े करतार विच असीं विश्वास रखदे हां, द क्रिएटर वी बिलीव इन, पूरा न्याय करे करतार. यू हैव टू ट्रेन योरसेल्फ टू टेक कंप्लीट जस्टिस, क्योंकि करतार कोई साडा बंदा नहीं है ना, साडे विच ही है. विच मीन साडी तैयारी होनी चाहिए है, रिवेंज लैण दी नहीं, बदला लैण दी नहीं, जस्टिस लैण दी. ये कुछ गल्लां समझण वालियां. हुण 18th सेंचुरी दे विच जब तुसीं राज स्थापित करता, बाबा बंदा सिंह बहादुर ने कीता पहला राज स्थापित. जब दा राज स्थापित होया, साडे घल्लूकारे शुरू हो गए. ये तीजा घल्लूकार आपां कह दिंदे आ, वोकैबलरी दीयां साडी इशूज ने. साडे कई घल्लूकार होए ने. घल्लूकारा टर्म बणिया 18th सेंचुरी दे विच, क्योंकि 18th सेंचुरी दे विच ਹੁਣ ਤੁਸੀਂ ਕਿੱਥੇ ਅਪਲਾਈ ਕਰੋਗੇ. ਐਂਡ ਆਈ ਵਾਂਟ ਟੂ ਟਾਕ ਅਬਾਊਟ ਦਿਸ ਟਰਮ. ਵਾਈ ਕਲੀਅਰ ਹੋ ਰਿਹਾ ਨਾ, ਕਿਉਂਕਿ ਜੇ ਤੁਸੀਂ ਸਟੇਟ ਜਿਹੜਾ ਅਨਜਸਟ ਆ, ਭਾਵੇਂ ਕਿਸੇ ਵੀ ਕੌਮ ਦਾ ਹੋਵੇ, ਕਿਸੇ ਦੇ ਵੀ ਉਹਦੇ ਨਾਲ ਹੋਣ. 18th ਸੈਂਚੁਰੀ ਦੇ ਵਿੱਚ ਜਿਨ੍ਹਾਂ ਨੇ ਅਟੈਕ ਕੀਤਾ ਸਿੱਖਾਂ ਤੇ, ਜਦ ਰਾਜ ਕਾਇਮ ਹੋ ਗਿਆ, ਹੁਣ ਕਹਿੰਦੇ ਇਹਨਾਂ ਦੇ ਸੈਂਟਰ ਨਹੀਂ ਇਕੱਲੇ ਖਤਮ ਕਰਨੇ. ਹੁਣ ਇੱਕ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਗੁਰੂ ਨਾਨਕ ਨਾਲ ਖੜਾ, ਉਹ ਵੀ ਐਲੀਮੀਨੇਟ ਕਰਦੇ ਨੇ. ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੋਂ ਐਲਾਨ ਸ਼ੁਰੂ ਹੋ ਗਿਆ. ਮਿਡਲ ਈਸਟਰਨ ਇਨਵੇਡਰਸ, ਲੋਕਲ ਪੰਜਾਬ ਦੇ ਇਨਵੇਡਰਸ, ईरान के इन्वेडर्स ने लिखती रूप में ऐलान किया होया एक भी सिख जिंदा नहीं बचना चाहिए. लगातार 18th सेंचुरी में अब्दाली ने 7 बार किया. साडे कोल एविडेंस है. तुसी जिहड़ा लखपत राय, जसपत राय, जकरिया खान जिहड़े आपां नाम सुनते हैं, 18th सेंचुरी के नाम है. घल्लूकारा टर्म उस वेले बनिया सिखां दा, एंड आई वांट टू टॉक अबाउट दैट. बट घल्लूकारा क्यों क्लीयर होना चाहिए. तुसी आवाज़ उठाओगे तो तुहानूं जेल हो, ਤੇ ਤੁਸੀਂ ਉਹਦੇ ਲਈ ਜੇ ਪੈਰਲਲ ਕਲਚਰ ਖੜਾ ਕਰੋਗੇ, ਤੁਸੀਂ ਆਪਣਾ ਰਾਜ ਸਥਾਪਿਤ ਕਰੋਗੇ, ਕਿਉਂਕਿ ਜਿਹੜੀਆਂ ਪਾਲਿਸੀਜ਼ ਨੇ ਸਟੇਟ ਦੀਆਂ ਠੀਕ ਨਹੀਂ ਹੈਗੇ, ਫਿਰ ਤੁਹਾਡੀ ਐਲੀਮੀਨੇਸ਼ਨ ਵੀ ਹੋਊਗੀ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੋਂ ਸ਼ੁਰੂ ਹੋਈ ਹੈ, ਲਗਾਤਾਰ ਹੋ ਰਹੀ ਹੈ. ਸੋ ਟਰਮ ਜਦ ਸਾਡਾ ਘੱਲੂਕਾਰਾ ਬਣ ਗਿਆ, ਇਹ ਜ਼ਿਆਦਾ ਸ਼ੁਰੂ ਹੋਇਆ ਘੱਲੂਕਾਰਾ ਟਰਮ ਜਦੋਂ ਅਸੀਂ ਕਹਿੰਦੇ ਆ ਛੋਟਾ ਘੱਲੂਕਾਰਾ ਤੇ ਵੱਡਾ ਘੱਲੂਕਾਰਾ. ਫਿਰ ਆਪਾਂ 84 ਤੇ ਆ ਜਾਂਦੇ ਆ. ਛੋਟਾ ਘੱਲੂਕਾਰਾ ਕੀ ਆ? ਘੱਲੂਕਾਰਾ ਇਜ਼ ਲਿਟਲ ਬਿਟ ਡਿਫਰੈਂਟ ਐਂਡ ਵੀ ਮਸਟ ਅੰਡਰਸਟੈਂਡ ਇਹ ਕੀ ਆ ਸਾਡੇ ਲਈ. ਅਸੀਂ ਸਿੱਖ ਪਰੰਪਰਾ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰਦੇ ਕਿਹਨੂੰ ਮਾਰਿਆ ਤੇ ਕਿਸ ਤਰ੍ਹਾਂ ਮਾਰਿਆ. ਅਸੀਂ ਸਿਰਫ ਇਹ ਵੀ ਨਹੀਂ ਡਿਫਰੈਂਸ਼ੀਏਟ ਕਰਦੇ ਕਿ ਜਿਹੜੇ ਸਿਰਫ ਜਿਵੇਂ ਆਪਾਂ ਕਹਿੰਦੇ 84 ਵੇਲੇ ਗੱਲ ਕਰ ਦਿੰਦੇ ਆ, ਇਹ ਤਾਂ ਜੀ ਇਕੱਲੇ ਪਿਲਗ੍ਰਿਮ ਸੀਗੇ, ਜਾਂ ਆਪਾਂ ਕਹਿੰਦੇ ਨੇ ਇਹ ਸ਼੍ਰੋਮਣੀ ਕਮੇਟੀ ਦੇ EMPLOYEES ਸੀਗੇ, ਜਾਂ ਆਪਾਂ ਕਹਿੰਦੇ ਆ ਅਕਾਲੀ ਵਰਕਰ ਸੀਗੇ, ਜਾਂ ਆਪਾਂ ਇਹ ਵੀ ਕਹਿੰਦੇ ਆ, ਹੁਣ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰਤਾ ਆਪਾਂ ਕਿ ਇਹ ਖਾੜਕੂ ਸੀਗੇ. ਸਰਕਾਰ ਕਹਿੰਦੀ ਹੈ ਜਿਹੜੀ ਅਸੀਂ 100 ਦੇ ਕਰੀਬ ਕੋਟ ਐਂਡ ਕੋਟ ਟੈਰਰਿਸਟ ਨੂੰ ਫੜਨ ਗਏ ਸੀਗੇ, ਐਕਚੁਅਲੀ 38 ਨਾਲ ਆਏ ਹੋਏ ਨੇ ਉਹਨਾਂ ਨੇ, ਬਟ ਉਹ ਡਿਫਰੈਂਸ਼ੀਏਟ ਕਰਦੇ ਨੇ. ਸਿੱਖ ਪਰੰਪਰਾ ਦੇ ਵਿੱਚ ਇਹ ਡਿਫਰੈਂਸ਼ੀਏਸ਼ਨ ਨਹੀਂ ਸੀਗੀ 84 ਦੇ ਵਿੱਚ ਘੱਲੂਕਾਰਿਆਂ ਦੇ ਵੇਲੇ. ਜਿਹੜਾ ਉੱਥੇ ਬਾਈਸਟੈਂਡਰ ਆ, ਜਿਹੜਾ ਸੰਗਤੀ ਰੂਪ ਵਿੱਚ ਆ, ਤੇ ਜਿਹੜਾ ਰਿਸਪੌਂਸ ਵੀ ਦੇ ਰਿਹਾ ਸ਼ਸਤਰਧਾਰੀ ਹੋ ਕੇ, ਉਹ ਸਾਰੇ ਨੂੰ ਹੀ ਘੱਲੂਕਾਰ ਆਖਿਆ ਜਾਂਦਾ ਸੀ. ਰਿਸਪੌਂਡਰਸ ਵਰ ਪਾਰਟ ਆਫ ਇਟ. ਤੁਸੀਂ ਡੀਟੇਲ ਪੜ੍ਹੋ ਕਿ ਜਦ ਕੁੱਪ ਦਾ ਹੋਇਆ, ਵੱਡਾ ਘੱਲੂਕਾਰਾ ਜਿਹਨੂੰ ਆਖਿਆ ਜਾਂਦਾ, ਤੇ ਉੱਥੇ ਸਾਰੀਆਂ ਗੱਲਾਂ ਡਿਸਕਸ਼ਨ ਚੱਲ ਰਹੀਆਂ ਨੇ. ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ਪਤਾ ਕੀ ਹੋ ਰਿਹਾ, ਸਾਰੀਆਂ ਸੰਗਤਾਂ ਨੂੰ ਵਿਲੇजेस ਦੇ ਰਾਹੀਂ ਮੂਵ ਕੀਤਾ ਜਾ ਰਿਹਾ. देयर इज नो डिफरेंशिएशन कि सिर्फ ਉਹ ਮੰਨੇ ਜਾਣਗੇ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਕੋਟ ਐਂਡ ਕੋਟ ਵਿਕਟਮ ਆਖਦੇ ਹਾਂ. ਇਹ ਸਾਡਾ ਲਫ਼ਜ਼ ਨਹੀਂ ਆ, ਇਸ ਕਰਕੇ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ 84 ਤੋਂ ਅਸੀਂ ਇਹ ਵੋਕੈਬਲਰੀ ਯੂਜ਼ ਕਰਨੀ ਸ਼ੁਰੂ ਕਰਤੀ ਆ. ਨਾ ਅਸੀਂ ਵਿਕਟਮ ਆ, ਨਾ ਅਸੀਂ ਡਿਫਰੈਂਸ਼ੀਏਟ ਕਰਦੇ ਆ. ਅਸੀਂ ਇਹ ਲੈ ਕੇ ਚੱਲਦੇ ਆ ਕਿ ਜੇ ਗੁਰੂ ਨਾਨਕ ਨਾਮ ਲੇਵਾ ਹੋ ਤੁਸੀਂ, ਕਿਉਂਕਿ ਇਹ ਫਰੇਜ਼ ਯੂਜ਼ ਹੁੰਦੀ ਹੈ ਨਾ, ਗੁਰੂ ਨਾਨਕ ਨਾਮ ਲੇਵਾ ਤਾਂ ਹੈਗਾ ਜਿਹੜੇ ਵੀ ਲੈਵਲ ਦਾ ਤੁਹਾਡਾ ਕਮਿਟਮੈਂਟ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਕਲਚਰ ਤੋਂ, ਤੁਹਾਡਾ ਮਿਨੀਮਮ ਕੰਮ ਆ ਸੱਚ ਸੁਣਾਈ ਸੀ ਸੱਚ ਕੀ ਵੇਲਾ.
ਉਸ ਤੋਂ ਗਾਹਾਂ ਜਿਹੜਾ ਵੀ ਜਾਣਾ ਚਾਹੁੰਦਾ, ਇੰਕਲੂਡਿੰਗ ਜਿਹੜਾ ਰਿਸਪੌਂਡ ਕਰ ਰਿਹਾ ਸਟੇਟ ਨੂੰ ਮਿਲੀਟੈਂਟ ਹੋ ਕੇ ਵੀ, ਉਹ ਵੀ ਘੱਲੂਘਾਰਿਆਂ ਦਾ ਹਿੱਸਾ ਰਹੇ ਨੇ। 84 ਤੋਂ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਨਾ ਸ਼ੁਰੂ ਕਰਤਾ, ਵਿਚ ਇਜ਼ ਅ ਸੀਰੀਅਸ ਪ੍ਰੋਬਲਮ, ਕਿਉਂਕਿ ਫਿਰ ਅਸੀਂ ਬਣ ਗਏ ਨਾ ਇਹ ਤਾਂ ਜੀ ਖਾੜਕੂ ਇਕੱਲੇ ਇੱਦਾਂ ਦੇ ਕਰਦੇ ਨੇ। ਬਸ ਤੁਸੀਂ ਵੀ ਉਸੇ ਕਲਚਰ ਦਾ ਹਿੱਸਾ ਹੋ, ਉਹ ਤਾਂ ਡਿਫੈਂਡ ਕਰ ਰਹੇ ਨੇ ਤੁਹਾਡੇ ਕਲਚਰ ਨੂੰ। ਕੋਈ ਡਿਫੈਂਡ ਬੋਲ ਕੇ ਕਰਦਾ, ਕੋਈ ਅੱਜ ਕੱਲ੍ਹ ਦੇ ਤਰੀਕੇ ਹੈ ਨਾ, ਪਹਿਲਾਂ ਵੀ ਇਹੀ ਹੁੰਦਾ ਸੀ, ਪਹਿਲਾਂ ਵੀ ਕੋਈ ਪ੍ਰਸ਼ਾਦਾ ਛਕਾਉਂਦਾ ਸੀ। ਵਟ ਵਾਸ ਭਾਈ ਤਾਰੂ ਸਿੰਘ's ਕ੍ਰਾਈਮ? ਕਿ ਜਿਹੜੇ ਰਿਸਪੌਂਡ ਕਰ ਰਹੇ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸੀ। ਸਾਡੇ ਕਲਚਰ ਦੇ ਵਿੱਚ ਡਿਫਰੈਂਸ਼ੀਏਸ਼ਨ ਸੇਵਾ ਦੀ ਨਹੀਂ ਹੋਈ ਕਦੇ ਵੀ। ਇਸ ਤੋਂ ਸਖਤ ਬਚਣ ਦੀ ਲੋੜ ਆ, ਜਿਹੜੀ 84 ਤੋਂ ਬਾਅਦ ਹੋਣੀ ਸ਼ੁਰੂ ਹੋ ਗਈ ਹੈ। ਭਾਵੇਂ ਕੋਈ ਫਿਜ਼ੀਕਲੀ ਹੈਲਪ ਕਰ ਰਿਹਾ, ਭਾਵੇਂ ਕੋਈ ਜਿਹਨੂੰ ਅਸੀਂ ਅੱਜ ਕੱਲ੍ਹ ਡਿਪਲੋਮੈਟਿਕਲੀ ਗੱਲ ਕਰ ਰਿਹਾ, ਸਟੇਟ ਨਾਲ ਜਾ ਕੇ ਗੱਲ ਵੀ ਕਰਨੀ ਹੁੰਦੀ ਸੀ, ਸੁਨੇਹੇ ਭੇਜੇ ਜਾਂਦੇ ਸੀ, 18th ਸੈਂਚੁਰੀ ਵਿੱਚ ਵੀ ਬੜੀ ਵਾਰ ਹੋਏ ਨੇ। ਭਾਵੇਂ ਸਿੱਖਾਂ ਦਾ ਕੋਈ ਸਟੇਟ ਦੇ ਨਾਲ ਰਲ ਕੇ ਵੀ ਕਰ ਰਿਹਾ, ਅਨਲੈਸ ਉਹ ਫਿਜ਼ੀਕਲੀ ਅਟੈਕ ਕਰਦਾ ਸੀ, ਸਾਰਿਆਂ ਨਾਲ ਗੱਲਬਾਤ ਜਾਰੀ ਰੱਖਣੀ ਜ਼ਰੂਰੀ ਹੁੰਦੀ ਸੀ। ਗੱਲ ਮੈਂ ਕਰ ਰਿਹਾ ਸੀ ਕਿ ਕਿਸੇ ਵੀ ਲੈਵਲ ਤੇ ਜਿਹੜਾ ਸੇਵਾ ਕਰ ਰਿਹਾ ਸੀ ਸਿੱਖ ਕਲਚਰ ਦੇ ਨਾਮ ਦੇ ਕਲਚਰ ਨੂੰ ਠੀਕ ਰੱਖਣ ਦੇ ਲਈ, ਉਹਨੂੰ ਜਦ ਕੋਈ ਵੀ ਸਟੇਟ ਕਿਸੇ ਵੀ ਲੈਵਲ ਤੇ ਮਾਰਨ ਆਉਂਦੀ ਸੀ, ਅਸੀਂ ਉਹਨੂੰ ਘੱਲੂਘਾਰਾ ਆਖਦੇ ਸੀ। 84 ਦੇ ਵਿੱਚ ਵੀ ਕੁਛ ਏਦਾਂ ਦਾ ਹੋਇਆ। 84 ਦੇ ਬਾਰੇ ਦੋ ਗੱਲਾਂ ਕਰਾਂਗੇ। ਕਿਉਂ? ਬਿਕੋਜ਼ ਜਿਹੜਾ ਕਲਚਰ ਹਿੰਦੁਸਤਾਨ ਦੀ ਪਰੰਪਰਾ 'ਚ ਆ ਗਿਆ ਸੀ, ਸਿੱਖਾਂ ਨੇ ਐਜ਼ ਐਨ ਆਰਗੇਨਾਈਜ਼ਡ ਫੈਸ਼ਨ ਉਹਨੂੰ ਰਿਸਪੌਂਸ ਦਿੱਤਾ। ਭਾਵੇਂ ਐਮਰਜੈਂਸੀ ਸੀ, ਐਮਰਜੈਂਸੀ ਵੇਲੇ ਇੰਡੀਵਿਜੂਅਲਸ ਬਹੁਤ ਕੁਝ ਬੋਲਦੇ ਸੀ, ਪਰ ਇੱਕੋ ਪੋਲੀਟੀਕਲ ਪਾਰਟੀ ਸੀ ਉਸ ਵੇਲੇ ਦੇ ਅਕਾਲੀ ਠੀਕ ਸੀ ਕਿ ਉਹਨਾਂ ਨੇ ਰਿਸਪੌਂਸ ਦਿੱਤਾ। ਹੋਰ ਕੀ ਹੋਇਆ? ਤੁਸੀਂ ਇੰਟਰਵਿਊਜ਼ ਪੜ੍ਹੋ, ਪੰਥ ਦਾ ਲੀਡਰ, ਦਿਸ ਇਜ਼ ਵੈਰੀ ਕਲੀਅਰ ਅਗੇਨ, ਇਸ ਤੋਂ 100 ਸਾਲ ਪਹਿਲਾਂ ਵੀ ਲੀਡਰਸ਼ਿਪ ਜੇ ਸਾਡੇ ਤੇ ਥੋਪੀ ਸੀ, ਸਿੱਖਾਂ ਨੂੰ ਬੜੀ ਕਲੈਰਿਟੀ ਸੀ ਕਿ ਅਸੀਂ ਥੋਪੀ ਲੀਡਰਸ਼ਿਪ ਕਦੇ ਨਹੀਂ ਐਕਸੈਪਟ ਕਰਦੇ। 84 ਵੇਲੇ ਵੀ, 82 to 84 ਬੜਾ ਕਲੀਅਰ ਆ, ਬੜੇ ਕਿਸਮ ਦੇ ਅਕਾਲੀ ਨੇ, ਬਟ ਸਾਰਿਆਂ ਨੂੰ ਪਤਾ ਕਿ ਪੰਥ ਦਾ ਜਥੇਦਾਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਨੇ। ਹੋਰ ਕੋਈ ਪੰਥ ਦਾ ਜਥੇਦਾਰ ਨਹੀਂ ਬਣ ਪਾਇਆ, ਕਿਉਂਕਿ ਬਾਕੀ ਸਾਰੇ ਨੋਮੀਨੇਟਿਵ ਨੇ, ਅਥਾਰਟੇਟਿਵ ਨੇ, ਅਕਾਲੀ ਅਲਾਇੰਸ ਆ, ਜੋ ਵੀ ਮਰਜ਼ੀ ਕਹਿ ਲਓ। ਸੋ ਇਹ ਕਲੈਰਿਟੀ ਹੋਣੀ ਵੀ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ who really represents the culture of Naam. And believe it, we are the people of culture of Naam. ਇਸ ਨਾਮ ਦੇ ਕਲਚਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਜਿਹੜੇ ਸਿਰਫ ਮੀਰ ਨੇ ਤੇ ਸਿਰਫ ਪੀਰ ਨੇ ਉਹ ਸਾਨੂੰ ਅਪੋਜ਼ ਕਰਨਗੇ। Apply this to Guru Arjan Sahib. Who really came together to get him arrested, tortured? Who did? You can name the people, ਸਾਰੇ ਅਵੇਲੇਬਲ ਨੇ। ਗਵਰਨਰ ਆ ਲਾਹੌਰ ਦਾ ਮੁਰਤਜ਼ਾ ਖਾਨ, ਨਕਸ਼ੇਬੰਦੀ ਆਰਡਰ ਵਾਲੇ ਨੇ, ਐਮਪਰਰ ਤਾਂ ਹੈਗਾ ਹੀ ਆ ਜਹਾਂਗੀਰ, ਸਿੱਖ ਜਿਹੜੇ ਉਹਨਾਂ ਦੇ ਘਰਾਂ ਵਾਲੇ ਨੇ, ਉਹਨਾਂ ਦੇ ਰਿਸ਼ਤੇਦਾਰ ਵੀ ਉਹਦੇ ਸ਼ਾਮਲ ਨੇ, ਭਰਾ ਵੀ ਸ਼ਾਮਿਲ ਨੇ। ਸਿਰਫ ਜਿਹੜੇ ਨਾਮ ਦੇ ਕਲਚਰ ਨੂੰ ਮੰਨਦੇ ਨੇ ਉਹ ਨਹੀਂ ਸ਼ਾਮਲ। ਬਾਕੀ ਜਦੋਂ ਆਪਾਂ ਕਹਿੰਦੇ ਕਿ ਸਾਡੀ ਕਲੈਨ, ਸਾਡੇ ਕਬੀਲੇ ਵਾਲੇ, ਜਾਂ ਜਿਹੜੇ ਅਖੌਤੀ ਸਿੱਖ, ਸਟੇਟ, ਹਿੰਦੂਜ਼, ਮੁਸਲਿਮ, ਸਿੱਖਸ, ਵੀ ਵਿਲ ਸੇ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਖੜੇ ਨੇ, ਉਹ ਸਾਰਿਆਂ ਦਾ ਜ਼ੋਰ ਲੱਗ ਗਿਆ ਸੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ 'ਚ, ਸਾਰਿਆਂ ਦਾ। ਇਹ ਬਹੁਤ ਇੰਪੋਰਟੈਂਟ ਗੱਲ ਸਮਝਣ ਵਾਲੀ। ਕਿਉਂ? ਬਿਕੋਜ਼ ਗੁਰੂ ਅਰਜਨ ਪਾਤਸ਼ਾਹ ਨੇ ਨਾਮ ਦੇ ਕਲਚਰ ਤੇ ਬਹਿਸ ਸ਼ੁਰੂ ਹੋ ਗਈ ਸੀ ਤੇ ਆਲਟਰਨੇਟਿਵ ਐਕਸਪਲੇਨੇਸ਼ਨ ਸ਼ੁਰੂ ਹੋ ਗਈ ਸੀ ਸਿੱਖੀ ਦੀ, ਜਿਵੇਂ ਅੱਜ ਕੱਲ੍ਹ ਫੇਰ ਚੱਲ ਰਹੀ ਹੈ। ਤੇ ਉੱਥੇ ਕਲੀਅਰ ਰੱਖਣ ਦੇ ਲਈ ਬਈ ਨਾਮ ਦਾ ਕਲਚਰ ਹੋਗਾ ਜਿਹੜਾ ਗੁਰੂ ਨੇ ਆਥੈਂਟੀਕੇਟ ਕਰਤਾ, ਉਹਨੂੰ ਅਸੀਂ ਆਦਿ ਗ੍ਰੰਥ ਤੇ ਹੁਣ ਗੁਰੂ ਗ੍ਰੰਥ ਸਾਹਿਬ ਆਖਦੇ। ਉਸ ਵੇਲੇ ਵੀ ਪੋਥੀਆਂ ਆ ਗਈਆਂ ਸੀ ਜਿਨ੍ਹਾਂ ਨੂੰ ਗੁਰੂਸ਼ਿਪ ਨਹੀਂ ਮਿਲੀ ਸੀ, ਸਟੇਟ ਨੇ ਉਹਨਾਂ ਨੂੰ ਨਾਲ ਰੱਖਿਆ, ਬਟ ਉੱਥੇ ਕਲੀਅਰ ਆ ਗਿਆ ਕਿ ਨਹੀਂ, ਇਹ ਨਾਮ ਦਾ ਕਲਚਰ, ਬਾਣੀ ਕਾ ਬੋਹਿਥਾ ਜਿਹੜਾ ਹੈ ਨਾ, ਉਹ ਗੁਰੂ ਅਰਜਨ ਸਾਹਿਬ ਹੀ ਆ। ਕਿਉਂਕਿ ਉਹ ਕਲਚਰ ਤੇ ਅਟੈਕ ਸੀਗਾ, ਫਿਰ ਉਹ ਸੈਂਟਰ ਤੇ ਵੀ ਅਟੈਕ ਹੋਇਆ, ਤੇ ਜਿਹਨੇ ਸੈਂਟਰ ਦੋਨੋਂ ਇੰਸਟੀਟਿਊਸ਼ਨ ਸਾਨੂੰ ਦਿੱਤੇ, ਜਿਹਨੂੰ ਅਸੀਂ ਪੰਥ ਦਾ ਸੈਂਟਰ ਮੰਨਦੇ ਹਾਂ ਅੱਜ ਹਰਮੰਦਰ ਸਾਹਿਬ ਕੰਪਲੈਕਸ, ਤੇ ਜਿਹਨੂੰ ਅਸੀਂ ਪੰਥ ਦਾ ਕਨਸਟੀਟਿਊਸ਼ਨ ਮੰਨਦੇ ਹਾਂ, ਐਕਚੁਅਲੀ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ, ਉਹ ਦੋਨਾਂ ਜਿਹਨੇ ਇੰਸਟੀਟਿਊਸ਼ਨਲਾਈਜ਼ ਕੀਤਾ, ਉਹਨਾਂ ਨੂੰ ਸ਼ਹੀਦ ਕਰਨ ਦੇ ਤਰੀਕੇ ਬਣਾਏ ਗਏ, ਤਸੀਹੇ ਦੇ ਕੇ, ਟੌਰਚਰ ਦੇ ਕੇ। ਸੋ ਵਾਈ ਆਈ ਵਾਂਟ ਯੂ ਟੂ ਕੀਪ ਅੰਡਰਸਟੈਂਡਿੰਗ ਦਿਸ। ਜਿਹੜਾ ਨਾਮ ਦੇ ਕਲਚਰ ਨੂੰ ਰੈਪਰੈਜ਼ੈਂਟ ਕਰੂ ਉਹ ਇਹ ਹੈ, ਤੇ ਜਿਹੜਾ ਆਪਣੇ ਆਪ ਨੂੰ ਮੰਨਦਾ ਕਿ ਮੈਂ ਇਸ ਕਲਚਰ ਦਾ ਹਿੱਸਾ, ਉਹਦੀ ਤਿਆਰੀ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਮੁਤਾਬਕ ਇਹੋ ਜਿਹੀਆਂ ਰਿਜੀਮਸ ਆਉਂਦੀਆਂ ਜਾਂਦੀਆਂ ਰਹਿਣਗੀਆਂ। ਦੇਖੋ ਹਿੰਦੁਸਤਾਨ ਦੇ ਵਿੱਚ 34 ਸਾਲ ਹੋਣ ਲੱਗੇ ਨੇ, ਤੇ ਸਾਨੂੰ ਜਿਹੜੇ ਆਪਣੇ ਕੁਐਸਚਨ ਅਸੀਂ ਉਠਾਉਂਦੇ ਹਾਂ, ਮੈਂ ਉਹਦੇ ਵੱਲ ਤਵੱਜੋ ਲਿਜਾ ਰਿਹਾ, ਵਾਏ ਦੇ ਵੱਲ। ਜੇ ਤੁਸੀਂ ਫਸ ਜਾਓਗੇ ਇੱਕ ਅੱਧੀ ਗੱਲ 'ਚ, ਫਿਰ ਅੱਜ ਕੱਲ੍ਹ ਤਾਂ ਲੋਕੀ their jobs are to get you caught up into those small discussions, ਤਾਂ ਕਿ ਤੁਹਾਨੂੰ ਵੱਡੀ ਗੱਲ ਭੁੱਲ ਜਾਵੇ। ਵੱਡੀ ਗੱਲ ਇਹ ਹੈ ਕਿ ਇਹ ਹੋਇਆ, ਸਿੱਖਾਂ ਨੇ ਰਿਸਪੌਂਸ ਦਿੱਤਾ, ਤੇ ਜਦ ਵੀ ਦੁਬਾਰਾ ਵੀ ਜੇ ਰਿਸਪੌਂਸ ਦਿੰਦੇ ਰਹਾਂਗੇ, ਸਾਡੇ ਨਾਲ ਦੁਬਾਰਾ ਹੋਊਗਾ। ਇਹ ਗੁਰੂ ਨਾਨਕ ਸਾਹਿਬ ਨੇ ਦੱਸਤਾ ਸਾਨੂੰ।
ਤੇ ਗੁਰੂਆਂ ਨੇ ਸਾਡੇ ਆਪਣੇ ਲਾਈਫ ਵਿੱਚ ਇਹਦੀ ਟ੍ਰੇਨਿੰਗ ਦਿੱਤੀ ਹੈ ਕਿ ਕਿਵੇਂ ਇਹਦੇ ਨਾਲ ਡੀਲ ਕਰਨਾ। ਤੇ 18th ਸੈਂਚੁਰੀ ਦੇ ਵਿੱਚ ਗੁਰੂਆਂ ਦੇ ਉੱਤੇ ਇੰਨਾ ਵਿਸ਼ਵਾਸ ਸੀ ਸਿੱਖਾਂ ਦਾ ਕਿ ਸਿੱਖਾਂ ਨੇ ਕਿਸੇ ਵੀ ਜੈਨੋਸਾਈਡ ਤੋਂ ਬਾਅਦ ਉਹ ਸਟੇਟ ਕੋਲ ਜਾ ਕੇ ਨਹੀਂ ਕਿਹਾ ਕਿ ਸਾਨੂੰ ਜਸਟਿਸ ਦਿਓ, ਆਪ ਲੈਂਦੇ ਰਹੇ। They didn't have a nation state also, ਜਿਵੇਂ ਸਾਡਾ ਹਾਲ ਹੈ ਨਾ, ਨੇਸ਼ਨ ਸਟੇਟ ਨਹੀਂ ਆ। ਸੋ ਅੱਜ ਦੇ ਮਾਹੌਲ ਵਿੱਚ ਇਹਦਾ ਮਤਲਬ ਇਹ ਹੈ ਜੇ ਨੇਸ਼ਨ ਸਟੇਟ ਨਹੀਂ ਆ, ਜਿੱਥੇ ਵੀ ਤੁਸੀਂ ਬੈਠੇ ਹੋ ਤੁਸੀਂ ਨਾਮ ਦੇ ਕਲਚਰ ਨੂੰ ਬਰਕਰਾਰ ਕਿਵੇਂ ਰੱਖਣਾ, ਫਿਰ ਜਸਟਿਸ ਦੀ ਏਜੰਟ ਕਿਵੇਂ ਬਣਨਾ, ਦਿਸ ਇਜ਼ ਦਾ ਕੁਐਸਚਨ। ਬਟ ਇਹ ਕਹਿਣਾ ਕਿ 84 ਹੋ ਗਿਆ ਵਾਰ-ਵਾਰ, ਇਹ ਹੋਰ ਹੋਊਗਾ। ਤੁਸੀਂ ਜਿੱਥੇ ਬੈਠੇ ਹੋ ਇਹ ਕੈਨੇਡਾ ਵਿੱਚ ਵੀ ਹੋ ਸਕਦਾ, ਤੁਹਾਨੂੰ ਨਹੀਂ ਪਤਾ ਇੱਥੇ ਕਿਹੋ ਜਿਹੀ ਸਰਕਾਰ ਆ ਜਾਣੀ ਹੈ। ਅਮਰੀਕਾ 'ਚ ਐਕਸਪੈਰੀਮੈਂਟ ਹੋਇਆ ਹੀ ਆ। ਤੁਹਾਨੂੰ ਦੁਨੀਆ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਸਰਕਾਰਾਂ ਆ ਰਹੀਆਂ ਨੇ। ਜਦ ਵੀ ਤੁਸੀਂ ਆਪਣੇ ਕਲਚਰ ਦੇ ਨਾਲ ਖੜੋਗੇ, ਨਾਮ ਦੇ ਕਲਚਰ ਨਾਲ, ਜਿੱਥੇ ਮਰਜ਼ੀ ਦੁਨੀਆ 'ਚ ਹੋਵੋਗੇ ਤੁਹਾਡੇ ਨਾਲ ਹੋਊ। ਇਹ ਲੈ ਕੇ ਚੱਲੋ। ਜਦ ਤੁਸੀਂ ਆਪਣੀਆਂ ਪੋਲੀਆਂ ਗੱਲਾਂ ਕਰੋਗੇ, ਸਿੱਧੀ ਪੰਜਾਬੀ 'ਚ ਗਈ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਕਿ ਇਹ ਲੈਫਟ ਵਾਲੇ ਸਿੱਖਦੇ, ਰਾਈਟ ਵਾਲੇ ਸੀ ਆਪਣੀ ਟੈਕਨੋਲੋਜੀ ਬਣਾਈ ਆ, ਫਿਰ ਅਸੀਂ ਆਪਣੇ ਆਪ ਨੂੰ ਫਿੱਟ ਕਰਦੇ ਹਾਂ ਉੱਥੇ ਦੇ ਸਿਸਟਮ 'ਚ, ਵਿਚ ਇਜ਼ ਫਾਈਨ। ਅਸੀਂ ਇੱਥੇ ਸਰਵਾਈਵ ਵੀ ਕਰਨਾ, ਅਸੀਂ ਇਹਨਾਂ ਕੰਟਰੀਜ਼ ਦੇ ਸਿਟੀਜ਼ਨਸ ਵੀ ਹੈਗੇ ਆ। ਬੜੇ ਗੱਲ ਖਿਆਲ ਰੱਖਿਓ, ਜੇ ਤੁਸੀਂ ਆਪਣੇ ਆਪ ਨੂੰ ਸਿੱਖ ਖਾਂਦੇ ਹੋ, ਉਹਦਾ ਨੰਬਰ 1 ਆਈਡੀਆ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ। ਜਦ ਇਹੋ ਜਿਹੀ ਜੈਨੋਸਾਈਡਲ ਸਿਚੁਏਸ਼ਨਸ ਆ ਜਾਂਦੀਆਂ ਨੇ, ਉੱਥੇ ਸੱਚ ਸੁਣਾਈ ਸੀ, ਸੱਚ ਕੀ ਵੇਲਾ ਇਜ਼ ਇੰਪੋਰਟੈਂਟ। ਅਦਰਵਾਈਜ਼ ਕੈਨੇਡਾ ਵਿੱਚ ਵੀ, ਇੱਥੇ ਦੀ ਪੋਲਿਟਿਕਸ ਦੇ ਵਿੱਚ ਵੀ ਜੈਨੋਸਾਈਡ ਕਰਨ ਦੀ ਵੀ ਮੈਨੀਪੂਲੇਸ਼ਨ ਤੁਸੀਂ ਆਪ ਦੇਖੀ ਹੈ ਪਿਛਲੇ 2 ਸਾਲਾਂ 'ਚ, ਬਿਕਾਜ਼ ਉੱਥੇ ਅਸੀਂ ਨਾਮ ਦੇ ਕਲਚਰ ਨਾਲ ਅਜੇ ਅਲਾਈਨ ਨਹੀਂ ਹੋਏ। ਸੋ ਆਮ ਗੋਇੰਗ ਨਾਓ ਕਮ ਟੂ ਵਰਡਸ, what does all this mean to us? ਇਹ ਜਿਹੜਾ ਹਾਊ ਤੇ ਵਾਟ ਪਾਰਟ ਹੈ ਨਾ, ਜੋ ਕਿਉਂ ਕਲੀਅਰ ਹੋ ਰਿਹਾ, ਕਿਉਂ ਇਜ਼ ਵੈਰੀ ਕਲੀਅਰ, ਵੀ ਵਿਲ ਬੀ ਦ ਟਾਰਗੇਟਸ। ਤੁਸੀਂ ਸਰਦਾਰ ਪਤਵੰਤ ਸਿੰਘ ਦੀ ਕਿਤਾਬ ਪੜ੍ਹ ਲਓ, ਉਹ ਵੀ ਇਹੀ ਲਿਖਦੇ ਨੇ। ਉਹਨਾਂ ਦੀ ਸਭ ਤੋਂ ਨੰਬਰ 1 ਅਵੇਲੇਬਲ ਬੁੱਕ ਹੈਗੀ ਆ ਵਰਲਡ ਵਿੱਚ ਇਸ ਵੇਲੇ ਸਿੱਖਾਂ ਦੇ ਉੱਤੇ। ਉਹਨਾਂ ਨੇ ਆਪਣੇ ਸ਼ੁਰੂਆਤ ਦੇ ਵਿੱਚ ਪਹਿਲੇ ਚੈਪਟਰ ਤੋਂ ਪਹਿਲਾਂ ਹੀ ਲਿਖਤਾ ਕਿ ਸਿੱਖਾਂ ਦੀ ਇੱਕ ਖਾਸ ਕਿਸਮ ਦੇ ਐਨਮੀ ਬਣ ਜਾਂਦੇ ਨੇ, ਕਿਉਂਕਿ ਸਿੱਖ ਕਿਸੇ ਦੇ ਨਾਲ ਸਾਈਡ ਨਹੀਂ ਲੈਂਦੇ, ਉਹ ਨਾਮ ਦਾ ਜਿਹੜਾ ਕਲਚਰ ਉਹਦੇ ਨਾਲ ਖੜੇ ਨੇ। ਇਹ ਨਾ ਇਕੱਲੇ ਮੀਰ ਨੇ, ਨਾ ਇਕੱਲੇ ਪੀਰ ਨੇ, ਇਹ ਤਾਂ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਨੂੰ ਚੈਲੰਜ ਕਰਦੇ ਨੇ। ਅੱਜ ਅਸੀਂ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਹਾਂ ਕਿ ਸਾਡੀ ਪੀੜੀ ਆਪ ਖਤਮ ਹੋਈ ਹੋਈ ਹੈ, ਸਾਡਾ ਨਾਮ ਅੰਦਰੋਂ ਨਹੀਂ ਜਾਗ ਰਿਹਾ। ਠੀਕ ਹੈ ਨਾ ਜੀ। ਸੋ ਐਕਚੁਅਲ ਸਿੱਖ ਦੀ ਨਿਸ਼ਾਨੀ ਆ ਉਹ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਨੂੰ ਚੈਲੰਜ ਕਰਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਲਿਖਿਆ 84 ਦਾ ਵੀ ਇਹ ਸਾਡੇ ਨਾਲ ਚੱਲ ਰਿਹਾ ਹੁਣ ਤੱਕ। ਜਿਹੜੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਿੱਖਾਂ ਦੇ ਜਿਹੜੇ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਨੇ, ਉਹ ਹਰ ਵੇਲੇ ਜਦ ਲੋੜ ਪੈਂਦੀ ਆ ਪੰਥਕ ਬਣ ਜਾਂਦੇ ਨੇ ਤੇ 84 ਦਾ ਮਸਲਾ ਚੱਕਦੇ ਨੇ, ਬਟ ਉਸ ਤੋਂ ਇਲਾਵਾ ਤਾਂ ਨਹੀਂ ਕਦੇ ਕੁਝ ਕਰਦੇ। ਤੁਸੀਂ ਪੋਲੀਟੀਕਲ ਗੱਲ ਛੱਡੋ, ਅਸੀਂ ਰੀਹੈਬਿਲਿਟੇਸ਼ਨ ਤੱਕ ਨਹੀਂ ਕਰ ਪਾਏ, ਸਾਡੇ ਅੰਕੜੇ ਤੱਕ ਨਹੀਂ ਹੈ ਨਹੀਂ, ਸਾਡੇ 1984 ਦੀ ਲਿਸਟ ਹੀ ਪੂਰੀ ਹੈ ਨਹੀਂ ਜੇ ਮੈਮੋਰਲਾਈਜ਼ ਵੀ ਤੁਸੀਂ ਕਰਨਾ ਪ੍ਰੋਪਰਲੀ। ਆਪਾਂ ਡਿਬੇਟ ਕਰਦੇ ਆ ਨਾ ਕਿ ਚਾੜੇ ਮੁਕਤਿਆਂ ਦੇ ਇਹ ਵਾਲੀ ਲਿਸਟ ਠੀਕ ਆ, ਇਹ ਵਾਲੀ ਲਿਸਟ ਠੀਕ ਆ, ਸਾਨੂੰ 84 ਦੀ ਕਿਉਂ ਨਹੀਂ ਹੋ ਗਈ ਹੁਣ ਤੱਕ? ਜੇ ਭਾਨ ਸਿੰਘ ਸੈਕਟਰੀ ਉਸ ਵੇਲੇ ਦਾ ਇੱਕ ਲਿਸਟ ਬਣਾ ਸਕਦਾ ਤੇ ਹੁਣ ਤੱਕ ਕਿਉਂ ਨਹੀਂ ਬਣ ਪਾਈ? ਰਾਈਟ, ਹੁਣ ਤਾਂ ਬੜੇ ਜਰੀਏ ਨੇ ਬਣਾਉਣ ਦੇ। ਮਾਈ ਪੁਆਇੰਟ ਇਸ, ਕਿਉਂਕਿ ਸਾਡੇ ਵੀ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ ਜਿਹੜਾ ਸਟੇਟ ਹੈ ਉਹਦੀ ਅਲਾਇੰਸ ਦੇ ਹਿੱਸੇ ਨੇ, ਇਸ ਕਰਕੇ ਉਹ ਤੁਹਾਨੂੰ ਵਾਏ ਦੇ ਲਈ ਕਿਉਂ ਹੋਇਆ ਇਹ ਤਾਂ ਉਹ ਸੋਚਣ ਹੀ ਨਹੀਂ ਦਿੰਦੇ। ਉਹ ਸਾਨੂੰ ਇੱਥੇ ਫਸਾ ਕੇ ਰੱਖਦੇ ਨੇ ਵੋਟ ਦੇ ਵਿੱਚ, ਕੀ ਹੋਇਆ, ਰਾਈਟ। ਫਿਰ ਆਪਾਂ ਕਹਿੰਦੇ ਜੀ ਕਿੰਨੇ ਟੈਂਕ ਗਏ, ਪਿੰਡਰਾਂ ਵਾਲੇ ਨੇ ਕੀ ਕਿਹਾ ਸੀ, ਪਿੰਡਰਾਂ ਵਾਲਾ ਅੰਦਰ ਕਿਉਂ ਰਿਹਾ, ਬਰਾੜ ਦਾ ਕੀ ਸਟੇਟਮੈਂਟ ਆ, ਫਿਰ ਇਹ ਗੱਲਾਂ 'ਚ ਲੱਗੇ ਰਹਿੰਦੇ। ਉਹ ਆਪਣੇ ਆਪ ਵਿੱਚ ਇੰਪੋਰਟੈਂਟ ਨੇ, ਬਟ ਉਹ ਲਾਰਜਰ ਥੀਸਿਸ ਵਿੱਚ ਇੰਪੋਰਟੈਂਟ ਨੇ। ਜੇ ਲਾਰਜਰ ਥੀਸਿਸ ਨਹੀਂ ਕਲੀਅਰ ਕਿ ਇਹ ਸੈਂਟਰ ਤੇ ਅਟੈਕ ਅੱਜ ਨਹੀਂ ਹੋਇਆ, ਪਹਿਲਾਂ ਤੋਂ ਹੀ ਹੋ ਰਿਹਾ, ਜਿਹਨੇ ਸੈਂਟਰ ਬਣਾਇਆ ਜਦ ਦਾ ਹੋ ਰਿਹਾ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਨਹੀਂ ਟੇਕਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਕਲਚਰ ਨੂੰ, ਥਾਟ ਨੂੰ ਇੰਪਲੀਮੈਂਟ ਕਰਦੇ ਨੇ, ਇਹ ਉਹਨਾਂ ਦੇ ਨਾਲ ਇਹ ਲੜਾਈ ਲੱਗਣੀ ਆ ਤੇ ਲੱਗਦੀ ਵੀ ਰਹੂਗੀ। ਇਹ ਬੜਾ ਕਲੀਅਰ ਹੈਗਾ। ਓਕੇ, ਲੈਟਸ ਕਮ ਬੈਕ ਟੂ ਗੁਰਬਾਣੀ ਅਗੇਨ। ਸੋ ਵਟ ਤੇ ਹਾਊ ਦੇ ਬਾਰੇ ਮੈਂ ਨਹੀਂ ਜਾ ਰਿਹਾ, ਇਹਦੇ ਬਾਰੇ ਬੜਾ ਕੁਝ ਅਵੇਲੇਬਲ ਆ, ਤੁਸੀਂ ਪੜ੍ਹ ਸਕਦੇ ਹੋ। ਆਈ ਹੈਵ ਡਨ ਦੋਜ਼ ਥਿੰਗਸ, ਲੋਟ ਆਫ ਪੀਪਲ ਹੈਵ ਰਿਟਨ ਇਟ, ਤੁਸੀਂ ਉਹਦੇ ਬਾਰੇ ਬੜਾ ਕੁਝ ਲੱਭ ਸਕਦੇ ਹੋ। ਮੈਂ ਤਾਂ ਇਹ ਵੀ ਕਹਾਂਗਾ, ਦੇਖੋ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਆਏ ਕਿ ਗੁਜਰਾਲ ਦੇ ਮੁੰਡੇ ਦਾ ਨਾਂ ਹੈਗਾ ਸੁਰੇਸ਼ ਗੁਜਰਾਲ, ਸੌਰੀ ਨਰੇਸ਼ ਗੁਜਰਾਲ। ਉਹ ਇਸ ਵੇਲੇ ਇੰਡੀਆ ਦੇ ਪੰਜਾਬ ਵੱਲੋਂ ਰਾਜ ਸਭਾ ਦਾ ਮੈਂਬਰ ਵੀ ਆ। 4 ਸਾਲ ਪਹਿਲਾਂ ਉਹਨੇ ਕਿਹਾ ਸੀ, ਕਹਿੰਦਾ ਨਵੰਬਰ 84 ਤਾਂ ਬੜਾ ਕਲੀਅਰ ਹੈ ਕੀ ਹੋਇਆ, ਸਰਕਾਰ ਜੂਨ 84 ਦੀ ਇਨਕੁਆਇਰੀ ਕਿਉਂ ਨਹੀਂ ਕਰਾ ਰਹੀ, ਬਿਕੋਜ਼ ਗਵਰਨਮੈਂਟ ਹੈਜ਼ ਸਮਥਿੰਗ ਟੂ ਹਾਈਡ। ਸਿੱਖ ਤਾਂ ਗੱਲ ਕਰ ਹੀ ਰਹੇ ਨੇ ਖੁੱਲ ਕੇ, ਭਾਵੇਂ ਸਾਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਭਾਵੇਂ ਬਾਬਾ ਜਰਨੈਲ ਸਿੰਘ ਭਿੰਡਰਾਂ ਵੱਲੋਂ ਜੋ ਮਰਜ਼ੀ ਕੋਈ ਕਹੀ ਜਾਵੇ। ਸਾਰੀਆਂ ਸਪੀਚਸ ਇੰਗਲਿਸ਼ ਵਿੱਚ ਅਵੇਲੇਬਲ ਨੇ, ਸਾਰੀਆਂ ਆਡੀਓ ਟੇਪਸ ਅਵੇਲੇਬਲ ਨੇ। ਉਸ ਆਡੀਓ ਟੇਪਸ ਵਿੱਚ 1 ਜਾਂ 2 ਗੱਲਾਂ ਨੂੰ ਫੜ ਕੇ ਇੰਨਾ ਵੱਡਾ ਖਲਾਰਾ ਪਾ ਦਿੰਦੇ ਨੇ, ਬਟ ਐਕਚੁਅਲੀ ਜੇ ਕੋਈ ਕੁਝ ਛੁਪਾ ਰਿਹਾ ਉਹ ਤਾਂ ਸਰਕਾਰ ਛੁਪਾ ਰਹੀ ਹੈ ਨਾ। ਤੇ ਹੁਣ ਇੰਡੀਆ ਦੇ ਰਾਜ ਸਭਾ ਦੇ ਮੈਂਬਰ ਪਿਛਲੇ 4 ਸਾਲ ਦੇ ਕਹਿ ਰਹੇ ਨੇ ਕਿ ਸਰਕਾਰ ਇਨਕੁਆਇਰੀ ਕਿਉਂ ਨਹੀਂ ਕਰਦੀ।
which means ਇਹ ਸਿਰਫ ਐਜ਼ ਅ ਡੇਟਾ ਮੈਂ ਪ੍ਰੈਜ਼ੈਂਟ ਕਰ ਰਿਹਾ ਕਿਉਂਕਿ ਅਸੀਂ ਬਹੁਤ ਛੋਟੀਆਂ ਗੱਲਾਂ 'ਚ ਫਸੇ ਹੋਏ ਹਾਂ। ਇੱਥੋਂ ਇਹ ਕਲੀਅਰ ਹੋ ਜਾਣਾ ਚਾਹੀਦਾ ਸਿੱਖਸ ਹੈਵ ਨਥਿੰਗ ਟੂ ਹਾਈਡ। ਅਸੀਂ ਤਾਂ ਚੀਜ਼ਾਂ ਦੱਸੀ ਜਾ ਰਹੇ ਹਾਂ ਵਾਰ-ਵਾਰ ਕਿ ਸਾਨੂੰ ਇਹ ਪਤਾ, ਜੇ ਤੁਹਾਨੂੰ ਬੈਟਰ ਪਤਾ ਤਾਂ ਦੱਸੋ, ਲਿਆਓ ਆਪਣੀ ਰਿਪੋਰਟ। ਵਾਈਟ ਪੇਪਰ ਤੁਹਾਡਾ ਗਲਤ ਸਾਬਤ ਹੋ ਚੁੱਕਿਆ ਕਿੰਨੀ ਵਾਰੀ, ਉਹਦੇ 'ਚ ਇੰਨੇ ਝੂਠ ਨੇ, ਉਹਦਾ ਇਹਨਾਂ ਐਨਾਲਿਸਿਸ ਛਪ ਚੁੱਕਿਆ। ਤੁਹਾਡੀ ਜਿਹੜੀ ਆਪਣੇ ਜਰਨੈਲ ਨੇ ਉਹਨਾਂ ਦੇ ਬਾਰੇ ਰਿਪੋਰਟ ਬਰਾਰ ਬਾਰੇ ਰਿਪੋਰਟ ਇੰਡੀਅਨ ਡਿਫੈਂਸ ਰਿਵਿਊ ਨੇ ਲਿਖੀ ਹੋਈ ਹੈ ਕਿ ਜਿਹੜਾ ਬੁਲਬੁਲ ਬਰਾੜ ਦਾ ਸਟੇਟਮੈਂਟ ਹੈਗੇ ਉਹਦੀ ਕਿਤਾਬ ਦੇ ਵਿੱਚ, ਕਹਿੰਦੇ ਬਿਲੀਵੇਬਲ ਨਹੀਂ ਹੈਗੇ। ਸੋ ਸਿੱਖਾਂ ਦਾ ਵਰਜਨ ਛੱਡੋ, ਉਹਨਾਂ ਦੀ ਆਪਣੇ ਇੰਡੀਅਨ ਡਿਫੈਂਸ ਰਿਵਿਊ ਕਹਿ ਰਿਹਾ ਦਿਸ ਇਜ਼ ਨਾਟ ਬਿਲੀਵੇਬਲ ਵਰਜਨ। ਸੋ ਮਾਈ ਪੁਆਇੰਟ ਇਜ਼ ਇਹਦੇ ਬਾਰੇ ਆਪਾਂ ਜੇ ਕਾਊਂਟਰ ਕਰਨਾ ਉਹ ਸਾਰੇ ਨਹੀਂ ਕਰ ਸਕਦੇ, ਜਿਨ੍ਹਾਂ ਨੇ ਕਰਨਾ ਉਹ ਇਹ ਜ਼ਰੂਰ ਸਮਝਣ ਘੱਲੂਘਾਰਾ ਟ੍ਰੈਡੀਸ਼ਨ ਕੀ ਆ। ਫਿਰ ਅਸੀਂ ਜਿਸ ਤਰ੍ਹਾਂ ਦੇ ਸਵਾਲ ਜਾਂ ਜਵਾਬ ਉਠਾਵਾਂਗੇ 1984 ਬਾਰੇ, ਉਹ ਉਸ ਸੰਦਰਭ 'ਚ ਹੋਣਗੇ ਜਿਵੇਂ 1760s ਵਿੱਚ ਹੋਏ ਜਾਂ 1740s ਵਿੱਚ ਹੋਏ ਜਾਂ 1716 ਵਿੱਚ ਵੀ ਹੋਏ। ਤੇ ਉਹਨਾਂ ਨੂੰ ਆਨਸਰ ਦੇਣ ਲਈ ਸਾਨੂੰ ਹੋਰ ਪਿੱਛੇ ਜਾਣਾ ਪੈਣਾ ਕਿ ਪਹਿਲਾ ਕੰਮ ਹੁੰਦਾ ਜਦ ਤੁਹਾਡੇ ਇੰਸਟੀਟਿਊਸ਼ਨ ਨਹੀਂ ਹੁੰਦੇ, ਫਿਰ ਤੁਸੀਂ ਗੱਲ ਹੀ ਕਰ ਸਕਦੇ ਹੋ ਜੋ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਪੂਰੀ, ਤੇ ਉਹਦੇ ਲਈ ਸਜ਼ਾ ਵੀ ਕੀਤੀ ਪੂਰੀ, ਰਾਈਟ, ਜੇਲ੍ਹ ਦੇ ਵਿੱਚ। ਜਦ ਤੁਹਾਡੇ ਇੰਸਟੀਟਿਊਸ਼ਨ ਹੋ ਜਾਂਦੇ ਫਿਰ ਉਹਨਾਂ ਦਾ ਕੰਮ ਹੁੰਦਾ ਕਿ ਆਪਣਾ ਨੈਰੇਟਿਵ ਦੇਣਾ। ਗੁਰੂਆਂ ਨੇ ਦਿੱਤਾ ਆਪਣਾ ਨੈਰੇਟਿਵ, ਦਿਸ ਇਜ਼ ਵਾਈ ਵੀ ਹੈਵ ਜ਼ਫਰਨਾਮਾ ਆਲਸੋ, ਨਹੀਂ ਤਾਂ ਆਪਾਂ ਔਰੰਗਜ਼ੇਬ ਦੀ ਗੱਲ ਹੀ ਮੰਨੀ ਜਾਣੀ ਸੀ, ਸਟੇਟ ਦੀ ਗੱਲ ਹੀ। ਦਿਸ ਇਜ਼ ਵਾਈ ਵੀ ਨੋ ਕਿ ਮੀਰੀ ਪੀਰੀ ਦੇ ਮਾਲਕ ਨੇ ਕੀ ਸਟੇਟਮੈਂਟ ਦਿੱਤੇ ਜਹਾਂਗੀਰ ਨੂੰ ਕਿ ਅਸੀਂ ਜੰਗਾਂ ਕਿਉਂ ਲੜ ਰਹੇ ਹਾਂ, ਰਾਈਟ। ਦਿਸ ਇਜ਼ ਹਾਊ ਵੀ ਨੋ ਕਿ ਜਦ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ, ਗਿਆਨ ਰਤਨਾਵਲੀ ਸਾਡੇ ਕੋਲ ਆ, ਉਸ ਵੇਲੇ ਸਾਨੂੰ ਪਤਾ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਹਿਤਾ ਕਿ ਜਦ ਦੋ ਸਿੱਖ ਉਹਨਾਂ ਨੂੰ ਮਿਲਣ ਗਏ 2 ਰਾਤ ਪਹਿਲਾਂ ਅਕਾਲ ਚਲਾਣੇ ਤੋਂ, ਆਪਾਂ ਐਕਚੁਅਲੀ ਅਕਾਲ ਚਲਾਣਾ ਨਹੀਂ ਮੰਨਦੇ ਸਿੱਖ ਪਰੰਪਰਾ ਵਿੱਚ, ਆਪਾਂ ਮੰਨਦੇ ਹਾਂ ਕਿ ਰਹਿੰਦੇ ਗੁਰ ਦਰਿਆਓ ਵਿੱਚ ਜਦ 2 ਸਿੱਖ ਗਏ, ਉਹਨਾਂ ਨੇ ਕਹਿਤਾ ਗੁਰੂ ਅਰਜਨ ਪਾਤਸ਼ਾਹ ਨੇ ਕਹਿਤਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਹੁਣ 2 ਤਲਵਾਰਾਂ ਲੈ ਕੇ ਆਉਣਗੇ, ਨਾਓ ਇਟਸ ਟਾਈਮ ਵੀ ਹੈਵ ਟਰਾਈਡ ਅਦਰ ਥਿੰਗਸ, ਵੀ ਵਿਲ ਫਾਈਟ them now। ਸਿੱਖ ਨਜ਼ਰੀਆ ਸਮਝਣਾ ਜ਼ਰੂਰੀ ਹੈ। ਅਸੀਂ ਫਾਈਟਰਸ ਨਹੀਂ ਹੈਗੇ, ਅਸੀਂ ਨਾਮ ਦੇ ਕਲਚਰ ਦੇ ਵਿੱਚ ਅਬਜ਼ੌਰਬਡ ਹੈਗੇ, ਉਹਦੇ ਵਿੱਚ ਸਾਡੀ ਲਿਵ ਲੱਗੀ ਹੋਈ ਹੈ, ਤੇ ਜਿਹਦੀ ਲਿਵ ਲੱਗੀ ਆ ਉਹ ਸੱਚ ਸੁਣਾਏ ਕਿ ਸੱਚ ਕੀ ਵੇਲਾ ਤੋਂ ਸ਼ੁਰੂ ਕਰੂਗਾ ਆਪਣੀ ਤਿਆਰੀ। ਪਹਿਲੀ ਗੱਲ ਤਾਂ ਇਹੀ ਹੁੰਦੀ ਹੈ ਨਾ ਕਿ ਬੋਲਣ ਦੀ ਹਿੰਮਤ ਹੋਵੇ, ਜਿੱਥੇ ਲੋੜ ਆ ਉੱਥੇ ਬੋਲਣ ਦੀ, ਤੇ ਪੂਰੀ ਤਿਆਰੀ ਉਹ ਹੋਊਗੀ ਕਿ ਜਦ ਸਾਰੇ ਤਰੀਕੇ ਅਸੀਂ ਅਪਣਾ ਲਏ ਫਿਰ ਫਿਜ਼ੀਕਲੀ ਐਜ਼ ਅ ਵਾਰੀਅਰ ਟ੍ਰੈਡੀਸ਼ਨ ਦਾ ਵੀ ਹਿੱਸਾ ਬਣਨਾ। ਇਹ ਆ ਨਾਮ ਦਾ ਕਲਚਰ, ਇਹ ਹੈਗਾ ਘੱਲੂਘਾਰੇ ਟ੍ਰੈਡੀਸ਼ਨ ਦੇ ਵਿੱਚ ਡੀਲ ਕਰਨਾ। ਫਿਰ ਜਦ ਹਾਫ ਆਫ ਸਿੱਖ ਪੋਪੂਲੇਸ਼ਨ ਵੀ ਮਾਰਤੀ, ਸ਼ਹੀਦ ਕਰਤੀ, 1/3 ਦਾ ਸਿੱਖ ਪੋਪੂਲੇਸ਼ਨ ਵੀ ਸ਼ਹੀਦ ਕਰਤੀ, ਉਸ ਵੇਲੇ ਤਾਂ ਸਿੱਖਾਂ ਨੇ ਇਹ ਨਹੀਂ ਕਿਹਾ ਕਿ ਅਬਦਾਲੀ ਇਹ ਕਿਉਂ ਕਰ ਰਿਹਾ, ਉਹਨਾਂ ਨੇ ਕਿਹਾ ਕੋਈ ਨਹੀਂ, ਭਾਵੇਂ ਮੀਰ ਮੰਨੂ ਇਹ ਕਰ ਰਿਹਾ, ਕਹਿੰਦੇ ਕੋਈ ਨਹੀਂ, ਅਸੀਂ ਫਿਰ ਡਬਲ ਤੇ ਟ੍ਰਿਪਲ ਹੋਵਾਂਗੇ। ਦੇਖੋ ਇਹ ਆ ਫਰਕ ਮਾਈਂਡਸੈਟ ਦਾ। ਹੁਣ ਸਾਡਾ ਮਾਈਂਡਸੈਟ ਵੀ ਚੇਂਜ ਕਰ ਦਿੱਤਾ ਗਿਆ, ਇੰਨੀ ਜ਼ਿਆਦਾ ਪ੍ਰੋਪੇਗੈਂਡਾ ਵਾਰ ਹੋ ਰਹੀ ਹੈ। ਪਹਿਲਾ ਮਾਈਂਡਸੈਟ ਸੀ ਵੀ ਵਿਲ ਬੀ ਪ੍ਰੀਪੇਅਰਡ, ਦੈਟਸ ਓਕੇ, ਲੈਟਸ ਪ੍ਰੀਪੇਅਰ ਬੈਟਰ। ਇਹ ਮਾਈਂਡਸੈਟ ਜਿਵੇਂ ਅੱਜ ਦੇ ਹੁਕਮ ਵਿੱਚ ਵੀ ਆਇਆ, ਅੱਜ ਦੇ ਹੁਕਮ ਆਇਆ ਕਿ ਅਸੀਂ ਤਾਂ ਹਰ ਦੇ ਨਾਲ ਜੁੜਨਾ, ਸਾਡੀ ਖਲਾਸੀ ਉੱਥੋਂ ਹੋਣੀ ਆ, ਕਿਸੇ ਸਰਕਾਰ ਨੇ ਸਾਡੀ ਖਲਾਸੀ ਨਹੀਂ ਕਰਨੀ। ਇਹ ਮਾਈਂਡਸੈਟ ਦੇ ਵਿੱਚ ਘੱਲੂਘਾਰਾ ਟ੍ਰੈਡੀਸ਼ਨ, ਜਿਹਨੂੰ ਅਸੀਂ ਡਾਰਕ ਪੀਰੀਅਡ ਕਈ ਹਿਸਟੋਰੀਅਨ ਲਿਖਦੇ ਨੇ, ਤੁਸੀਂ ਇਹ ਲੈ ਕੇ ਚੱਲੋ ਕਿ ਜਦ ਇੰਨੇ ਘੱਲੂਘਾਰੇ ਹੋਏ, ਦਿਸ ਇਜ਼ ਦ ਗੋਲਡਨ ਪੀਰੀਅਡ ਆਫ ਸਿੱਖ ਹਿਸਟਰੀ, ਕਿ ਜਿਹਨੂੰ ਕਹਿੰਦੇ ਆ ਨਾ ਨਾਜ਼ੀ ਜਰਮਨੀ ਵਿੱਚ ਵੀ ਕਿਹਾ ਜਾਂਦਾ, ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਮਾਰਦਾ, ਤੇ ਇੱਕ ਚੈਂਬਰ ਵਾਲੇ ਦੀ ਟੈਸਟਮਨੀ ਹੈ, ਉਹ ਕਹਿੰਦੇ ਕਿ ਇਹਨੇ ਕਿੱਥੇ ਮਾਰਨਾ ਸੀ, ਅਜੇ ਮੇਰਾ ਮਨ ਕਾਇਮ ਹੈਗਾ। ਸਿੱਖਾਂ ਦੇ ਵਿੱਚ 1 ਜਾਂ 2 ਬੰਦਿਆਂ ਦੀ ਟੈਸਟਮਨੀ ਨਹੀਂ ਆ, ਹਜ਼ਾਰਾਂ ਦੀ ਟੈਸਟਮਨੀ 18th ਸੈਂਚੁਰੀ ਵਿੱਚ ਇਹ ਸੀ, ਠੀਕ ਹੈ ਜੀ। ਸੋ ਵਾਟ ਤੇ ਹਾਊ ਦੇ ਵਿੱਚ ਜੇ ਤੁਸੀਂ ਡੀਟੇਲ ਦੇ ਵਿੱਚ ਜਾਣਾ, ਵਾਈ ਸਿੱਖ ਨਜ਼ਰੀਏ ਨੂੰ ਲੈ ਕੇ ਜਾਓ, ਸਮਝੋ ਇਸ ਨੂੰ ਕਿ ਘੱਲੂਘਾਰੇ ਕਿਉਂ ਹੁੰਦੇ ਨੇ, ਸੱਚ ਕਿਉਂ ਸੁਣਾਉਣਾ, ਇਹਨੂੰ ਐਡਰੈਸ ਕਿਵੇਂ ਕਰਨਾ। 2 more things and then we'll open up to question answer session। ਇਹ ਜਿਹੜੇ ਲਫ਼ਜ਼ ਆ ਰਹੇ ਨੇ ਇਹਦੇ ਵਿੱਚ ਤੁਸੀਂ ਹੋਰ ਜੋੜ ਲਓ। ਕੋਈ ਕਹਿੰਦਾ ਰਾਇਟਸ, ਮੈਂ ਹੈਰਾਨ ਆ, ਕੱਲ ਰਿਪੋਰਟ ਆਈ ਹੈ ਨਵੀਂ, ਈਵਨ US ਵਰਗੀ ਥਾਂ ਵਿੱਚ ਵੀ ਜਿਹੜੀ ਟੀਮ ਬੈਠੀ ਆ, ਉਹਨਾਂ ਨੇ ਵੀ ਟਰਮ ਰਾਇਟ ਯੂਜ਼ ਕਰ ਲਿਆ 84 ਲਈ। ਹਿੰਦੁਸਤਾਨੀ ਪੇਪਰ ਤਾਂ ਜਾਣ ਕੇ ਕਰਦੇ ਨੇ ਬਿਕੋਜ਼ ਆਫ ਪ੍ਰੋਪੇਗੈਂਡਾ ਵਾਰ ਦਾ ਹਿੱਸਾ। ਜਿਹੜੇ ਕਈ ਲਾਇਰਸ ਵੀ ਇਸ ਇਸ਼ੂਜ਼ ਤੇ ਕੰਮ ਕਰਦੇ ਨੇ, ਉਹ ਵੀ ਐਂਟੀ ਰਾਇਟ ਲਿਖੀ ਜਾਂਦੇ ਨੇ, ਐਂਟੀ ਸਿੱਖ ਰਾਇਟਸ। ਸੋ ਇਹ ਟਰਮੀਨੋਲੋਜੀ ਦੇ ਵਿੱਚ ਵੀ ਪੋਲਿਟਿਕਸ ਹੁੰਦੀ ਹੈ, ਸਾਡਾ ਟਰਮ ਨਹੀਂ ਆ। ਲੀਗਲੀ ਕਿਹੜੇ ਕੰਟਰੀ ਵਿੱਚ ਕੀ ਯੂਜ਼ ਕਰਨਾ ਉਹਨਾਂ ਦੀ ਮਰਜ਼ੀ ਆ, ਉਹਨਾਂ ਦੀ ਆਪਣੀ ਪੋਲਿਟਿਕਸ ਆ। ਸਰਦਾਰ ਇੰਦਰਜੀਤ ਸਿੰਘ ਜੱਜੀ ਨੇ ਪੂਰੀ ਕਿਤਾਬ ਹੀ ਲਿਖੀ ਹੋਈ ਹੈ ਪੋਲਿਟਿਕਸ ਆਫ ਜੈਨੋਸਾਈਡ ਇਹਦੇ ਬਾਰੇ। ਬਟ ਸਾਡਾ ਟਰਮ ਇਹ ਆ, ਇਹ ਵੱਡੇ ਟਰਮ ਨੇ, ਇਹ ਯਹੂਦੀਆਂ ਨਾਲ ਰਿਲੇਟਡ ਆ। ਰਾਇਟ ਟਰਮ ਤਾਂ ਬਿਲਕੁਲ ਹੀ ਹੈ ਨਹੀਂ, ਅਸੀਂ ਨਹੀਂ ਕਰਦੇ ਰਾਇਟ ਰੂਇਟ ਜਿਹੜੇ ਇੱਕੋ ਤਰਫੋਂ ਮਾਰੇ ਸਾਰੇ 84 ਦੇ ਵਿੱਚ।
ਨਵੰਬਰ ਵਾਲਾ ਵੀ ਸੀ, 2 ਡਿਫਰੈਂਟ ਆਪਰੇਸ਼ਨ ਨੇ। ਪਹਿਲਾ ਆਪਰੇਸ਼ਨ ਸੀ ਪੂਰੇ ਪੰਜਾਬ ਦੇ ਲਈ, ਦੂਸਰਾ ਆਪਰੇਸ਼ਨ ਸੀ ਆਊਟਸਾਈਡ ਪੰਜਾਬ ਦੇ ਲਈ। ਇਹਦੇ ਬਾਰੇ ਵੀ ਕੋਈ ਸ਼ੱਕ ਨਹੀਂ, ਸੰਗਤ ਸਿੰਘ ਦੀ ਕਿਤਾਬ ਦੇ ਵਿੱਚ ਬੜਾ ਵੇਰਵਾ ਦਿੱਤਾ ਹੋਇਆ ਇਹਦਾ। ਸੋ ਪੁਆਇੰਟ ਇਸ ਕਿ ਆਪਣੀ ਵੋਕੈਬਲਰੀ ਵਰਤੋ। ਮਾਸ ਪੂਰੀ ਅਸੀਂ ਕਿਉਂ ਨਹੀਂ ਆਖ ਦਿੰਦੇ, ਰਾਈਟ? ਮੀਰ ਆਪਾਂ ਕਹੀਏ ਕਿ ਰਿਲੀਜੀਅਸ ਤੇ ਪੋਲੀਟੀਕਲ ਲੀਡਰ ਦੋਨੋਂ ਹੀ ਬਦਮਾਸ਼ੀ ਕਰ ਰਹੇ ਨੇ ਸਾਡੀ ਵੀ, ਜਸਟ ਲਾਈਕ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੋਇਆ। ਐਂਡ ਵੀ ਵਿਲ ਦੈਨ ਅੰਡਰਸਟੈਂਡ ਕਿ ਜਿਹੜੇ ਸਟੇਟਮੈਂਟ ਲੱਗਦੇ ਨੇ ਦਿੱਲੀ ਤੋਂ, ਪੰਜਾਬ ਤੋਂ, ਉਹ ਕਿਸ ਤਰ੍ਹਾਂ ਦੇ ਲੱਗ ਰਹੇ ਨੇ। ਜੇ ਸਾਡੇ ਆਪਣੇ ਜਥੇਦਾਰ ਵੀ ਕਦੇ ਕੁਝ ਕਰਦੇ ਨੇ, ਕਦੇ ਕੁਝ। 34 ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਜੀ, ਪੰਜਾਬ ਦੇ ਵਸਦੇ ਸਿੱਖਾਂ ਨੇ ਪ੍ਰੋਪਰ ਰਿਸਪੌਂਸ ਦਿੱਤਾ ਸੀ ਮਚ ਬਿਫੋਰ ਅਕਾਲ ਤਖਤ ਦੇ ਜਥੇਦਾਰਾਂ ਨੇ ਦਿੱਤਾ ਸੀ। ਪੰਜਾਬ ਦੇ ਲੋਕਾਂ ਨੇ ਵੋਟ ਪਾਈ ਹੈ 80s ਵਿੱਚ, ਦੇਖੋ ਕਿਸ ਤਰ੍ਹਾਂ ਪਾਈ ਹੈ। ਬੇਅੰਤ ਸਿੰਘ, ਸੈਨ ਸਿੰਘ, ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਪੰਥ ਨੇ ਸ਼ਹੀਦ ਮੰਨਿਆ। ਸਰਕਾਰ ਤਾਂ ਉਹਨਾਂ ਦੀ ਰਿਪੋਰਟ ਨੂੰ ਵੀ ਪਬਲਿਕ ਨਹੀਂ ਕਰ ਰਹੀ ਅੱਜ ਕੱਲ੍ਹ, ਜਸਟ ਸੋ ਯੂ ਨੋ। ਅਨੰਤ ਰਾਮ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਜੱਜ ਸੀਗਾ, ਉਹਨੇ ਬਾਅਦ 'ਚ ਕਿਤਾਬ ਲਿਖੀ ਹੈ, ਮੈਂ ਉਹਨੂੰ ਮਿਲ ਕੇ ਆਇਆ 2 ਵਾਰੀ ਅਰਲੀਅਰ ਡੇਜ਼ ਵਿੱਚ। ਮੈਂ ਕਿਹਾ ਰਿਪੋਰਟ ਕਿਉਂ ਨਹੀਂ ਪਬਲਿਕ ਕਰਦੇ? ਕਹਿੰਦੇ ਮੈਂ ਕੀ ਕਰ ਸਕਦਾ, ਅਸੀਂ ਕਰ ਹੀ ਨਹੀਂ ਸਕਦੇ, ਕਿਉਂਕਿ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਬਿੱਲ ਪਾਸ ਕੀਤਾ ਜਿਹਦੇ ਵਿੱਚ ਕਿਹਾ ਕਿ ਰਿਪੋਰਟ ਪਬਲਿਕ ਨਹੀਂ ਹੋਣੀ ਚਾਹੀਦੀ। ਸੋ ਇਫ ਐਨੀਵਨ ਸੇਜ਼ ਨਾ, ਤੁਹਾਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਕਿ ਸਿੱਖ ਗੱਲਾਂ ਛੁਪਾਉਂਦੇ ਨੇ ਜਾਂ ਅਸੀਂ ਇਹ ਗੱਲਾਂ ਬਣਾਉਂਦੇ ਆ। ਅਸੀਂ ਤਾਂ ਸਾਰੀਆਂ ਗੱਲਾਂ ਪਬਲਿਕਲੀ ਰੱਖਤੀਆਂ ਨੇ, ਤੇ ਜੇ ਕਿਸੇ ਨੂੰ ਹੋਰ ਪਤਾ ਕਿ ਪਬਲਿਕਲੀ ਲੈ ਆਓ ਸਾਰੀਆਂ ਰਿਪੋਰਟਾਂ ਨੂੰ। ਲੈਟਸ ਹੈਵ ਐਨ ਓਪਨ ਕਨਵਰਸੇਸ਼ਨ। ਐਂਡ ਉਸ ਕਨਵਰਸੇਸ਼ਨ ਦੇ ਵਿੱਚ ਜਿਹੜੇ ਸਿੱਖਾਂ ਨੇ ਕਰਨੀ ਆ, ਉਹ ਆਪਣਾ ਕਿਉਂ ਤੇ ਆਪਣਾ 84 ਤੇ ਘੱਟੋਕਾਰਾ ਸਮਝੋ ਬਹੁਤ ਜ਼ਰੂਰੀ ਹੈ। ਤੇ ਜਿਨ੍ਹਾਂ ਨੇ ਇਸ ਤੇ ਰਿਹੈਬਿਲਿਟੇਸ਼ਨ ਤੇ ਡਾਕੂਮੈਂਟੇਸ਼ਨ ਤੇ ਫਿਲਮ ਮੇਕਰ ਤੇ ਅਵੇਅਰਨੈਸ ਤੇ ਕੰਮ ਕਰਨਾ, ਉਹਨਾਂ ਲਈ ਜ਼ਰੂਰੀ ਨਹੀਂ ਆ, ਉਹਨਾਂ ਲਈ ਅਤ ਜ਼ਰੂਰੀ ਹੈ। ਅਦਰਵਾਈਜ਼ ਵੀ ਵਿਲ ਨਾਟ ਬੀ ਏਬਲ ਟੂ ਟੈਲ ਗੁਰਬਾਣੀ ਮੁਤਾਬਕ, ਗੁਰੂ ਸਾਹਿਬ ਦੇ ਆਪਣੇ ਪਿੰਡੇ ਤੇ ਹਟਾਈ ਹੋਈ ਹਿਸਟਰੀ ਮੁਤਾਬਕ, ਤੇ ਜਿਹੜੀ 18th ਸੈਂਚੁਰੀ ਹਿਸਟਰੀ ਆ ਤੇ ਸਾਡੀ ਜਿਹੜੀ 20th ਸੈਂਚੁਰੀ ਹਿਸਟਰੀ ਆ, ਉਹ ਸਾਰੇ ਨਜ਼ਰੀਏ ਦੇ ਵਿੱਚ ਇੱਕ ਇੱਕ ਕੜੀ ਵਿੱਚ ਚੱਲ ਰਿਹਾ। ਇਸ ਨੂੰ ਉੜਕ ਮੁਕੇਗੀ ਰਾਤ ਕਵਿਤਾ ਵਿੱਚ ਵੀ ਬੜਾ ਚੰਗੇ ਤਰੀਕੇ ਨਾਲ ਰੰਧਾਵਾ ਸਾਹਿਬ ਨੇ ਕੈਪਚਰ ਕੀਤਾ ਹੋਇਆ, ਜਿਹੜੇ ਹੁਣ ਪੂਰੇ ਹੋ ਗਏ ਨੇ, ਜਿਨ੍ਹਾਂ ਨੇ 84 'ਚ ਉਹ ਕਵਿਤਾ ਲਿਖਤੀ ਸੀ ਦਿੱਲੀ 'ਚ ਬੈਠੇ, ਤੇ ਹੋਰ ਕਵਿਤਾਵਾਂ ਵਿੱਚ ਵੀ ਕੈਪਚਰ ਕੀਤਾ ਹੋਇਆ। ਬਟ ਮੈਂ ਐਜ਼ ਅ ਸਿੱਖ ਆਡੀਅנס ਨੂੰ ਇਹ ਕਹਿ ਰਿਹਾ, ਸਾਡੇ ਲਈ ਬਾਣੀ ਤੋਂ ਸ਼ੁਰੂ ਹੁੰਦਾ ਕੰਮ। ਬਾਣੀ ਵਿੱਚ ਇੰਨਾ ਜ਼ਬਰਦਸਤ ਲੈਵਲ ਤੇ ਸਿੱਧੇ ਲੈਵਲ ਤੇ ਹੀ ਦੱਸਿਆ ਹੋਇਆ ਕਿ ਕਿਉਂ ਹੁੰਦਾ ਤੇ ਹੁੰਦਾ ਰਹੂਗਾ। ਤੇ ਤੁਹਾਡੀ ਤਿਆਰੀ ਹੋ ਜਾਣੀ ਚਾਹੀਦੀ ਆ ਕਿ ਤੁਸੀਂ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਮਿਨੀਮਮ ਸਟਾਰਟਿੰਗ ਪੁਆਇੰਟ ਇਹ ਆ। ਹੁਣ ਜਦ ਸਾਰੀ ਗੱਲ ਕਰ ਰਹੇ 84 ਦੀ, ਇਟਸ ਨਾਟ ਅ ਗ੍ਰੇਟ ਥਿੰਗ, ਸਾਰੇ ਕਰ ਹੀ ਰਹੇ ਨੇ। ਹੁਣ ਤਾਂ ਗੱਲ ਇਹ ਹੋਣੀ ਚਾਹੀਦੀ ਆ ਕਿ ਜਿਹੜੀ ਜਿੱਥੇ ਇੰਨਾ ਚਿਰ ਹੋ ਚੁੱਕਿਆ, ਜਿੱਥੇ ਜੇ ਤੁਸੀਂ ਬਾਹਰ ਬੈਠੇ ਹੋ, ਜਿਹੜੇ ਚਾਹੁੰਦੇ ਨੇ ਤੁਸੀਂ ਘੱਲੂਘਾਰਾ ਟਰਮ ਯੂਜ਼ ਕਰੋ, ਤੇ ਜਿਨ੍ਹਾਂ ਨੇ ਰਿਸਪੌਂਸ ਦਿੱਤਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਡਿਫੈਂਡ ਕਰ ਰਹੇ? ਆਪਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਡਿਫੈਂਡ ਕਰਦੇ ਹੀ ਆ, ਬਘੇਲ ਸਿੰਘ ਨੂੰ ਡਿਫੈਂਡ ਕਰਦੇ ਹੀ ਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਡਿਫੈਂਡ ਕਰਦੇ ਹੀ ਆ। Why are we not able to defend from a Sikh perspective angle ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀ? That's the question. Again, ਇਹ ਟਫ ਹੈਗੀ ਗੱਲ, ਬਟ ਰਿਮੈਂਬਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ, ਉਹਨਾਂ ਨੇ ਕਿਹਾ ਜਿੱਥੇ ਟਫ ਗੱਲ ਕਰਨੀ ਆ ਉੱਥੇ ਗਿਆਨ ਤੋਂ ਸ਼ੁਰੂ ਕਰੋ। ਨਾਮ ਦੇ ਕਲਚਰ ਨੂੰ, ਇੱਕ ਓਂਕਾਰ ਨੂੰ, ਗੁਰੂ ਨਾਨਕ ਸਾਹਿਬ ਨੂੰ ਸਮਝਣਾ ਇਸ ਕਰਕੇ ਜ਼ਰੂਰੀ ਆ। ਫਿਰ ਅਸੀਂ 84 ਪ੍ਰਤੀ ਵੀ ਆਪਣੀ ਇੱਕ ਰਿਲੇਟਿਵਲੀ ਬੈਟਰ ਜ਼ਿੰਮੇਵਾਰੀ ਦੇ ਸਕਾਂਗੇ, ਕਰ ਸਕਾਂਗੇ ਪੂਰੀ। ਅਦਰਵਾਈਜ਼ ਇੱਕ ਜਨਰੇਸ਼ਨ ਚਲੀ ਗਈ ਆ, 30 years is considered one generation। ਹੁਣ ਸੈਕਿੰਡ ਨਵੀਆਂ ਜਨਰੇਸ਼ਨ ਆ ਗਈਆਂ ਜਿਨ੍ਹਾਂ ਨੂੰ 84 ਬਾਰੇ ਕੁਝ ਨਹੀਂ ਪਤਾ, ਤੇ ਜੇ ਉਹ ਇਕੱਲੇ ਗੂਗਲ ਕਰਕੇ ਪੜ੍ਹਨਗੀਆਂ ਤੇ ਉਹਨਾਂ ਨੂੰ ਸਿੱਖ ਨਜ਼ਰੀਆ ਨਹੀਂ ਮਿਲੂਗਾ, ਕੁਝ ਵਟ ਤੇ ਹਾਂ ਪਤਾ ਲੱਗ ਜੂ। ਜੇ ਸਿੱਖ ਨਜ਼ਰੀਆ ਦੇਣਾ, ਤੁਹਾਨੂੰ ਬਾਣੀ ਨਾਲ, ਗੁਰੂ ਨਾਨਕ ਪਾਤਸ਼ਾਹ ਨਾਲ ਜੋੜਨਾ ਹੀ ਪੈਣਾ ਗੱਲ। ਫਿਰ 18th ਸੈਂਚੁਰੀ ਦੇ ਸਿੱਖਾਂ ਨਾਲ ਜੋੜੋ, ਫਿਰ 20th ਸੈਂਚੁਰੀ ਦੇ ਸਿੱਖਾਂ ਨਾਲ ਜੋੜੋ। ਫਿਰ ਜਦ ਤੁਹਾਡੀ ਤਿਆਰੀ ਹੋ ਜਾਊਗੀ, ਫਿਰ 2018 ਵਿੱਚ ਕੀ ਕਰਨਾ, then you are ready to address it। ਅਦਰਵਾਈਜ਼ ਜਿਹੜੇ ਐਡਰੈਸ ਕਰ ਰਹੇ ਨੇ ਥੱਕ ਜਾਂਦੇ ਨੇ ਜਾਂ ਕੁਝ ਹੋਰ ਬਣ ਜਾਂਦੇ ਨੇ, ਕਿਉਂਕਿ ਅਜੇ ਉਹ ਨਾਮ ਦਾ ਕਲਚਰ ਨਹੀਂ ਕਲੀਅਰ। ਨਾਮ ਦੇ ਕਲਚਰ ਵਿੱਚ ਰਿਸਪੌਂਸ ਕਿੱਥੋਂ ਪੈਦਾ ਹੁੰਦਾ। ਓਕੇ ਜੀ, ਇੱਥੇ ਮੈਂ ਗੱਲ ਆਪਣੀ ਰੋਕਦਾ ਹੈਗਾ। ਹੋਪਫੁਲੀ ਤੁਹਾਨੂੰ ਕੁਝ ਆਈਡੀਆਜ਼ ਮਿਲੇ ਹੋਣਗੇ ਕਿਉਂ ਦੇ ਬਾਰੇ, ਤੇ ਗੁਰਬਾਣੀ ਮੁਤਾਬਕ ਕਿਵੇਂ ਦੇਖਣਾ ਹੈਗਾ ਇਹ ਜੈਨੋਸਾਈਡਲ ਕੈਂਪੇਨਸ ਨੂੰ। ਆਪਣਾ ਹੁਣ ਫਾਰਮੈਟ ਇਹ ਹੈਗਾ, ਤੁਸੀਂ ਕੋਈ ਵੀ ਸਵਾਲ ਜਾਂ ਕਮੈਂਟ ਕਰ ਸਕਦੇ ਹੋ, 30 ਸੈਕਿੰਡ ਤੁਸੀਂ ਲੈ ਸਕਦੇ ਹੋ, ਕਿਉਂਕਿ ਕਾਫੀ ਆਡੀਅנס ਨੇ। ਵੀ ਵਾਂਟ ਟੂ ਮੇਕ ਸ਼ੋਰ ਕਿ ਜਿਹੜੇ ਵੀ ਚਾਹੁੰਦੇ ਨੇ ਗੱਲ ਕਰਨਾ, ਉਹਨਾਂ ਦੀ ਗੱਲ ਸੁਣੀ ਜਾ ਸਕੇ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ 2 ਮਿੰਟ ਦੇ ਵਿੱਚ ਆਪਣਾ ਰਿਸਪੌਂਸ ਦੇ ਸਕਾਂ। ਸੋ ਜਿਨ੍ਹਾਂ ਨੇ ਪੁੱਛਣਾ ਹੈਗਾ, ਕਿਉਂਕਿ ਫੇਸਬੁੱਕ ਲਾਈਵ ਹੋ ਰਿਹਾ, ਹਮ ਟੋਲਡ ਕਿ ਤੁਸੀਂ ਜੇ ਇੱਥੇ ਆ ਕੇ ਕੁਐਸਚਨ ਪੁੱਛ ਲਓਗੇ। ਜਿਨ੍ਹਾਂ ਨੇ ਪੁੱਛਣਾ ਇੱਥੇ ਆ ਜਾਓ, ਖੜ ਜਾਓ ਆ ਕੇ, ਤਾਂ ਕਿ ਟਾਈਮ ਵੀ ਬਚ ਜਾਵੇ। And then you can line up here, we can do a dialogue on it। ਇਹ ਡਿਬੇਟ ਨਹੀਂ ਕਰ ਰਹੇ ਆਪਾਂ, ਕੁਝ ਡਿਬੇਟ ਦਾ ਕੁਝ ਹੋਰ ਫਾਰਮੈਟ ਹੁੰਦਾ, ਉਹਦੇ ਆਪਣੇ ਮਿਆਰ ਨੇ, ਆਪਾਂ ਨੂੰ ਸਿੱਖਣਾ ਪੈਣਾ ਚੀਜ਼ਾਂ ਨੂੰ। ਆਪਾਂ ਸਿਰਫ ਡਿਸਕਸ਼ਨ ਕਰ ਰਹੇ ਹਾਂ, ਡਾਇਲੌਗ ਕਰ ਰਹੇ ਹਾਂ ਐਜ਼ ਅ ਸਿੱਖ ਸੰਗਤ।
कि ਅਸੀਂ ਇਹ ਚੀਜ਼ਾਂ ਨੂੰ ਗੁਰਬਾਣੀ ਮੁਤਾਬਕ ਗੁਰੂ ਨਾਨਕ ਸਾਹਿਬ ਮੁਤਾਬਕ ਕਿਵੇਂ ਦੇਖੀਏ। ਹਾਂਜੀ, ਐਨੀਵਨ ਕੋਈ ਕੁਐਸਚਨ ਜਾਂ ਕੋਈ ਕਮੈਂਟ? ਹਾਂਜੀ, ਸੋ ਰਿਕੁਐਸਟ ਕੀਤੀ ਸੀ if you don't want to come it's understandable too, ਜੇ ਆ ਸਕਦੇ ਹੋ it'll be easier, ਫਿਰ ਤੁਹਾਨੂੰ ਸਾਰੇ ਸੁਣ ਲੈਣਗੇ, it will save time, efficiency ਦੀ ਗੱਲ, ਫਿਰ we don't have to repeat it, ਉਧਰ ਦੇਖ ਕੇ। So my question is, again sorry, I should have said two things, ਇੱਕ ਤੁਸੀਂ ਆਪਣਾ ਨਾਮ if you are comfortable sharing, ਫਿਰ ਆਪਣਾ question ਤੇ ਜਿਹੜੇ ਵੀ ਪੁੱਛ ਰਹੇ ਨੇ ਮਾਈਕ ਨੂੰ ਥੋੜਾ ਨੇੜੇ ਰੱਖਿਓ। Okay, my name is Jaskirat Singh, and my question is कि in your opinion कि 1984 ਦੀ ਮੂਵਮੈਂਟ ਜਿਹੜੀ ਹੈਗੀ ਆ ਉਹ ਤੁਸੀਂ ਕਿੱਥੋਂ ਦੇਖਦੇ ਸ਼ੁਰੂ ਹੋਈ ਸੀ, ਕਿ 78 ਤੋਂ ਸ਼ੁਰੂ ਹੋਈ ਸੀਗੀ ਕਿ ਜਾਂ ਫਿਰ ਪੰਜਾਬੀ ਸੂਬੇ ਤੋਂ ਸ਼ੁਰੂ ਹੋਈ ਹੁੰਦੀ ਹੈ? ਸੋ ਇਹ ਹਿਸਟੋਰੀਕਲ ਕੁਐਸਚਨ ਹੈਗਾ ਜੀ, ਤੁਸੀਂ ਇਹਨੂੰ ਕਿਤੋਂ ਵੀ ਦੇਖ ਸਕਦੇ ਹੋ। ਜਿਹੜੇ ਮੂਵਮੈਂਟਸ ਨੇ ਉਹਨਾਂ ਦੇ ਵਿੱਚ ਕੁਝ ਮਾਈਲਸਟੋਨਸ ਆਉਂਦੇ ਨੇ, ਸੋ ਆਪਾਂ 78 ਤੋਂ ਵੀ ਦੇਖ ਸਕਦੇ ਹਾਂ, ਦੈਟਸ ਬੀਇੰਗ ਰਿਫਰਡ ਟੂ ਜਿਹਨੂੰ ਨਿਰੰਕਾਰੀ ਕਾਂਡ ਆਪਾਂ ਆਖਦੇ ਹਾਂ, ਜਾਂ ਉਸ ਤੋਂ ਪਹਿਲਾਂ ਤੁਸੀਂ ਇਸ ਪੰਜਾਬੀ ਸੂਬਾ ਮੂਵਮੈਂਟ ਤੋਂ ਵੀ ਦੇਖ ਸਕਦੇ ਹੋ। ਆਈ ਥਿੰਕ ਕਿਉਂਕਿ ਇਹ ਸਾਰਾ ਕੁਝ ਇੱਕ ਸਟੇਟ ਦੇ ਥੱਲੇ ਹੋ ਰਿਹਾ, ਜਿਵੇਂ ਆਪਾਂ ਅਬਦਾਲੀ ਤੋਂ ਦੇਖਦੇ ਹਾਂ ਨਾ, ਆਪਾਂ ਕਹਿੰਦੇ ਉਹ 7 ਵਾਰੀ ਆਇਆ, 7 ਵਾਰ ਅਟੈਕ ਕੀਤੇ। ਸੋ ਟੂ ਅੰਡਰਸਟੈਂਡ ਲਾਰਜਰ ਇਸ਼ੂਜ਼, ਜਿਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਸਟੇਟ ਆਫ ਇੰਡੀਆ ਦੇ ਵਿੱਚ ਤੇ ਸਟੇਟ ਆਫ ਪੰਜਾਬ ਦੇ ਵਿੱਚ, ਇਟਸ ਪ੍ਰੋਬਬਲੀ ਬੈਟਰ ਟੂ ਸਟਾਰਟ ਫਰਮ 1947, ਕਿਉਂਕਿ ਕੁਝ ਗ੍ਰੀਵੈਂਸਸ ਸੀਗੀਆਂ, ਕੁਝ ਪ੍ਰੋਮਿਸਿਸ, ਕਿਉਂਕਿ ਇੱਕ ਸਾਡਾ ਹਵਾ ਬਣਾਇਆ ਹੈ ਸਿੱਖ ਵਾਇਲੈਂਟ ਨੇ। ਜੇ ਤੁਸੀਂ 47 to 84 ਤੱਕ ਦੇਖੋਗੇ, ਸਾਰਾ ਨਾਨ ਵਾਇਲੈਂਟ ਕੰਮ ਆ, ਸਾਰਾ ਜਿਹਨੂੰ ਅਸੀਂ ਅੱਜ ਕੱਲ੍ਹ ਸਿਵਲ ਡਿਸਓਬੀਡੀਐਂਸ ਹੈ ਉਹ ਵਾਲਾ ਕੰਮ। ਸੋ ਆਈ ਵੁੱਡ ਸੇ ਕਿ ਥੋੜਾ ਜਿਹਾ ਟਾਈਮ ਲੈ ਕੇ 47 ਤੋਂ ਸ਼ੁਰੂ ਕਰੋ, ਫਿਰ ਉਹਦੀ ਇੱਕ ਕਲਮੀਨੇਸ਼ਨ, ਕਿਉਂਕਿ 84 ਆਪਣੇ ਆਪ ਵਿੱਚ ਇੱਕ ਇਵੈਂਟ ਨਹੀਂ ਹੈ, ਆਪਾਂ ਉਹਨੂੰ ਐਜ਼ ਅ ਇਵੈਂਟ ਪ੍ਰੈਜ਼ੈਂਟ ਕਰਦੇ ਆ। ਉਹ ਇੱਕ ਟਿਪਿੰਗ ਪੁਆਇੰਟ ਆ ਰਿਹਾ ਜਦ ਸਰਕਾਰ ਦੇ ਨਾਲ ਇੱਕ ਸਿੱਧੀ, ਕਿਉਂਕਿ ਉਹਦੇ ਪਿੱਛੇ 78 ਤੋਂ ਪਹਿਲਾਂ ਮੈਂ ਤਾਂ 75 ਐਮਰਜੈਂਸੀ ਤੇ ਤਾਂ ਹੀ ਚਲਾ ਗਿਆ ਸੀਗਾ, ਉਹ ਸਮਝਣਾ ਪੈਣਾ ਫਿਰ ਪੂਰੀ ਕੌਮ ਤੇ ਕਿਉਂ ਅਟੈਕ ਹੋ ਰਿਹਾ। ਸੋ ਆਈ ਵੁੱਡ ਸੇ ਸਟਾਰਟ ਐਟ 47, ਬਟ ਮਿਨੀਮਮ ਤੁਸੀਂ 75 ਜ਼ਰੂਰ ਸ਼ੁਰੂ ਕਰੋ, ਜਿਹੜਾ ਇੰਡੀਆ ਦਾ ਐਮਰਜੈਂਸੀ ਪੀਰੀਅਡ ਹੈਗਾ, ਜਿਸ ਵੇਲੇ ਸੈਮੀ ਡਿਕਟੇਟਰਸ਼ਿਪ ਪਾਵਰਸ ਮਿਸਿਸ ਗਾਂਧੀ ਨੇ ਕੈਪਚਰ ਕੀਤੀਆਂ ਸੀਗੀਆਂ। ਉਸ ਵੇਲੇ ਨੂੰ ਸਮਝਣ ਦੇ ਨਾਲ ਬੜਾ ਕੁਝ ਪਤਾ ਲੱਗੂ। ਪਿੱਛੇ ਜੇ ਮੈਂ ਇਹਦੇ ਬਾਰੇ ਆਰਟੀਕਲ ਲਿਖੇ ਨੇ ਕਿ ਐਮਰਜੈਂਸੀ ਦੇ ਸਿੱਖਾਂ ਦਾ ਕੀ ਰਿਸਪੌਂਸ ਰਿਹਾ, ਗੁਰੂ ਅਰਜਨ ਪਾਤਸ਼ਾਹ ਦੇ ਰਿਸਪੌਂਸ ਨੂੰ ਸਮਝੋ, ਤੇ 80s ਦੇ ਰਿਸਪੌਂਸ, ਧਰਮ ਯੁੱਧ ਮੋਰਚੇ ਤੋਂ ਵੀ ਗੱਲ ਤੁਹਾਨੂੰ ਸ਼ੁਰੂ ਕਰਨੀ ਪੈਣੀ ਆ। 78 ਤੋਂ ਸਿੱਧਾ 84 ਨਾ ਆ ਜਿਓ। 1982 ਵਿੱਚ ਧਰਮ ਯੁੱਧ ਮੋਰਚੇ ਵਿੱਚ ਕੌਣ-ਕੌਣ ਸ਼ਾਮਲ ਹੋਇਆ, ਕੀ ਐਲਾਨ ਕੀਤਾ ਗਿਆ, ਉਹਦੀਆਂ ਨੈਗੋਸ਼ੀਏਸ਼ਨ ਵਿੱਚ ਕੌਣ-ਕੌਣ ਬੈਠਿਆ, ਉਹਦੀ ਅਰਦਾਸ ਵਿੱਚ ਕੌਣ ਸ਼ਾਮਲ ਹੋਇਆ, ਉੱਥੋਂ ਹੋਰ ਕਲੈਰਿਟੀ ਮਿਲੂਗੀ। ਇੱਥੇ ਆ ਜਾਓ ਵੀ ਜਿਨ੍ਹਾਂ ਨੇ ਪੁੱਛਣਾ। ਅਗੇਨ ਦੋਜ਼ ਹੂ ਵਾਂਟ ਟੂ ਆਸਕ, ਸਾਡੇ ਕੋਲ ਆ ਗਿਆ ਇੱਕ ਹੋਰ ਮਾਈਕ, ਇੱਥੇ ਲੈਟਸ ਯੂਜ਼ ਅ ਲਾਈਨ ਹੇਅਰ। ਐਕਚੁਅਲੀ ਇਹਦਾ ਤਾਰ ਵਰਗੀ ਨਹੀਂ ਹੈ, ਇੱਧਰ ਆ ਤੁਸੀਂ ਇੱਥੇ ਲਾਈਨ ਲਾ ਲਓ। ਓਕੇ, ਇੱਥੇ ਰਾਈਟ, ਠੀਕ ਹੈ, ਅਦਰਵਾਈਜ਼ ਉਹ ਮਾਈਕ ਦੇ ਇਸ਼ੂਜ਼ ਵੀ ਆਉਣਗੇ। ਸੋ ਜਿਨ੍ਹਾਂ ਨੇ ਵੀ ਪੁੱਛਣਾ ਮੇਰੀ ਇੱਧਰ ਆ ਜਾਓ, ਕਿਉਂਕਿ ਉਹਨਾਂ ਦਾ ਕੈਮਰਾ ਉੱਥੇ, ਇੱਥੇ ਲਾਈਨ ਲਾ ਲਓ। ਜਿਨ੍ਹਾਂ ਨੇ ਅਗਲੇ ਪੁੱਛਣੇ ਇੱਧਰਲੇ ਪਾਸੇ ਖੜੇ ਹੋ ਜਾਓ। ਓਕੇ, ਗੋ ਅਹੈਡ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੇਰਾ ਇੱਕ ਕੁਐਸਚਨ ਸੀਗਾ, ਉਹਦਾ ਇੱਕੋ ਯੂਜ਼ ਕਰੀਏ ਉਹ, ਕਿਉਂਕਿ ਆਪਣਾ ਡਿਸਟੈਂਸ ਅਪ ਹੁੰਦਾ ਹੈ। ਇਟਸ ਓਕੇ, ਜਸਟ ਮੇਕ ਦ ਲਾਈਨ ਹੇਅਰ ਵਿਦ ਯੂ, ਵੀ ਔਨ ਹੈ। ਸੋ ਭਾਈ ਸਾਹਿਬ ਜੀ, ਮੇਰਾ ਇੱਕ ਕੁਐਸਚਨ ਸੀਗਾ, ਐਂਡ ਤੁਹਾਡਾ ਨਾਮ ਤੇ ਕੁਐਸਚਨ ਸਾਰਿਆਂ ਨੂੰ ਦੇਖ ਕੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਮਾਈ ਨੇਮ ਇਜ਼ ਕਮਲ ਬਗੇਲ ਸਿੰਘ, ਐਂਡ ਮੇਰਾ ਕੁਐਸਚਨ ਸੀਗਾ ਕਿ ਦ ਵਾਈ ਪਾਰਟ ਦੈਟ ਵੀ ਡਿਸਕਸ, ਕਿ ਜਿਹੜਾ ਵਾਈ ਹੈਗਾ ਇਸ ਪੂਰੇ ਇਸ਼ੂ ਦਾ, ਉਹ ਤੁਸੀਂ ਦੱਸਿਆ ਕਿ ਉਹ ਇਟਸ ਅਬਾਊਟ ਟੈਲਿੰਗ ਸੱਚ, ਨਰੇਟਿੰਗ ਦ ਸੱਚ। ਸੋ ਜਿੱਥੇ ਤੱਕ ਅਸੀਂ ਜਿੱਦਾਂ ਸੰਤਾਂ ਦੀ ਵੀ ਸਪੀਚਿਸ ਪਈਆਂ ਹੈਗੀਆਂ ਆਨਲਾਈਨ, ਉਹਨਾਂ ਦੇ ਵੀ ਜੋ ਨਰੇਟਿਵ ਹੈਗਾ, ਉਹਨੂੰ ਦੇਖ ਕੇ ਲੱਗਦਾ ਹੈਗਾ ਕਿ ਇਟਸ ਨਾਟ ਇਨਫ ਟੂ ਬੀ ਟੂ ਏਬਲ ਟੂ ਨੋ ਕਿ ਸੱਚ ਕੀ ਹੈਗਾ ਐਂਡ ਸੱਚ ਕੀ ਬੋਲਣਾ ਹੈਗਾ। ਇਟਸ ਇੰਪੋਰਟੈਂਟ ਟੂ ਬੀ ਅਟੈਚਡ, ਔਰ ਉਸ ਸੱਚ ਦੇ ਨਾਲ ਜੁੜਿਆ ਹੋਣਾ ਵੀ ਜ਼ਰੂਰੀ ਹੈਗਾ। after the discussion and ਜਿਹੜੇ ਹੋਰ ਵੀ 84 ਦੇ ਰਿਲੇਟਡ, ਘੱਲੂਘਾਰੇ ਦੇ ਰਿਲੇਟਡ ਜਿੰਨੇ ਵੀ ਇਨੀਸ਼ੀਏਟਿਵਸ ਹੋ ਰਹੇ ਹੈਗੇ ਆ, ਉਹਨਾਂ ਸਾਰਿਆਂ ਦਾ ਫੋਕਸ ਹੈਗਾ ਕਿ ਹਾਊ ਟੂ ਰਿਸਪੌਂਡ ਟੂ ਦ ਮੀਡੀਆ, ਹਾਊ ਟੂ ਰਿਸਪੌਂਡ ਟੂ ਦ ਗਵਰਨਮੈਂਟ, ਬਟ ਕਿਤੇ ਵੀ ਫੋਕਸ ਇਹ ਨਹੀਂ ਹੈਗਾ ਹਾਊ ਟੂ ਕਨੈਕਟ ਵਿਦ ਦ ਸੱਚ। ਬਿਕੋਜ਼ ਇੱਕ ਸੱਚ ਨੂੰ ਪਤਾ ਹੋਣਾ ਇੱਕ ਗੱਲ ਹੈਗੀ ਹੈ, ਸੱਚ ਨਾਲ ਜੁੜ ਕੇ ਸੱਚ ਦੇ ਨਾਲ ਖੜਨਾ ਇੱਕ ਗੱਲ ਹੈਗੀ ਹੈ। And I'll just make it short.
ਐਂਡ ਜੇ ਤੁਸੀਂ ਜਿੱਦਾਂ ਐਡਮਿੰਟਨ देयर आर 4 ਗੁਰਦੁਆਰਾ ਇਨ ਐਡਮਿੰਟਨ, ਜੇ ਤੁਸੀਂ ਗੁਰਦੁਆਰਾ ਸਾਹਿਬ ਆਓ ਸੰਡੇ ਜਿਹੜਾ ਦਿਨ ਹੁੰਦਾ ਹੈ ਉਸ ਦਿਨ ਸਭ ਤੋਂ ਵੱਧ ਇਕੱਠ ਹੁੰਦਾ ਇੱਥੇ ਗੁਰਦੁਆਰੇ 'ਚ, ਜਿੰਨੇ ਵੀ ਸਿੱਖ ਹੈਗੇ ਆਉਂਦੇ ਹੈਗੇ। ਐਂਡ ਯੂ ਕੈਨ ਕਮ ਯੋਰਸੈਲਫ ਐਂਡ ਸੀ ਕਿ ਜਿਹੜੇ ਸਾਡੇ ਸਿੱਖ ਸੰਗਤ ਹੈਗੀ ਹੈ, ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਵੀ ਹੈਗੇ ਹੈ, ਕਿੰਨੇ ਉਹਨਾਂ 'ਚੋਂ ਸੱਚ ਨਾਲ ਜੁੜੇ ਹੋਏ ਹੈ, ਕਿੰਨੇ ਨਹੀਂ ਜੁੜੇ ਹੋਏ ਹੈ। So do you think it is important to focus on how to connect to the Sach? ਥੈਂਕ ਯੂ ਫॉर ਆਸਕਿੰਗ। ਪਹਿਲੀ ਗੱਲ ਤਾਂ ਅੱਜ ਸ਼ੁਰੂ ਕੀਤਾ ਮੈਂ ਬੜਾ ਕਲੀਅਰਲੀ ਕਿਹਾ ਸੀਗਾ ਕਿ ਆਪਣਾ ਅੱਜ ਦਾ ਪਰਪਸ ਸਿੱਖਾਂ ਨੂੰ ਹੀ ਸਮਝਣ ਲਈ ਆ। ਜਿਨ੍ਹਾਂ ਨੇ ਰਿਸਪੌਂਸ ਦਿੱਤਾ ਉਹਦੀ ਤਾਂ ਮੈਂ ਥੋੜੀ ਜੀ ਦੇਣਾ, ਉਹਨਾਂ ਬਾਰੇ ਤਾਂ ਮੈਂ ਬਿਲਕੁਲ ਇੱਕ ਦੋ ਕਮੈਂਟ ਹੀ ਕੀਤੇ ਨੇ। 80% ਆਫ ਟਾਈਮ ਉਸੇ ਤੇ ਲਾਇਆ ਬਿਕਾਜ਼ ਆਈ ਫੀਲ ਦਿਸ ਇਜ਼ ਅ ਪ੍ਰੋਬਲਮ। ਇਨਫੈਕਟ ਇਸੇ ਕਰਕੇ ਗੁਰਬਾਣੀ ਤੋਂ ਸ਼ੁਰੂ ਕੀਤੀ ਗੱਲ। ਤੁਹਾਡੇ ਜਿਹੜੇ ਕੁਐਸਚਨ ਦੇ ਜਵਾਬ ਮੈਂ ਦਿੱਤੇ ਸੀ ਮੈਂ ਹੁਣ ਰਿਪੀਟ ਕਰਾਂਗਾ। ਰਿਸਪੌਂਸ ਦੇਣ ਲਈ ਹੈਗਾ ਸੱਚ ਬੋਲਣਾ ਜੀ, ਬਟ ਕਿਉਂ ਹੋਇਆ ਇਹਦੇ ਲਈ ਨਹੀਂ ਸੱਚ ਬੋਲਣਾ ਸੀ, ਕਿਉਂਕਿ ਇਹ ਆਪਣੇ ਆਪ ਥੋੜੀ ਵੱਡੀ ਗੱਲ ਹੋਈ। ਕਿਉਂ ਤਾਂ ਇਹਦਾ ਮੈਂ ਕਾਰਨ ਦੱਸਿਆ, ਕਿਉਂਕਿ ਅਸੀਂ ਇੱਕ ਡਿਫਰੈਂਟ ਲਾਈਫ ਸਟਾਈਲ ਪ੍ਰੈਜ਼ੈਂਟ ਕਰ ਰਹੇ ਹਾਂ ਤੇ ਅਸੀਂ ਉਹ ਲਾਈਫ ਸਟਾਈਲ ਨੂੰ ਬਰਕਰਾਰ ਰੱਖਣ ਲਈ ਉਹਦੇ ਬਾਰੇ ਖੁੱਲ ਕੇ ਬੋਲਣਾ ਤੇ ਡਟ ਕੇ ਮੁਕਾਬਲਾ ਵੀ ਕਰਦੇ ਹਾਂ। ਦਿਸ ਇਜ਼ ਵਾਈ ਇਟ ਹੈਪਨਸ। ਦੇਖੋ ਅੱਜ ਦੇ ਮਾਹੌਲ ਦੇ ਵਿੱਚ ਵੀ ਇਹ ਜਹਾਂਗੀਰ ਵੇਲੇ ਵੀ ਹੋਇਆ ਸੀ, ਗੁਰੂ ਅਰਜਨ ਪਾਤਸ਼ਾਹ ਵੇਲੇ ਵੀ, ਗੁਰੂ ਨਾਨਕ ਪਾਤਸ਼ਾਹ ਵੇਲੇ ਵੀ, ਐਂਡ ਟਿਲ ਨਾਓ ਜਿਹੜੇ ਸਿਰਫ ਜੁੜਨ ਦੀ ਗੱਲ ਕਰਦੇ ਨੇ ਨਾ, ਉਹਨਾਂ ਨੂੰ ਸਰਕਾਰ ਨਹੀਂ ਤੰਗ ਕਰਦੀ, ਉਹਨਾਂ ਨੂੰ ਤਾਂ ਪਿੱਠੂ ਬਣਾਉਂਦੀ ਹੈ। ਅੱਜ ਵੀ ਹੋ ਰਿਹਾ। ਜਿਹੜੇ ਪਿਛਲੇ 15-20 ਸਾਲਾਂ 'ਚ ਅਦਰਵਾਈਜ਼ ਵੈਰੇ ਸਪਿਰਿਚੁਅਲ ਸਾਊਂਡਿੰਗ ਸੀਗੇ, ਉਹ ਸਾਰਿਆਂ ਦੀ ਅਲਾਇੰਸਸ ਬੜੇ ਕਲੀਅਰਲੀ ਆ ਗਏ ਨੇ, ਈਵਨ ਲਾਰਜਰ ਇੰਡੀਆ ਦੇ ਵਿੱਚ ਵੀ, ਕਿ ਕਿਹੜਾ ਕਿਹੜੀ ਪਾਰਟੀ ਨਾਲ ਖੜਾ। ਸੋ ਪਹਿਲੀ ਗੱਲ ਵਾਈ ਪਾਰਟ ਇਜ਼ because we are not pacifists. This is not just about me. This is about ਕਿ ਅਸੀਂ ਇਸ ਦੁਨੀਆ ਦੇ ਵਿੱਚ ਤੇ ਸਾਊਥ ਏਸ਼ੀਆ ਵਿੱਚ ਅਸੀਂ ਇਹ ਲਗਾਤਾਰ ਪ੍ਰੋਜੈਕਟ ਕੀਤਾ ਤੇ ਹੁਣ ਪੂਰੀ ਦੁਨੀਆ ਵਿੱਚ ਕਿਉਂਕਿ ਅਸੀਂ ਵਸ ਰਹੇ ਹਾਂ, ਸਾਡਾ ਕੰਮ ਹੈਗਾ ਨਾਮ ਦੇ ਕਲਚਰ ਦੇ ਮੁਤਾਬਕ ਜੀਣਾ। ਉਹਦਾ ਪਹਿਲਾ ਰਿਸਪੌਂਸ ਹੈਗਾ ਸੱਚ ਬੋਲਣ ਦੀ ਤਿਆਰੀ। That's where ਗੁਰੂ ਨਾਨਕ ਪਾਤਸ਼ਾਹ I quoted ਕਿ ਜਦ ਕੋਈ ਇੰਸਟੀਟਿਊਸ਼ਨ, ਗੁਰੂ ਨਾਨਕ ਪਾਤਸ਼ਾਹ ਦੇਖੋ ਉਹ ਤਾਂ ਪਰਫੈਕਸ਼ਨ ਨੇ, ਅਸੀਂ ਉਹਨਾਂ ਦੀ ਹਰ ਗੱਲ ਨੂੰ ਨਹੀਂ ਸਮਝ ਸਕਦੇ। ਇਹ ਸਿਰਫ ਸਮਝਣ ਦੇ ਲਈ ਇੱਦਾਂ ਮੈਂ ਗੱਲ ਕਰ ਰਿਹਾ ਜਾਂ ਸਮਝਾਉਣ ਦੇ ਲਈ। ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਸੱਚ ਸੁਣਾਈ ਸੀ ਸੱਚ ਕੀ ਵੇਲਾ। ਇਨਫੈਕਟ ਉੱਥੇ ਮਸੋਲਾ ਵਰਡ ਯੂਜ਼ ਹੋਇਆ, ਜਿਹਨੂੰ ਅਸੀਂ ਅੱਜ ਕੱਲ੍ਹ ਉਹ ਆਂਦਾ ਅਸਲਾ ਤੋਂ, ਜਿਹਨੂੰ ਅੱਜ ਕੱਲ੍ਹ ਅਸੀਂ ਮਸਲਾ ਕਹਿੰਦੇ ਆ। ਮਸਲਾ ਹੋ ਗਿਆ ਆਪਾਂ ਕਹਿੰਦੇ ਨਾ, ਕਹਿੰਦੇ ਕਿਸੇ ਨਿਯਮ ਦੇ ਵਿੱਚ ਆ ਕੇ ਜੇ ਗੱਲ ਕਰਨੀ ਹੈ ਪਹਿਲਾ ਕੰਮ ਇਹ ਆ। ਸੋ ਉਹ ਰਿਸਪੌਂਸ ਹੈਗਾ ਸਾਡਾ। ਰਿਸਪੌਂਸ ਉਹੀ ਦੇ ਪਾਊਗਾ ਜਿਹੜਾ ਨਾਮ ਦੇ ਕਲਚਰ ਜੁੜਿਆ ਹੋਇਆ, ਤੇ ਰਿਸਪੌਂਸ ਸ਼ੁਰੂ ਸਾਡਾ ਸੱਚ ਬੋਲਣ ਤੋਂ, ਐਂਡ ਉੱਥੇ ਨਹੀਂ ਹੈ। ਐਂਡ ਆਈ ਵਿਲ ਬੀ ਵੈਰੀ ਅਪਫਰੰਟ ਵਿਦ ਯੂ। ਮਾਈ ਕੰਸਰਨ ਇਜ਼ ਜਿਹੜੇ ਤੁਸੀਂ ਇੱਥੇ ਬੈਠੇ ਹੋ ਜਾਂ ਜਿਹੜੇ ਉੱਥੇ ਸੁਣ ਰਹੇ ਨੇ, ਸਰਕਾਰ ਕੀ ਕਰਦੀ ਹੈ, ਗੁਰਦੁਆਰੇ ਵਾਲੇ ਕੀ ਕਰਦੇ ਨੇ, ਉਹ ਇਹ ਨਹੀਂ ਕਦੇ ਵੀ ਡਿਸਕਸ਼ਨ ਹੁੰਦੀ ਸੀ। ਤੁਹਾਨੂੰ ਕੀ ਲੱਗਦਾ 100 ਸਾਲ ਪਹਿਲਾਂ ਵੀ ਇੱਦਾਂ ਕਰਦੇ ਸੀ? ਤੁਹਾਨੂੰ ਕੀ ਲੱਗਦਾ 82 ਤੋਂ 84 ਵੇਲੇ ਵੀ ਸਾਰੇ ਇਹੀ ਕਰਦੇ ਸੀ? 10ਵੇਂ ਪਾਤਸ਼ਾਹ ਦੀਆਂ ਇੰਨੀਆਂ ਜੰਗਾਂ ਹੋਈਆਂ, ਜਦ ਪਹਿਲੀ ਜੰਗ ਹੋਣੀ ਸੀ ਭੰਗਾਣੀ ਦੀ, ਸਾਰੇ ਭੱਜ ਗਏ ਸੀਗੇ, ਬਹੁਤ ਘੱਟ ਬੰਦੇ ਠਹਿਰੇ ਸੀਗੇ। ਇਹ ਹਿਊਮਨ ਬਿਹੇਵੀਅਰ ਦਾ ਇਸ਼ੂ ਆ। ਸੋ ਦ ਕੁਐਸਚਨ ਇਜ਼, if you want to be part of the Naam culture, what do I need to do? That's the question. When enough of them are living in the culture of Naam, ਉਹ ਆਪਣੇ ਆਪ ਕਰਦੇ ਨੇ, ਉਹ ਵੇਟ ਨਹੀਂ ਕਰਦੇ ਕਿ ਸੰਸਥਾਵਾਂ ਕੀ ਕਰਨਗੀਆਂ ਤੇ ਜਥੇਦਾਰ ਕੀ ਕਹਾਣਗੇ। ਇਹ ਬੜਾ ਕਲੀਅਰ ਹੈ ਸਾਡੇ ਕਲਚਰ ਦੇ ਵਿੱਚ। ਤੇ ਮੈਂ 80s ਦਾ ਵੀ ਐਗਜ਼ਾਮਪਲ ਦੇਤਾ ਕਿ ਉਸ ਵੇਲੇ ਵੀ ਸਿੱਖਾਂ ਨੇ ਵੇਟ ਨਹੀਂ ਕੀਤੀ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ, ਦੇਖੋ ਅਕਾਲ ਤਖਤ ਤੇ ਉੱਥੇ ਦੇ ਜਥੇਦਾਰ ਐਜ਼ ਐਨ ਆਫਿਸ ਹੋਲਡਰ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ। ਬਟ ਇਹ ਗੱਲ ਵੀ ਅਸੀਂ ਦੋ ਰਾਹ ਨਹੀਂ ਇਹਦੇ ਬਾਰੇ ਕਿ ਨਾ ਸਾਡਾ ਤਖਤ ਹੈਗਾ ਇਸ ਵੇਲੇ ਤੇ ਨਾ ਸਾਡੇ ਜਥੇਦਾਰ ਨੇ। ਯੂ ਐਂਡ ਆਈ ਪਲੇ ਨੋ ਰੋਲ ਇਨ ਦਿਸ, ਰਾਈਟ? ਸੋ ਐਕਚੁਅਲ ਗੱਲ ਹੈਗੀ ਆ ਗੁਰੂ ਓਰੀਐਂਟਡ ਨਾਮ ਕਲਚਰ ਦੀ। ਉਹ ਕਲਚਰ ਦੇ ਵਿੱਚ ਪਹਿਲਾ ਰਿਸਪੌਂਸ ਸੱਚ ਤੋਂ ਬੋਲਣ ਦਾ, ਜਿਹੜਾ ਜੁੜਿਆ ਹੋਊਗਾ ਉਹੀ ਰਿਸਪੌਂਸ ਦਊ। ਜੁੜੇ ਦਾ ਮਤਲਬ ਤੁਹਾਡੀ ਸ਼ਕਲੋ ਸੂਰਤ ਨਾਲ ਵੀ ਨਹੀਂ ਹੈ, ਬਾਏ ਦਾ ਵੇ ਵੀ ਕਨਫਿਊਜ਼ਨ ਨਾ ਲੈ ਆਇਓ। ਬੜੇ ਸ਼ਕਲੋ ਸੂਰਤ ਵਾਲੇ ਦੇਖਣ ਨੂੰ ਲੱਗਦੇ ਨੇ ਕਿ ਇਹ ਨਾਮ ਦੇ ਕਲਚਰ ਨਾਲ ਜੁੜੇ ਹੋਏ ਨੇ, ਬਟ ਉਹ ਵੀ ਸਾਨੂੰ ਵੇਚ ਕੇ ਖਾ ਰਹੇ ਨੇ, ਹਨਾ? ਕਿਉਂਕਿ ਇਹ ਵੀ ਇੱਕ ਅਸੀਂ ਦੁਚਿੱਤਾਪਨ ਆਪਣੀ ਕੌਮ ਵਿੱਚ ਲੈ ਆਏ ਆ ਨਾ। ਉਹ ਤਾਂ ਤੁਹਾਡੇ ਤੇ ਗੁਰੂ ਦੇ ਵਿਚਾਲੇ ਆ, ਸਾਡੇ ਨਿਯਮ ਨੇ, ਸਾਡੇ ਰਹਿਤ ਦੇ ਨਿਯਮ ਨੇ, ਮੈਂ ਉਹਨੂੰ ਨਹੀਂ ਕਾਊਂਟਰ ਕਰ ਰਿਹਾ। ਬਟ ਭਾਈ ਗੁਰਦਾਸ ਜੀ ਨੇ ਦੱਸਿਆ ਹੋਇਆ ਕਿ 6ਵੇਂ ਪਾਤਸ਼ਾਹ ਵੇਲੇ ਜਦ ਦੇਖਿਆ ਕਿ ਚੜ੍ਹਤ ਹੋ ਗਈ ਉਹਨਾਂ ਦੀ, ਤੇ ਬੜੇ ਜਿਹੜੇ ਗੁਰੂ ਦੇ ਘਰਾਂ ਵਿੱਚੋਂ ਸੀਗੇ, ਮਤਲਬ ਜਿਹੜੇ ਨਹੀਂ ਗੁਰੂ ਬਣ ਪਾਏ, ਕਹਿੰਦੇ ਉਹਨਾਂ ਨੇ ਕਿਹਾ ਹੁਣ ਅਸੀਂ ਵੀ ਇਦਾਂ ਦੀ ਪੱਗ ਬੰਨੀਏ, ਅਸੀਂ ਵੀ ਇਦਾਂ ਦਾ ਚੋਲਾ ਪਾਈਏ। ਕਹਿੰਦੇ ਸਭ ਕੁਝ ਗੁਰੂ ਵਾਂਗੂ ਕਰਦੇ ਸੀ, ਬਟ ਗੁਰੂ ਦੀ ਮੰਨਦੇ ਨਹੀਂ ਸੀ।
ਇਹ ਭਾਈ ਗੁਰਦਾਸ ਜੀ ਨੇ ਇਦਾਂ ਹੀ ਲਿਖਿਆ ਕਿ ਦੇਖਣ ਨੂੰ ਉਹ ਲੱਗਦੇ ਸੀ ਗੁਰੂ ਵਾਂਗ। ਸੋ ਸਾਨੂੰ ਇਸ ਕਰਕੇ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ, ਆਪਣੇ ਆਪ ਤੇ ਅਪਲਾਈ ਕਰੋ ਕਿ ਜੇ ਮੈਂ ਨਾਮ ਦੇ ਕਲਚਰ ਚ ਆਉਣਾ, ਕਿ ਨੈਕਸਟ ਟਾਈਮ ਮਾਸਪੁਰੀ ਜਦ ਹੋਊਗੀ ਉੱਥੇ ਮੇਰੀ ਕੀ ਤਿਆਰੀ ਹੈ, ਮੈਂ ਕੀ ਕਰ ਸਕਾਂਗਾ ਜਾਂ ਕਰ ਸਕਾਂਗੀ, ਬਿਕੋਜ਼ ਇਟ ਇਜ਼ ਕਮਿੰਗ। ਇਹ ਗਲੋਬਲ ਫਿਨੋਮਨਾ ਹੈਗਾ। ਗੁਰੂ ਸਾਹਿਬ ਨੇ ਇੱਕ ਉਦਾਸੀ ਤੋਂ ਆਉਂਦੇ ਆਉਂਦੇ ਉਹ ਦੇਖਿਆ। ਇਨਫੈਕਟ ਗੁਰੂ ਸਾਹਿਬ ਨੇ ਲਾਹੌਰ ਵਿੱਚ ਵੀ ਇਹ ਦੇਖਿਆ। ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਜਿੱਥੇ ਆਇਆ ਕਿ ਇੱਥੇ ਸਵਾ ਪਹਿਰ ਕੀ ਹੋ ਰਿਹਾ, ਕਿਸ ਤਰ੍ਹਾਂ ਦਾ ਕਹਿਰ ਹੈਗਾ, ਰਾਈਟ। ਗੁਰੂ ਸਾਹਿਬ ਹੈਜ਼ ਵਿਟਨੈਸ ਲੋਟ ਆਫ ਥਿੰਗਸ, ਬਟ ਉਹਨਾਂ ਨੇ ਕਿਹਾ ਗਿਆਨ ਦੇ ਨਾਲ ਇਹਦੀ ਗੱਲ ਕਰਨੀ ਆ। ਤੇ ਗੱਲ ਕਰਨ ਦਾ ਪਹਿਲਾ ਕੰਮ ਆ ਡਾਇਲੋਗ ਕਰਨਾ ਸਿੱਖੋ ਗਿਆਨ ਦੇ ਨਾਲ। ਜਿਨ੍ਹਾਂ ਨੇ ਡਾਇਲੋਗ ਕਰਨਾ ਸਿੱਖ ਲਿਆ, ਉਹ ਜਿਹੜੇ ਹੋਰ ਰਿਸਪੌਂਸਿਸ ਦੇਣੇ ਨੇ ਆਪਣੇ ਆਪਣੇ ਤਰੀਕੇ ਨਾਲ ਦੇਣਗੇ, ਤੇ ਉਹ ਦੇਣ ਦੀ ਤੁਹਾਡੀ ਤਿਆਰੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਮੇਰਾ ਨਾਮ ਮਨਜੀਤ ਸਿੰਘ ਹੈ। ਮੈਂ ਕੈਨੇਡਾ 'ਚ ਵੀ 21 ਸਾਲ ਤੋਂ ਰਹਿ ਰਿਹਾ। ਮੈਂ ਇੱਥੇ ਆ ਕੇ ਸਿੱਖ ਦੀ ਜਿਹੜੀ ਆਪਣੀ ਸਿੱਖੀ ਹੈ, ਜਿਹੜਾ ਕਨਸੈਪਟ ਹੁਣ ਲਿਆ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਕੀ ਅਸੀਂ ਜਿੰਨੇ ਵੀ ਬੈਠੇ ਹਾਂ ਇੱਥੇ, ਜਾਂ ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਜਾਂ ਪ੍ਰਚਾਰਕ ਨੇ, ਜਾਂ ਲੇਖਕ ਨੇ, ਕੀ ਉਹ ਇਸ ਕਨਸੈਪਟ ਤੇ ਚੱਲ ਰਹੇ ਨੇ? ਸੱਚ ਸੁਣਾਈ ਸੀ, ਸੱਚ ਕੀ ਬੇਲਾ। ਕੀ ਉਹ ਆਪਣੇ ਬੱਚਿਆਂ ਨੂੰ ਸੱਚ ਨਾਲ ਜੋੜ ਰਹੇ ਨੇ? ਆਉਣ ਵਾਲੇ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਸਾਡੇ ਨਾਲ ਜੋ 84 ਵਰਤੀ ਹੈ, ਉਸ ਵਕਤ ਮੈਂ ਦਿੱਲੀ ਵਿੱਚ ਸੀ, ਕਿਸੇ ਦੇ ਘਰ ਵਿੱਚੋਂ ਕਿਰਪਾਨ ਨਹੀਂ ਲੱਭੀ। ਅੱਜ ਅਸੀਂ ਇੱਥੇ ਫਾਰਨ ਕੰਟਰੀਆਂ ਵਿੱਚ ਆ ਗਏ ਹਾਂ। ਮੈਂ ਕਿਸ ਹਾਲਾਤ ਵਿੱਚ ਆਇਆ, ਉਹਦੀ ਸਟੋਰੀ ਮੈਂ ਅਗਰ ਦੱਸਾਂਗਾ ਤੇ ਟਾਈਮ ਲੱਗ ਜਾਏਗਾ। 84 ਵਾਲੇ ਦਿਨ 31 ਅਕਤੂਬਰ ਨੂੰ ਮੈਂ ਰੋਡ ਤੇ ਸੀ, ਸੱਚ ਸੁਣਾਈ ਸੀ, ਸੱਚ ਕੀ ਬੇਲਾ। ਉਸੇ ਕਨਸੈਪਟ ਗੱਲ ਕਰ ਰਿਹਾ ਕਿ ਕੀ ਅਸੀਂ ਸੱਚ ਨਾਲ ਜੁੜੇ ਹਾਂ? ਕੀ ਅਸੀਂ ਸੱਚ ਨੂੰ ਧਿਆ ਕੇ ਤੇ ਸੱਚ ਨੂੰ ਪਾਇਆ? ਇਸ ਚੀਜ਼ ਨੂੰ ਸਾਨੂੰ ਆਪਣੇ ਮਨਾਂ ਨੇ ਟਟੋਲਣਾ ਪਏਗਾ ਕਿ ਆਹ ਜਿਹੜੇ ਅਸੀਂ ਲੈਕਚਰ ਸੁਣਨੇ ਆ, ਕਥਾ ਸੁਣਨੇ ਆ, ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ 'ਚ ਨੇ, ਉਹ ਵੀ ਸੱਚ ਨਾਲ ਨਹੀਂ ਜੁੜੇ। ਗੁਰਦੁਆਰਿਆਂ ਦੇ ਪ੍ਰਬੰਧਕ, ਗੁਰਦੁਆਰਿਆਂ ਦੇ ਰਾਗੀ, ਗੁਰਦੁਆਰਿਆਂ ਦੇ ਗ੍ਰੰਥੀ, ਈਵਨ ਸਾਰੇ ਅਸੀਂ ਸੱਚ ਸੁਣਾਏ ਸੀ, ਸੱਚ ਕੀ ਬੇਲਾ ਨਾਲ ਨਹੀਂ ਖੜੇ। ਇਹ 84 ਵਰਤੇ ਹੀ ਤਾਂ ਹੈ ਕਿ ਸਾਡੇ ਅੰਦਰੋਂ ਸਿੱਖੀ ਦੀ ਭਾਵਨਾ ਖਤਮ ਹੋ ਗਈ ਸੀ। ਮੈਂ ਤੁਹਾਨੂੰ ਦੱਸਾਂ ਕਿ ਜਿਸ ਵਕਤ ਮੈਂ ਉਹਨੇ ਬੜੀ ਇੱਕ ਸੱਚ ਸੁਣਾਈ ਤੇ ਸੱਚ ਨਾਲ ਬਰੀਫ ਇੱਕ ਐਸੀ ਗੱਲ ਹੈ ਜਿਸ ਤੇ ਹਰ ਆਦਮੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਰਾਤ ਨੂੰ 12:30 ਵਜੇ ਮੈਂ ਉੱਥੇ 3 ਵੀਲਰ ਚਲਾਉਂਦਾ ਸਕੂਟਰ, ਤਾਲਕਟੋਰਾ ਸਟੇਡੀਅਮ ਤੋਂ ਜਿਉਂ ਮੈਂ ਚੜ੍ਹਾਈ ਚੜ੍ਹੀ ਹੈ, ਉੱਥੇ ਚੜ੍ਹਾਈ ਚੜ੍ਹਦੇ ਮੇਰਾ ਸਕੂਟਰ ਬੰਦ ਹੋ ਗਿਆ। ਮੈਂ ਬ੍ਰੇਕ ਦਬਾ ਕੇ ਜਦੋਂ ਟੈਂਕੀ ਦੇਖਿਆ, ਫੁੱਟਾ ਮਾਰ ਕੇ ਪੈਟਰੋਲ ਇੱਕ ਬੂੰਦ ਵੀ ਨਹੀਂ। ਸਾਥ ਚਾਰੋਂ ਪਾਸੇ ਅੱਗ ਹੈ, ਪੂਰੀ ਦਿੱਲੀ ਸੜ ਰਹੀ ਹੈ, ਪੂਰੀ ਦਿੱਲੀ 'ਚ ਕਤਲੇਆਮ ਹੋ ਰਿਹਾ। ਉੱਥੋਂ ਨਾਲ ਮੈਂ ਗੁਰਦੁਆਰੇ ਗ੍ਰੰਥੀ ਦੀ ਸੇਵਾ ਵੀ ਕਰਦਾ ਸੀ, ਚਿੱਟਾ ਕੁੜਤਾ ਪਜਾਮਾ ਪਾਇਆ, ਪੀਲੀ ਦਸਤਾਰ ਬੰਨੀ, ਦਾੜਾ ਖੁੱਲਾ। ਕੀ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਬੰਦਾ ਘਰ ਪਹੁੰਚ ਜਾਏਗਾ? ਇੱਕ ਵੀ ਸਿੱਖ ਨਹੀਂ ਸੀ ਬਚਿਆ ਉਸ ਦਿਨ, ਚਾਹੇ ਉਹ 에ਅਰਪੋਰਟ ਤੇ ਸੀ, ਚਾਹੇ ਉਹ ਬੱਸ ਉੱਤੇ ਅੱਡੇ ਤੇ ਸੀ, ਚਾਹੇ ਰੇਲਵੇ ਸਟੇਸ਼ਨ ਤੇ ਸੀ, ਚਾਹੇ ਉਹ ਹਸਪਤਾਲ ਵਿੱਚ ਸੀ, ਉੱਥੇ ਹੀ ਉਹਨੂੰ ਮਾਰ ਦਿੱਤਾ ਗਿਆ। ਮੈਂ ਉਸ ਵਕਤ ਜਿਹੜੀ ਗੱਡੀ ਸੀ ਉਹ ਕਿਸੇ ਦੀ ਕਿਰਾਏ ਦੀ ਸੀ, ਨਵੀਂ ਗੱਡੀ ਸੀ, ਉਹ ਵਿਚਾਰੇ ਮੀਆਂ ਬੀਬੀ ਸੀ। ਮੈਂ ਸੋਚਿਆ ਕਿ ਮਨਜੀਤ ਸਿੰਘ, ਜੇ ਤੂੰ ਸਾਬਤ ਸੂਰਤ ਬਚ ਕੇ ਘਰ ਜਾਣਾ ਚਾਹੁੰਦਾ, ਉਹਦੀ ਗੱਡੀ ਵੀ ਸਾਬਤ ਸੂਰਤ ਪਹੁੰਚਣੀ ਚਾਹੀਦੀ। ਉਹ ਸੱਚ ਸੁਣਾਈ ਸੀ, ਸੱਚ ਕੀ ਬੇਲਾ, ਸੱਚ ਤੇ ਖੜਾ ਹੋਣ ਕਰਕੇ ਮੈਂ ਗੁਰੂ ਅੱਗੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਮੈਂ ਸਾਬਤ ਸੂਰਤ ਘਰ ਪਹੁੰਚਣਾ ਚਾਹੁੰਦਾ। ਮੈਨੂੰ ਬੜਿਆ ਲੋਕਾਂ ਨੇ ਕਿਹਾ ਮੈਂ ਕਿ ਤੇਰਾ 14 ਸਾਲ ਦੀ ਗੱਡੀ ਚਲਾਉਂਦਾ ਸੀ, ਸਰਦਾਰ ਤੂੰ ਕਿੱਧਰ ਘੁੰਮਿਆ ਹੁੰਦਾ ਹੈ, ਔਰ ਵਾਲ ਕਟਾਇਆ, ਤੂੰ ਇੰਝ ਘਰ ਨਹੀਂ ਪਹੁੰਚ ਸਕਦਾ, ਬੱਚਿਆਂ ਨੇ ਇੰਸ਼ੋਰੈਂਸ ਕਰਾਈ ਹੈ। ਮੈਂ ਕਿਹਾ ਨਹੀਂ, ਮੈਂ ਇੰਸ਼ੋਰੈਂਸ ਕਰਵਾਈ ਹੈ ਗੁਰੂ ਦੇ ਦਰਬਾਰ ਤੋਂ,
उत्थे अरदास कीती। तुसीं मनोगे नहीं साध संगत जी कि जेड़ा मैं सोच ही नहीं सकता, 2 पेट्रोल पंप ने, दोनों बंद ने, लॉक ने, सील किते ने। तो मैनू एक लो छोटी जी नजर आई, जरा चौकीदार बीड़ी पी रहा सी। मैं कहा हे वाहिगुरू, हे सच्चे पातशाह, चलो तू लो तो दिखाई मैनू। मैं छाल मार के अंदर पेट्रोल पंप एंटर हो गया। वो लठ लैके मैनू मारन वास्ते, सिर पाड़न वास्ते तैयार हो गया। उन्हें मैनू जो दुनिया भर की गाल सी वो कढ़ दित्ती। मेरी वो अरदास जिहड़ी सी ना, उस अरदास ने मैनू वो बल दिता कि मैं अंदर चला गया। उस अरदास ने मैनू बल दिता कि मैं उन्होंने जिन्ना सारे दिन की कमाई सी कट के चौकीदार ने दे दी। मैं मैंने सिर्फ आधा लीटर तेल दे। साध संगत जी पॉसिबिलिटी नहीं सी कि उस दिन मैनू तेल मिल जाता, जबकि 2 पेट्रोल पंप और उस समय बंद सी। सारी दिल्ली च कतलेआम, कोई रेड लाइट नहीं सी, कोई चौराहा नहीं सी जिथे कतलेआम नहीं सी होया। उन्होंने मैं क्या मैनू आधा लीटर तेल दे दे। कहना सरदार तेरा दिमाग खराब है, जट सी हरियाणवी जट, कहना तेरा दिमाग है, हूँ मां बनती गाली कटती, तू पेट्रोल पंप ना ये तो सील होया, बत्ती है नहीं। मैं कहा तो चक ले, जिन्हें पैसे चाहिए नहीं, फिर मैं तुम दसा तेल किवें लेना है। उन्हें डरदे डरदे 250-300 रुपये चुक लिया। मैं कहा हुण मैं तुम दसा जिथे सप्लाई आती है ना, उत्थे लगा के डायरैक्ट वो पेपर पेट्रोल करके मैनू दे दे। कहते मैं तो नहीं पढ़ता ਉਹਦੇ। मैं चिट्टे कट्टे पजामे की परवाह नहीं की, छाल मारी तो खड्डे दे विच आके पेट्रोल पंप दी जिहड़ी वाल सी वो खोलती। वो डायरैक्ट जिहड़ा मैनू तेल मिल गया, 1/2 लीटर 1 लीटर, ਉਹਦੇ ਨਾਲ मैं घर पहुँच गया। मैं उस तो बाद ये सोचा, एक पुस्तक आंदी है आर्या समाज ने लिखी है, वो पुस्तक पढ़ी। सिख दी करनी की होनी चाहिए, सिख क्यों हो जाना चाहिए। आज का सिख इतने 90% अमरीका कनेडा क्लीन शेप हो चुका है, उन्होंने बच्चे भी क्लीन शेप ने। असं सच सुनाया सी, सच की बेला देख, सच सुनाया सी, सच की बेला देख। माइंड ना करियो जी। पहली गल तुहाडी थैंक यू फॉर शेयरिंग योर टेस्टिमनी। ਆਪਾਂ ਇੱਥੇ ਮੈਂ 2-3 ਗੱਲਾਂ ਰਿਸਪੌਂਸ ਵਿੱਚ ਕਹਾਂਗਾ। ਇਹ ਹੈ ਜੀ ਹੱਡਬੀਤੀ ਤੁਹਾਡੀ ਵੀ ਆ, ਬਣਿਆ ਦੀ ਹੋਰ ਵੀ ਆ। ਸਰਕਾਰ ਨੇ ਬੜਾ ਕੁਝ ਕੀਤਾ। ਮੈਂ ਇਹ ਵੀ ਕਹਾਂਗਾ ਕਈਆਂ ਨੇ ਅਰਦਾਸ ਕਰਕੇ ਸ਼ਹਾਦਤ ਵੀ ਪ੍ਰਾਪਤ ਕੀਤੀ। ਦੇਖੋ ਜਦ ਅਸੀਂ ਰਿਜ਼ਲਟ ਨੂੰ ਡਿਕਟੇਟ ਕਰਦੇ ਆ ਨਾ, ਇਹ ਸਿੱਖ ਨਜ਼ਰੀਆ ਵੀ ਨਹੀਂ ਹੈ। ਤੇ ਅਸੀਂ ਇੱਥੇ ਕਿਸੇ ਕਮੇਟੀ ਨੂੰ, ਕਿਸੇ ਹੋਰ ਨੂੰ, ਜਿਹੜੇ ਲੇਖਕ ਬੈਠੇ, ਤੁਹਾਡੀ ਮਰਜ਼ੀ ਹੈ ਜੀ, ਜੋ ਤੁਸੀਂ ਕਰਨਾ ਤੁਹਾਡੀ ਮਰਜ਼ੀ ਆ। ਇੱਥੇ ਸੰਗਤੀ ਰੂਪ ਵਿੱਚ ਗੱਲ ਕਰ ਰਹੇ ਆ ਕਿ ਆਪਣੇ ਆਪ ਨੂੰ ਇਹ ਕੁਐਸਚਨ ਜ਼ਰੂਰ ਪੁੱਛੋ। ਸੋ ਥੈਂਕ ਯੂ ਫॉर ਸ਼ੇਅਰਿੰਗ। ਇੱਥੇ ਜਿਹੜਾ ਇੱਕ 1984 ਲਿਵਿੰਗ ਹਿਸਟਰੀ ਪ੍ਰੋਜੈਕਟ ਹੈ, ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਸੰਪਰਕ ਕਰਕੇ ਆਪਣੀ ਟੈਸਟਮਨੀ ਵੀ ਇਨਕਲੂਡ ਕਰਾਓ, ਕਿਉਂਕਿ ਟੈਸਟਮਨੀ ਸਾਡੇ ਲਈ ਬੈਨੀਫੀਸ਼ੀਅਲ ਹੁੰਦੀਆਂ ਨੇ ਜਦੋਂ ਅਸੀਂ ਐਨਾਲਿਸਿਸ ਕਰਨਾ ਹੁੰਦਾ ਚੀਜ਼ਾਂ ਦਾ। ਬਟ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਬੋਲਣਾ, ਆਪਣਾ everything is important, please don't misunderstand us. Today we are trying to discuss कि अपने लिए ਜਿਹੜੇ ਲਿਖ ਰਹੇ ਨੇ, ਪੜ੍ਹ ਰਹੇ ਨੇ, ਰਿਸਪੌਂਸ ਦੇ ਰਹੇ ਨੇ, ਡੋਂਟ ਵਰੀ, ਉਹ ਤਾਂ ਕਰ ਹੀ ਰਹੇ ਨੇ, ਉਹ ਆਪਣੇ ਆਪ ਨੂੰ ਵੀ ਪੜਚੋਲਣ। ਤੁਸੀਂ ਆਪਣੇ ਲਈ ਐਜ਼ ਐਨ ਇੰਡੀਵਿਜੂਅਲ ਇਸ ਇਸ਼ੂ ਨਾਲ ਕਿਵੇਂ ਜੁੜਨਾ, ਨਾਮ ਦੇ ਕਲਚਰ ਨੂੰ ਡਿਫੈਂਡ ਕਰਨ ਬਾਰੇ ਕਿਵੇਂ ਦੇਖਣਾ, ਤੇ ਜੇ ਜੁੜ ਰਹੇ ਹੋ ਤੇ ਤੁਸੀਂ ਆਪ ਖੁੱਲ ਕੇ ਗੱਲ ਕਰੋ ਤੇ ਬਾਕੀਆਂ ਨੂੰ ਨਾ ਉਡੀਕੋ। ਬਾਕੀਆਂ ਨੂੰ ਕੋਸੀ ਜਾਣਾ ਵੀ ਇਹ ਵੀ ਆਨਸਰ ਹੈ ਨਹੀਂ। ਕਿਸੇ ਨੇ ਸੁੱਖੇ ਜਿੰਦੇ ਦੇ ਵੀ ਕੇਸ ਨਹੀਂ ਸੀਗੇ, ਇਹ ਕੋਈ ਆਨਸਰ ਨਹੀਂ ਹੈ, ਉਹਨਾਂ ਨੇ ਵੀ ਬਾਅਦ ਚ ਰੱਖੇ ਨੇ। ਤਾਂ ਹੀ ਮੈਂ ਕਿਹਾ ਮੈਂ ਬੇਨਤੀ ਕਰਾਂਗਾ ਸਾਡਾ ਕੰਪਲੀਟ ਡੇਟਾ ਸੈੱਟ ਦੇਖੋ। ਉਸ ਕੰਪਲੀਟ ਡੇਟਾ ਸੈੱਟ ਵਿੱਚ ਸਿੱਖਾਂ ਨੇ ਜਿਹੋ ਜਿਹਾ ਵੀ ਰਿਸਪੌਂਸ ਦਿੱਤਾ, ਜਿਹੋ ਜਿਹੇ ਵੀ ਲੈਵਲ ਆਫ ਆਪਣੀ ਸਿੱਖੀ ਦੀ ਆਬਜ਼ਰਵੇਸ਼ਨ ਰੱਖੀ ਆ, ਪੰਥ ਨੇ ਉਹਨੂੰ ਕਬੂਲਿਆ। ਆਪਾਂ ਜੋ ਮਰਜ਼ੀ ਆਪਸ ਬੋਲੀ ਜਾਈਏ। ਸੋ ਇਨਕਰੇਜਮੈਂਟ ਸਾਡਾ ਹੈਗਾ ਕਿ ਨਾਮ ਦੇ ਕਲਚਰ 'ਚ ਆਓ, ਤੇ ਜਿਹੜਾ ਇਸ ਦੇ ਕਲਚਰ 'ਚ ਆਊਗਾ ਉਹ ਆਪਣੇ ਗੁਰੂ ਦੇ ਨਾਲ ਇੱਕ ਤਗੜਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ। ਤੇ ਲੋਕੀ ਰਿਸ਼ਤੇ ਕਾਇਮ ਕਰਦੇ ਨੇ ਆਪਣੇ ਆਪਣੇ ਤਰੀਕਿਆਂ ਦੇ ਨਾਲ, ਤੇ ਜਿੰਨਾ ਜਿਹਦਾ ਕਾਇਮ ਹੋ ਜਾਂਦਾ ਉਹ ਉਹਨਾਂ ਰਿਸਪੌਂਸ ਦੇ ਸਕਦੇ ਨੇ। ਆਪਣੇ ਰਿਸਪੌਂਸ ਦੇਣ ਦੀ ਤਿਆਰੀ ਕਰੋ। ਤੇ ਜਿਨ੍ਹਾਂ ਨੇ ਇਹਨੂੰ ਪਬਲਿਕ ਲੈਵਲ ਤੇ ਕੰਮ ਕਰਨਾ, ਉਹ ਅੱਜ ਦਾ ਫੋਰਮ ਨਹੀਂ ਆ। ਆਪਾਂ ਕਿਸੇ ਹੋਰ ਵੇਲੇ ਕਿਸੇ ਹੋਰ ਫੋਰਮ ਤੇ ਡਿਸਕਸ ਕਰ ਸਕਦੇ ਆ। ਅੱਜ ਹੈ ਕਿ ਪਰਸਨਲੀ ਕਿਵੇਂ ਅੰਡਰਸਟੈਂਡ ਕਰੀਏ ਇਹਨੂੰ ਗੁਰਬਾਣੀ ਦੇ ਨਜ਼ਰੀਏ ਤੋਂ, ਤੇ ਪਰਸਨਲੀ ਆਪਣਾ ਰਿਸਪੌਂਸ ਦੇਣ ਦੀ ਕਿਵੇਂ ਤਿਆਰੀ ਕਰੀਏ। Okay, go ahead. इधर आ जाओ। मैंने खड़ा खड़ा हो। So let him do it first. आ जाओ, पहला ਤੁਸੀਂ ਲੈ ਲਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਜਿਹੜਾ ਨਜ਼ਰੀਆ ਆ ਕਿ ਵਾਈ is more important than how and what, or at least to understand how and what, ਇਹ ਬੜਾ ਚੰਗਾ ਲੱਗਾ। ਤੇ ਇਸ ਦੇ ਵਿੱਚ ਚੌਥੀ ਗੱਲ ਜਿਹੜੀ ਆ ਹੂ ਵੀ ਆਉਂਦੀ ਆ, ਕਿਉਂਕਿ ਹੂ ਵੀ ਕਲੀਅਰ ਨਹੀਂ ਹਜੇ ਤਾਈਂ ਹੋਇਆ ਕਿ ਜੋ ਕੁਛ ਵੀ 84 ਵਿੱਚ ਹੋਇਆ ਉਹਦੇ ਵਿੱਚ ਕਿਹੜੇ ਕਿਹੜੇ ਪਿੱਛੇ ਇਨਵੋਲਵ ਸੀ। ਸੋ ਇਹਨਾਂ ਸਾਰਿਆਂ ਦਾ ਜਿਹੜਾ ਤੁਸੀਂ ਜਿਵੇਂ ਦੱਸਿਆ ਆ ਮੈਨੂੰ ਤਾਂ ਬੜਾ ਚੰਗਾ ਲੱਗਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਦੋ ਗੱਲਾਂ ਹੋਰ ਵੀ ਕਹੀਆਂ, ਬੋਲਡਲੀ ਸੱਚ ਸੁਣਾਇਆ, ਜਿਹੜਾ ਇੱਕ ਤਾਂ ਰਾਜੇਸ਼ੀ ਮੁਕੱਦਮ ਕੁੱਤੇ ਕਿਸ ਬੋਲਡਨੈਸ ਨਾਲ ਗੁਰੂ ਮਹਾਰਾਜ ਨੇ ਚੈਲੰਜ ਕੀਤਾ, ਸੱਚ ਸੁਣਾਇਆ। ਤੇ ਨਾਲ ਹੀ ਇੱਕ ਹੋਰ ਵੀ ਹੈ, ਤਖਤ ਬਹਿ ਤਖਤ ਕੀ ਲਾਇਕ, ਤਖਤ ਤੇ ਉਹੀ ਬਵੇ ਜਿਹੜਾ ਲਾਇਕ ਹੈ। ਆਪਾਂ ਜੀ ਇਸ ਕਸਵੱਟੀ ਦੇ ਗੁਰੂ ਨਾਨਕ ਪਾਤਸ਼ਾਹ ਦੀ ਤੇ ਤਖਤ ਬਹਿ ਤਖਤ ਕੀ ਲਾਇਕ ਆਪਣੀਆਂ ਇੰਸਟੀਟਿਊਸ਼ਨਾਂ ਨੂੰ ਦੇਖ ਲਈਏ। ਸਾਡੀ ਸਭ ਤੋਂ ਵੱਡੀ ਇੰਸਟੀਟਿਊਸ਼ਨ ਜਿਹੜੀ ਆ SGPC ਦੀ ਆ, ਕੀ ਇਸ ਤੌਰ ਤੇ ਉਹ ਪੂਰੇ ਉਤਰਦੇ ਆ ਤਖਤ ਬਹਿ ਤਖਤ ਕੀ ਲਾਇਕ, ਜਾਂ ਅਸੀਂ ਕੀ ਕਰ ਰਹੇ ਹਾਂ ਕਿ ਉੱਥੇ ਜਾਣ ਵਾਲੇ ਸਾਰੇ ਤਖਤ ਬਹਿ ਤਖਤ ਕੀ ਲਾਇਕ ਤੇ ਪੂਰੇ ਉਤਰਨ। ਸੋ ਬਹੁਤ ਤੁਹਾਡਾ ਧੰਨਵਾਦ। I enjoyed every moment of your talk. Thank you. ਥੈਂਕ ਯੂ ਜੀ। ਬਿਲਕੁਲ ਠੀਕ ਹੈ ਗੱਲ, ਜਿਹੜੀ ਸ਼ਬਦਾਵਲੀ ਹੈਗੀ ਉਹ ਬਹੁਤ ਮੈਟਰ ਕਰਦੀ ਹੈ। ਤਾਂ ਹੀ ਮੈਂ ਕਿਹਾ ਸੀ 4 ਸ਼ਬਦ ਹੈਗੇ ਨੇ ਤੇ ਹੋਰ ਵੀ ਬੜੇ ਸ਼ਬਦ ਨੇ, ਆਪਣੀ ਵਿਆਖਿਆ ਕਰ ਸਕਦੇ ਆਪਾਂ ਉਹਦੀ। ਬਟ ਮੈਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਇੰਡੀਵਿਜੂਅਲ ਲੈਵਲ ਤੇ ਕਿ ਜਦ ਅਸੀਂ ਲਫ਼ਜ਼ ਵਰਤਦੇ ਆ ਨਾ ਸਖਤ, ਸਾਡੀ ਤਿਆਰੀ ਨਹੀਂ ਹੁੰਦੀ ਉਹਦੀ ਤੇ ਅਸੀਂ ਲੜਾਈ ਕਰ ਬੈਠਦੇ ਹਾਂ। ਜਿਹੜੀ ਪਰਸਨੈਲਿਟੀ ਬਿਹਾਈਂਡ ਦਾ ਵਰਡਸ ਹੈ ਨਾ, ਪ੍ਰੋਫੈਸਰ ਪੂਰਨ ਸਿੰਘ ਦਾ ਸਟੇਟਮੈਂਟ ਹੈ, ਮੈਂ ਉਹਨਾਂ ਤੋਂ ਬੋਰੋ ਕਰ ਰਿਹਾ, देयर इज अ जीनियस बिहाइंड द वन हु सेइंग इट। ਜਿਹੜੀ ਗੱਲ ਤੁਹਾਡੇ ਨਾਲ ਬੜੀ ਸਟੇਟਮੈਂਟ ਨਾਲ ਜੁੜਦੀ ਹੈ ਕਿ ਜਿਹੜਾ ਜੁੜਿਆ ਹੋਇਆ ਬੋਲਦਾ ਨਾ ਉਹਦਾ ਇਫੈਕਟ ਡਿਫਰੈਂਟ ਆ। ਕਈ ਵਾਰ ਤੁਹਾਨੂੰ ਪਤਾ ਸੇਮ ਵਰਡ ਯੂਜ਼ ਕਰ ਰਹੇ ਹੁੰਦੇ, ਬੜੀ ਹੁਣ ਜਿਹੜੀ ਇੱਕ ਰੂਹਾਨੀ ਤਾਕਤ ਵਿੱਚੋਂ ਬੋਲ ਰਿਹਾ। ਸੋ ਵਰਡਸ ਮੈਟਰ ਐਬਸੋਲੂਟਲੀ, ਬਟ ਜਿਹੜਾ ਬੋਲ ਰਿਹਾ ਨਾ ਜਾਂ ਜਿਹੜੀ ਬੋਲ ਰਹੀ ਆ ਉਹ ਆਪ ਕਿੱਥੇ ਖੜਾ ਜਾਂ ਖੜੀ ਆ ਉਹ ਬਹੁਤ ਮੈਟਰ ਕਰ ਰਹਾ, ਕਿਉਂਕਿ ਉਹ ਆਪ ਹੀ ਉਹ ਤਾਂ ਪੁੰਨ ਦਾਨ ਕਾ ਕਰੇ ਸਰੀਰ ਬਣ ਚੁੱਕੇ ਨੇ। ਅਸੀਂ ਤਾਂ ਪੁੰਨ ਦਾਨ ਕਦੇ ਕਦੇ ਕਰਦੇ ਹਾਂ ਨਾ, ਮਤਲਬ ਸਾਡੀ ਲਾਈਫ ਅਜੇ ਉੱਥੇ ਨਹੀਂ ਖੜੀ ਹੁੰਦੀ। ਪ੍ਰੋਫੈਸਰ ਪੂਰਨ ਸਿੰਘ ਨੇ ਕਹਿੰਦੇ ਆ ਫਰਸਟ ਲਾਈਫ ਦੈਨ ਇਟਸ ਐਕਸਪ੍ਰੈਸ਼ਨ। ਜਿਹੜਾ ਐਕਸਪ੍ਰੈਸ ਕਰ ਰਿਹਾ ਉਹਦੀ ਜ਼ਿੰਦਗੀ ਕਿੱਥੇ ਆ, ਉਹ ਕਿਹੜੇ ਖਾਤੇ ਤੋਂ ਬੋਲ ਰਹੇ ਨੇ, ਕਿਹੜੀ ਕੌਨਸ਼ੀਅਸਨੈਸ ਤੋਂ ਬੋਲ ਰਹੇ ਨੇ, ਕਿਹੜੀ ਸੁਰਤ ਵਿੱਚੋਂ ਬੋਲ ਰਹੇ ਹੋ, ਦੈਟ ਮੈਟਰਸ। ਜਿਹੜੀ ਤੁਹਾਡੀ ਦੂਸਰੀ ਗੱਲ ਆ ਉਹ ਵੀ ਬਿਲਕੁਲ ਦਰੁਸਤ ਹੈ ਜੀ। ਗੁਰੂ ਅਰਜਨ ਪਾਤਸ਼ਾਹ ਦਾ ਬੜਾ ਕਲੀਅਰ ਸੰਦੇਸ਼ ਸਾਰਿਆਂ ਲਈ ਆ ਕਿ ਗੁਰੂ ਗ੍ਰੰਥ ਸਾਹਿਬ ਰਿਮੈਂਬਰ ਅਪਲਾਈਜ਼ ਟੂ 7.2 ਬਿਲੀਅਨ ਪੀਪਲ, ਤੇ ਜਿਨ੍ਹਾਂ ਨੇ ਉਹਨੂੰ ਗੁਰੂ ਮੰਨਿਆ ਸਿੱਖਾਂ ਨੇ, ਉਹਨਾਂ ਲਈ ਤਾਂ ਉਹ ਆਪਸ਼ਨ ਹੈ ਨਹੀਂ। ਤੇ ਅਸੀਂ ਜਿਨ੍ਹਾਂ ਕੋਲ ਆਪਸ਼ਨ ਹੈ ਨਹੀਂ, ਅਸੀਂ ਵੀ ਨਹੀਂ ਮੰਨ ਰਹੇ। ਦਿਸ ਇਜ਼ ਦਿਸ ਪੁਆਇੰਟ, ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ। ਇੱਥੇ ਗੱਲ ਹੈਗੀ ਕੁਆਲੀਫਿਕੇਸ਼ਨਸ ਦੀ। ਅਗੇਨ ਮੈਂ ਇਹਨੂੰ ਅੱਜ ਦੇ ਮਾਹੌਲ ਦੇ ਵਿੱਚ ਗੱਲ ਕਰਾਂ, ਜੇ ਜਿਹੜੇ ਇੱਥੇ ਬੈਠੇ ਹੋ ਤੁਸੀਂ ਆਪਣੀ ਸੰਸਥਾ ਵਿੱਚ ਹੀ ਕੁਆਲੀਫਿਕੇਸ਼ਨ ਤਾਂ ਲੈ ਆਓ। ਦੁਨੀਆ ਦੇ ਵਿੱਚ ਕਿਤੇ ਵੀ ਸੁਪਰੀਮ ਕੋਰਟ ਫੰਕਸ਼ਨਲ ਨਹੀਂ ਹੁੰਦੀ ਜੇ ਲੋਅਰ ਕੋਰਟਸ ਫੰਕਸ਼ਨਲ ਨਾ ਹੋਣ। ਸੋ ਆਈ ਐਮ ਟ੍ਰਾਈਂਗ ਟੂ ਅੰਡਰਸਟੈਂਡ ਇਹ ਚੱਲ ਕੀ ਰਿਹਾ ਸਾਡੇ ਵਿੱਚ। ਅਸੀਂ ਐਕਸਪੈਕਟ ਕਰਦੇ ਹਾਂ ਸਾਡੀ ਸੁਪਰੀਮ ਕੋਰਟ ਠੀਕ ਹੋ ਜਾਊ, ਸਾਡੀ ਲੋਅਰ ਕੋਰਟ ਦਾ ਵੀ ਉਨਾ ਹੀ ਬੁਰਾ ਹਾਲ ਆ। ਸੋ ਇਟਸ ਅ ਲਾਰਜਰ ਪ੍ਰੋਬਲਮ। ਸੋ ਆਈ ਵੁੱਡ ਸੇ ਕ੍ਰਾਈਟੇਰੀਆ ਐਸਟੈਬਲਿਸ਼ ਕਰੋ ਹਰ ਚੀਜ਼ ਲਈ। ਜਿਵੇਂ ਤੁਸੀਂ ਕੰਮ ਕਰਦੇ ਹੋ ਉੱਥੇ ਜੌਬ ਕੁਆਲੀਫਿਕੇਸ਼ਨ ਆ, ਗੁਰਦੁਆਰਿਆਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਕੁਝ ਮਿਆਰ ਚਾਹੀਦੇ ਨੇ ਮਿਨੀਮਮ। ਉਹ ਮਿਆਰ ਤੇ ਸਟੈਂਡਰਡਸ ਬਣਾਓ, ਉਹਦੇ ਉੱਤੇ ਕੰਮ ਕਰੋ। ਫਿਰ ਤੁਹਾਨੂੰ ਜਦ ਪਰਸਨਲੀ ਲੋਕਲੀ ਸੰਗਤਾਂ ਕਈ ਚੰਗੀਆਂ ਹੋ ਜਾਣਗੀਆਂ, ਮਜ਼ਬੂਤ ਹੋ ਜਾਣਗੀਆਂ। 6ਵੇਂ ਪਾਤਸ਼ਾਹ ਨੇ ਵੀ ਤਖਤ ਉਸ ਵੇਲੇ ਬਣਾਏ ਸੀ। ਭਾਈ ਗੁਰਦਾਸ ਜੀ ਨੇ ਲਿਸਟਿੰਗ ਦਿੱਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਕੰਮ ਸ਼ੁਰੂ ਹੋ ਗਿਆ, ਤੇ ਪਹਿਲਾਂ ਕੁਝ ਵਿਅਕਤੀ ਸੀ ਜਿਹੜੇ ਸੰਗਤਾਂ ਨੂੰ ਚਲਾਉਂਦੇ ਸੀ, ਫਿਰ ਕੁਝ ਐਡਮਿਨਿਸਟ੍ਰੇਟਰਸ ਬਣਾਏ, ਤੇ ਫਿਰ ਇਵੈਂਚੁਅਲੀ ਤਖਤ ਵੀ ਬਣਾ ਲਿਆ। ਅੱਜ ਸਾਡਾ ਲੌਪਸਾਈਡਡ ਕੰਮ ਚੱਲ ਰਿਹਾ। ਅਸੀਂ ਲੀਗਲੀ ਵੀ ਚੈਲੰਜਡ ਹਾਂ ਤੇ ਕੰਪਲੀਟਲੀ ਕੁਐਸਟ ਹੈਗੇ ਆ। ਸਿੱਖਾਂ ਦੀ ਪਰਿਭਾਸ਼ਾ ਬਦਲੀ ਜਾ ਰਹੀ ਆ, ਸਿੱਖਾਂ ਦੇ ਅਕਾਲ ਤਖਤ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ, ਸਿੱਖਾਂ ਦੇ ਲੋਕਲ ਗੁਰਦੁਆਰੇ ਅਸੀਂ ਆਪ ਹੀ ਮੈਨੀਪੂਲੇਟ ਕਰ ਰਹੇ ਹਾਂ। ਸੋ ਲੈਟਸ ਬ੍ਰਿੰਗ ਇਟ ਬੈਕ ਟੂ ਪਰਸਨਲੀ ਜਿਹੜੇ ਅਸੀਂ ਬੈਠੇ ਹਾਂ ਕਿ ਨਾਮ ਦੇ ਕਲਚਰ ਨੂੰ ਆਪਣੀ ਲਾਈਫ 'ਚ ਕਿਵੇਂ ਲਿਆਉਣਾ। ਆਪ ਆਪਣਾ ਕ੍ਰਾਈਟੇਰੀਆ ਡਿਵੈਲਪ ਕਰੋ ਸਿੱਖੀ ਮੁਤਾਬਕ, ਜਿਹੜਾ ਬੇਸਿਕਲੀ ਤੁਹਾਨੂੰ ਲੈ ਆਊਗਾ ਉਸ ਮਿਆਰਾਂ ਤੇ ਜਿੱਥੇ ਤੁਸੀਂ ਆਪ ਰੈਪਰੈਜ਼ੈਂਟੇਟਿਵ ਬਣ ਜਾਓਗੇ ਗੁਰੂ ਦਾ, ਇੰਸਟੈਡ ਆਫ ਵੇਟਿੰਗ ਫॉर ਅਦਰ ਪੀਪਲ।
Okay, so I'm just going to ask the last question here, and there will be some time after if you have any further questions or just want to talk more about something. But my question was, I think it's important to talk about 1984 and look at it in different perspectives, and a Sikh perspective is important, but how do we go beyond just raising awareness and dialogue? And what action do we take? So like, what's the next step? I have done that for the last 20 years, and today I chose not to do that because I feel those who are responding are not preparing. And what we end up doing is, I actually have seen, including some major publications, talking about 84, where they're actually telling the state narrative, but they think they're doing great seva. So this is why I went back a little bit, that I'm interested, jehda Sikh hai na, ਉਹਦੀਆਂ ਇੱਕ ਦੋ major criteria ਨੇ, and one of them is naam and ਇੱਕ ਓਂਕਾਰ. If we can just understand that, because once you are committed to the Guru, you will have a response on everything, including genocide campaigns, including 84. But when you are not committed, you are living in singularities, ਕਦੇ ਇਹ ਹੋ ਗਿਆ, ਕੁਛ ਹੋ ਗਿਆ, ਫਿਰ ਅਸੀਂ ਹਰੇਕ ਨੂੰ ਇੱਕ ਦੂਜੇ ਨੂੰ ਪੁੱਛਦੇ ਯਾਰ ਹੁਣ ਕੀ ਬੋਲੀ, ਕਿਉਂਕਿ ਆਪਣੀ ਤਿਆਰੀ ਨਹੀਂ ਨਾ, ਹੁਣ ਕੀ ਬੋਲੀ ਇਹਦੇ. So I would say, if you are interested, ਜਿਵੇਂ ਤੁਸੀਂ ਇਹ ਜੀ ਇੱਕ model ਸੀਗਾ, that's why I didn't get into who and where, but I would say those who responded, and थोड़ा सख्त लगूगा, but please bear with me, because this is our history. My job is to also talk about our history. Those who responded between June 84 for next 2 years, they were very clear who did it and they took care of it. We must tell our story. ਮੱਸੇ ਰੰਗੜ ਸਿੱਖਾਂ ਦਾ ਕਦੇ ਨਹੀਂ ਹੋਇਆ ਕਿ ਅਸੀਂ ਸਾਰਿਆਂ ਨੂੰ ਮਾਰਨਾ. ਸਿੱਖਾਂ ਦੇ ਹੋਇਆ ਕਿ ਨਿਆਂ ਲੈਣਾ, ਜਿਹੜੇ ਰਿਸਪੌਂਸਿਬਲ ਨੇ. ਸਿਪਾਹੀਆਂ ਨੂੰ ਨਹੀਂ ਅਸੀਂ ਕਦੇ ਮਾਰਦੇ ਸੀ, ਬਲਕਿ ਅਸੀਂ ਤਾਂ ਉਹਨਾਂ ਸਿਪਾਹੀਆਂ ਨੂੰ ਰਿਕਰੂਟ ਕੀਤਾ ਪਿਛਲੇ 30 ਸਾਲਾਂ 'ਚ ਵੀ. Think about this for a second. So do not say nobody did anything. People did it. They are part of our tradition. ਕਈਆਂ ਨੇ ਕੀਤੇ ਨੇ ਕੰਮ, ਇੱਦਾਂ ਕਿਵੇਂ ਅਸੀਂ ਭੁੱਲ ਜਾਵਾਂਗੇ ਉਹਨਾਂ ਨੂੰ. ਪੰਥ ਨੇ ਵੀ ਹੁਣ ਤਾਂ ਉਹਨੂੰ ਐਕਸੈਪਟ ਕੀਤਾ ਹੋਇਆ, ਹੁਣ ਤਾਂ ਪੂਰੀ ਦੁਨੀਆ ਉਹਨਾਂ ਦੇ ਦਿਨ ਮਨਾਉਣ ਲੱਗ ਗਈ ਹੈ. ਪਹਿਲਾਂ ਉਹਨਾਂ ਦੇ ਦਿਨ ਮਨਾਉਣੇ ਵੀ ਔਖੇ ਹੁੰਦੇ ਸੀਗੇ. So I would say those who are interested in creating more awareness, maybe I'll respond to that a little bit. You must then understand the data. And data ਦੇ ਵਿੱਚ credible data ਨੂੰ ਸਮਝਣਾ ਬਹੁਤ ਜ਼ਰੂਰੀ ਹੈ. Sikh accounts ਨੂੰ ਦੇਖਣਾ ਜ਼ਰੂਰੀ ਹੈ. On Sikh Research Institute's website, we have some books we recommend. There are some videos which can be recommended. And by the way, this debate will continue. This is why I said today this was not about answering in this debate. I'm interested in dialogue so you can become a responder. In your own way, you can respond. Because those who need to be part of the debate, they need much more training. You need to know exactly who did what is the record, why did they cordon the whole of Punjab, why did they create a gag rules, why did they put the press out. My point is, ਉਹ ਅਸੀਂ ਕਰ ਸਕਦੇ ਹਾਂ ਜਿਨ੍ਹਾਂ ਨੇ ਕੰਮ ਕਰਨੇ ਨੇ. But ਮੈਂ ਚਾਹੁੰਦਾ ਕਿ ਆਪਾਂ ਸਾਰੇ ਇੱਥੇ ਬੈਠੇ ਹਾਂ. I'm sure all of you identify as Sikhs. And the reason if you identify as a Sikh, then I'm saying you actually don't have a choice. You will be a target of the state. Know this. 84 ਵਿੱਚ ਹੋਇਆ. ਆਪਾਂ ਲੜੀ ਜਾਂਦੇ ਆ ਨਾ, ਮੈਂ ਸਿੱਧੀ ਪੰਜਾਬੀ 'ਚ ਇਹਦੀ ਗੱਲ ਕਰਾਂ ਫਿਰ ਤਾਂ. ਆਪਾਂ ਲੜੀ ਜਾਂਦੇ ਆ ਡਿਸਾਈਡ ਕਰਨ ਲਈ ਕਿ ਤੁਸੀਂ ਸਿੱਖ ਹੋ ਜਾਂ ਤੁਸੀਂ ਹੋ, ਜਾਂ ਉਹ ਦੇਖਣ ਨੂੰ ਸਿੱਖ ਲੱਗਦਾ ਕਿ ਨਹੀਂ. Anytime Sikhs have been targets, state was very clear. Anyone who says is a Sikh. And they went after all of them. They did not ask, did you eat meat today? Did you read Dasam Granth today? Or where does the Mool Mantra end? None of those questions are asked when we are being eliminated. The only thing which they look for is two things. Outward declaration that you are a Sikh. They do look for that. So for example, 84 ਦੇ ਵਿੱਚ ਬਾਤਚੀਤ ਕੁਆਟਰਲੀ ਨੇ ਕਿਹਾ ਹੋਇਆ ਕਿ ਜਿਹੜੇ ਕਿਰਪਾਨ ਪਾਉਂਦੇ ਨੇ. But beyond that, 84 November ਦੀਆਂ postmortem report ਵਿੱਚ ਵੀ ਇਹ clear ਹੈ. Even if you were just kada and did not even have hair, they went after you. So this needs to be very clear to all of us. It doesn't matter whether you believe in particular ideology or not, particular faith system or not, particular maryada or not. If you self-identify as a Sikh, the ones who create genocidal campaigns and ਮੈਨੂੰ ਕਿਸੇ ਨੇ question ਪੁੱਛਿਆ ਸੀ, ਮੈਂ ਉੱਥੇ ਐਡ ਕਰਦਾ.
कि जी ये किवें वापर गया, घल्लूघारा किवें वापर गया। मैं क्या वापरदा नहीं जी, ये प्लान कीते जांदे ने। 18th सेंचुरी विच भी सारे प्लान सीगे, 20th सेंचुरी विच ग्लोबली जिथे भी होंदे ने सारे प्लान ने। ये वापरदा नहीं है। सिख नज़रिए तो ये दस्सिया जांदा कि सब कुछ उहदी रज़ा च हो रहा, बट अपनी तैयारी भी करो। ते तैयारी शुरू होंदी है सच बोलण तो ते उहदा फिजिकल रिस्पॉन्स देण तक सारी तैयारी चाहिदी है। So I'm gonna come back. I know you already said this was the last question. Are we out of time? I know logistic. I have to ask the organizers. I know. She has one more, so we'll do one. Okay. So this is the last question, but we are here. We can have more discussion afterwards as well. Oh, take too long. Okay. Hi. What are your thoughts if our discussion should be more focused on atrocities against humanity or discussed more in religious context? Thank you. Thank you for asking that again. It's a little bit outside of what I was suggesting to all of you, but I will answer that. I think those who want to address it need to discuss this. I've tried to have this discussion with people who do that. And firstly, I'm going to challenge this because Judea, all the definitions we are caught up in, crimes against humanity, genocide, carnage, I referred to a few other earlier, we must realize these definitions were constructed in 20th century. Primarily in what happened in World War II era in Europe, primarily by Nazi Germany. Recently, in last 5 to 10 years, International Court of Justice ने उनको re-establish किया है. But know that we are not party to those discussions. There are people like Insaf organization who's trying to be party to those things, and they put out their ideas on this. But that's the legal work. Okay? That was not the agenda today. So those who are interested in this, if you're interested in solving certain things, you can work with Insaf organization. You can also work with Colin Gonzalez, Mr. Fulka. There are ways to do all those things. And realize that that's a legal game. I was interested today in the Sikh response, understanding the Sikh narrative, which I feel is not understood. And if you know that, and then you are also legally trained, you will be much better in challenging even the existing definition. And this is why Sikhs exist. We challenge the existing systems. And we must challenge the existing legal systems also, right? Including for 84, but for any atrocity in the world. You are in Canada. You should be challenging how, and I'm sure some of people are doing it, and some organizations are getting into it, the genocidal campaigns which have happened on this earth, on this land. And there are apologies which have happened, but there's much more which is needed beyond apologies. So I would say that requires particular training. Those who are trained in it, please work with them if you're interested more. But Sikhs need to be very clear. Sada kise ne saadi help nahi karni because Sikhs do not have what we generally call either a loudspeaker or a protection of a nation state. This should be very, very clear. Yeah, we don't have a nation. Historically we have had nation states. So you have a place to talk about who you are and what your issues are, what your policies are. In the absence of that, there are organizations who are trying to do that. So work with the best one you find. But know there are limitations in all of them. Because we do not have, in every place on earth we are fighting for every right. This is the reality we are in. So this is why I chose to this time talk about, let's understand the Naam culture, because nobody is stopping you from understanding that. Asi aap nahi kar rahe. And in that Naam culture, wherever you exist, including in Alberta, push the boundaries so you can go towards the Naam culture even here. If you operate in a Gurdwara, push it there. Push it in your home. Push it in your organization. Push it in your school. Because we are here to add to ideas of Naam culture in wherever we exist. And larger Qawmi kam jehda karan wala hega, 84 bare, please spend some time understanding is what I was getting at. So as you read books, watch movies, and work with those who are trying to respond, you don't have a choice if you want to develop a Sikh response. Please understand in Guru Granth Sahib what it says about it. Please understand the Naam idea, and please understand the Guru period history and the 18th century history. Then you will not see what happened in 84 as an anomaly. You will see that this will continue to happen if we are developing as the Sikhs of the Guru. Okay, ji, with this, I have to leave it to the organizers. If they allow it, then we'll keep going. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੇਰਾ ਨਾਮ ਕੁਲਮੀਤ ਸਿੰਘ ਸੰਘਾ ਹੈ। ਤੁਹਾਡੀ ਪ੍ਰੈਜੈਂਟੇਸ਼ਨ ਗੱਲਬਾਤ ਬਹੁਤ ਵਧੀਆ ਲੱਗੀ ਆ। ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਜੀ, ਭਈ ਜਿਹੜੇ ਸਿੱਖ ਕੁਝ ਵੱਡੀ ਉਮਰ ਦੇ ਨੇ ਜਾਂ ਪੰਜਾਬ ਤੋਂ ਆਏ ਨੇ, ਉਹਨਾਂ ਨੂੰ ਇਹਦੇ ਬਾਰੇ ਸਮਝਾਉਣਾ ਕਿਉਂ ਇੰਨਾ ਔਖਾ ਲੱਗਦਾ, ਜਦੋਂ ਕਿ ਇੱਥੋਂ ਦੇ ਜਿਹੜੇ ਬੱਚੇ ਜੰਮਪਲ ਨੇ, ਜਿਹੜੇ ਸੁਣਦੇ ਨੇ ਤੁਹਾਡੀ ਗੱਲ ਨੂੰ, ਜਾਂ ਈਵਨ ਗੋਰੇ ਤੁਹਾਡੇ ਕੁਲੀਗ ਇੱਥੇ ਕੰਮ ਕਰਨ ਵਾਲੇ, ਉਹ ਗੱਲ ਨੂੰ ਸਮਝਦੇ ਨੇ, ਪਰ ਸਾਡੇ ਆਪਣੇ ਹੀ ਬੰਦੇ ਜਿਨ੍ਹਾਂ ਨੂੰ ਅਸੀਂ ਡੈਫੀਨੇਸ਼ਨ 'ਚ ਸਿੱਖ ਕਹਿੰਦੇ ਆ, ਉਹਨਾਂ ਨੂੰ ਸਮਝਾਉਣਾ ਬੜਾ ਔਖਾ ਲੱਗਦਾ। ਵਾਈ? It's a why question. Do you have time to go through the detailed answer? But ਇਹਦਾ simple answer ਇਹ ਹੈਗਾ ਜੀ, ਦੇਖੋ ਮੈਂ ਇਹਦੇ 2-3 ਪਹਿਲੂ ਦੇ ਬਾਰੇ ਛੋਟਾ ਆਨਸਰ ਦਵਾਂਗਾ। ਨੰਬਰ 1 ਥਿੰਗ ਟੂ ਅੰਡਰਸਟੈਂਡ ਕਿ ਇਹ ਪਹਿਲੀ ਵਾਰ ਸਾਡੇ ਇਤਿਹਾਸ ਵਿੱਚ ਇਸ ਲੈਵਲ ਤੇ ਹੋਇਆ, post 84 onwards, that large part of the Sikh community is part of the collaborators against Sikhs also. ਇਹ ਸਮਝਣ ਵਾਲੀ ਗੱਲ ਆ ਥੋੜੀ ਜਿਹੀ। ਸੋ ਜਿੱਥੇ ਹਰ ਫੈਮਿਲੀ ਵਿੱਚ ਹੀ ਆਲਮੋਸਟ ਕੋਲੈਬੋਰੇਟਰ ਹੋ ਗਿਆ ਹੋਵੇ, ਉੱਥੇ ਤੁਹਾਨੂੰ ਗੱਲ ਕਰਨੀ, ਤੁਸੀਂ ਡਿਨਾਇਲ ਵਿੱਚ ਆਪ ਵੀ ਆ ਜਾਂਦੇ ਹੋ। ਤੁਹਾਨੂੰ ਵੀ ਫਿਰ ਸਵਾਲ ਜਿਹੜੇ ਸਟੇਟ ਦੇ ਸਵਾਲ ਨੇ, ਤੁਸੀਂ ਉਹੀ ਰਿਪੀਟ ਕਰਦੇ ਰਹਿੰਦੇ ਹੋ। ਮੈਂ ਨਹੀਂ ਕਹਿ ਰਿਹਾ ਕਿ ਗਲਤ ਕੰਮ ਨਹੀਂ ਹੁੰਦੇ, ਬਟ ਐਜ਼ ਆਈ ਸਟਾਰਟਡ ਅਰਲੀਅਰ ਟੁਡੇ, ਯੂ ਟਾਕ ਅਬਾਊਟ ਦ ਲਾਰਜਰ ਇਸ਼ੂ, ਨਾਟ ਇੱਕ ਦੋ ਸਿੰਗੂਲਰ ਇਵੈਂਟਸ ਜਿੱਥੇ ਗਲਤ ਕੰਮ ਹੋ ਜਾਂਦੇ ਨੇ। ਓਕੇ, ਸੋ ਇੱਕ ਗੱਲ ਇਹ ਆ ਕਿ ਪਹਿਲੀ ਵਾਰ ਸਾਡੇ ਇਤਿਹਾਸ 'ਚ ਹੋਇਆ ਕਿ ਲਾਰਜ ਸੈਕਸ਼ਨ ਆਫ ਦ ਕਮਿਊਨਿਟੀ ਵਾਸ ਔਨ ਦ ਬੋਥ ਸਾਈਡਸ। ਪਹਿਲਾਂ ਵੀ ਹੋਇਆ ਸੀ, ਬਟ ਉਹ ਬਹੁਤ ਛੋਟੇ ਹੁੰਦੇ ਸੀ, ਜਿਵੇਂ 12 ਮਿਸਲਾਂ 'ਚੋਂ ਇੱਕ ਮਿਸਲ ਹੁੰਦੀ ਸੀ, ਸਿੰਪਲੀ ਪੁੱਟ, ਹੈ ਨਾ। ਹੁਣ ਇੱਕ ਕਲੈਰਿਟੀ ਲਈ ਫੌਜੀ ਵਾਲੇ ਪਾਸੇ ਵੀ ਉਹੀ ਨੇ, ਉਹ ਵੀ ਉਹਨਾਂ ਦੇ ਨਾਂ ਵੀ ਉੱਦਾਂ ਦੇ ਨੇ, ਕਈਆਂ ਦੀ ਸ਼ਕਲਾਂ ਵੀ ਉੱਦਾਂ ਦੀਆਂ ਨੇ, ਪੋਲੀਟੀਸ਼ਨਾਂ ਵਿੱਚ ਵੀ ਉਹ ਨੇ, ਅਕਾਲੀ ਲੀਡਰਸ਼ਿਪ ਵਿੱਚ ਵੀ ਦੋਨੋਂ ਤਰ੍ਹਾਂ ਦੇ ਨੇ। ਸੋ ਇਟ ਇਜ਼ ਕਨਫਿਊਜ਼ਿੰਗ ਬਿਕਾਜ਼ we were on the collaborators with the government also. That's one thing. Second is, ਜਿਹੜਾ ਸਿੱਖ ਨਜ਼ਰੀਆ ਨਾ, ਉਹਦੀ ਗੱਲ ਬਹੁਤ ਘੱਟ ਹੋ ਰਹੀ ਹੈ। ਸੋ ਜਿਹੜੇ ਚਾਹੁੰਦੇ ਵੀ ਨੇ ਉਹ ਫਸ ਜਾਂਦੇ ਨੇ ਕਿਤੇ ਨਾ ਕਿਤੇ। ਫਿਰ ਜਿਵੇਂ ਇੱਕ ਆਮ ਸਵਾਲ ਆਉਂਦਾ ਜੀ, ਭਿੰਡਰਾਂ ਵਾਲੇ ਦੇ ਉਹਨਾਂ ਦੇ ਸਾਥੀ ਹਥਿਆਰ ਲੈ ਗਏ ਸੀ ਦਰਬਾਰ ਸਾਹਿਬ ਕੰਪਲੈਕਸ, ਨਹੀਂ ਲੈ ਕੇ ਜਾਂਦੇ ਤੇ ਤਾਂ ਨਹੀਂ ਹੋਣਾ ਸੀ। ਇਹ ਅਗਿਆਨਤਾ ਵਿੱਚੋਂ ਆ ਰਿਹਾ। ਇਹਦੀਆਂ ਦੋ ਅਗਿਆਨਤਾਵਾਂ ਨੇ। ਪਰ ਸੋ ਅਗਿਆਨਤਾ ਇੱਕ ਕਾਰਨ ਬਣ ਗਿਆ ਨਾ ਉਹਦਾ, ਕਿਉਂਕਿ ਸਾਨੂੰ ਸਿੱਖ ਨੈਰੇਟਿਵ ਇੱਕ ਇਹ ਆ ਕਿ ਦਿਸ ਇਜ਼ ਫੈਕਚੁਅਲੀ ਇਨਐਕੂਰੇਟ। ਸਿੱਖਾਂ ਨੇ ਆਪਣੇ ਸੈਂਟਰਸ ਦੇ ਵਿੱਚ ਹਰ ਵੇਲੇ ਹਥਿਆਰ ਰੱਖੇ। I mean, ਇਹ ਕਿਸ ਤਰ੍ਹਾਂ, ਇਹ ਤਾਂ ਕੋਈ ਸਵਾਲ ਹੀ ਨਹੀਂ ਬਣਦਾ ਨਾ। ਦਿਸ ਇਜ਼ ਵਾਈ ਸਰ 18th ਸੈਂਚੁਰੀ ਦੇ ਵਿੱਚ ਜਿਹੜਾ ਗੁਰਦੁਆਰੇ ਵੀ ਸਾਡੇ ਬਣੇ ਨੇ, ਮੈਮੋਰੀਅਲਾਈਜੇਸ਼ਨ, ਨਨਕਾਣਾ ਸਾਹਿਬ ਵੀ ਸਾਨੂੰ ਉਦੋਂ ਚਾਬੀਆਂ ਮਿਲੀਆਂ ਸੀ ਜਿੱਦਣ ਸਿੱਖ ਹਥਿਆਰਬੰਦ ਹੋ ਕੇ ਗਏ ਸੀ। ਸੋ ਇਹ ਸਾਡਾ ਟ੍ਰੈਡੀਸ਼ਨ ਦਾ ਹਿੱਸਾ। ਸੋ ਨੋਇੰਗ ਮੀਰੀ ਪੀਰੀ, ਨੋਇੰਗ ਕਿ ਵੈਪਨਸ ਦਾ ਕੀ ਰੋਲ ਆ ਸਿੱਖੀ ਦੇ ਵਿੱਚ, ਉਹਦਾ ਇੱਕ ਲਿਮਿਟਡ ਰੋਲ ਆ, ਪਰ ਉਹਦਾ ਇੱਕ ਪੂਰਾ ਰੋਲ ਆ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਦੂਸਰਾ ਇਹਦਾ ਫਲਿਪ ਸਾਈਡ ਇਹ ਆ ਕਿ ਜਦ ਅਸੀਂ ਅਗਿਆਨਤਾ ਦੀ ਫਲਿਪ ਸਾਈਡ ਕਿ ਇਹ ਕਹਿ ਦੇਣਾ ਕਿ ਨਹੀਂ ਹੋਣਾ ਸੀ, ਇਹ ਬਹੁਤ ਵੱਡੀ ਅਗਿਆਨਤਾ, ਕਿਉਂਕਿ ਇਹਦੀ ਤਿਆਰੀ ਉਹਨਾਂ ਦੀ 14 ਤੋਂ 16 ਮਹੀਨੇ ਪਹਿਲਾਂ ਦੀ ਚੱਲ ਰਹੀ ਹੈ। ਸੋ ਐਵੇਂ ਇਹ ਤਾਂ ਗੱਲਾਂ ਬਣੀਆਂ ਹੋਈਆਂ, ਜਿਹਨੇ ਤਿਆਰੀ ਕੀਤੀ ਉਹ ਆਪ ਹੀ ਕਹਿ ਰਿਹਾ। ਲੈਫਟੀਨੈਂਟ ਜਨਰਲ, ਜਿਹਨੂੰ ਇੰਡੀਆ 'ਚ ਲੈਫਟੀਨੈਂਟ ਜਨਰਲ ਐਸ.ਕੇ. ਸਿਨਹਾ ਦਾ ਪੂਰਾ ਚੰਗਾ ਸਟੇਟਮੈਂਟ ਹੈ, ਕਹਿੰਦਾ ਮੈਂ ਇੰਪਲੀਮੈਂਟ ਨਹੀਂ ਕੀਤਾ, ਪਰ ਸਾਰੀ ਤਿਆਰੀ ਮੇਰੇ ਤੋਂ ਕਰਾਈ ਹੈ ਇਹਨਾਂ ਨੇ ਚਕਰਾਤਾ ਦੇ ਵਿੱਚ ਤੇ ਡੂਨ ਵੈਲੀ ਦੇ ਵਿੱਚ। ਸੋ ਇਹ ਅਗਿਆਨਤਾ ਕਰਕੇ ਵੀ ਹੋ ਰਿਹਾ। ਮੈਂ ਇੱਕ ਕੋਲੈਬੋਰੇਸ਼ਨ ਦਾ ਹਿੱਸਾ ਬਣਾਇਆ, ਇੱਕ ਅਗਿਆਨਤਾ ਵੀ ਬਣਾਇਆ ਸਿੱਖ ਨਜ਼ਰੀਏ ਦੀ ਵੀ, ਤੇ ਉਸ ਵੇਲੇ ਦੀ ਸਰਕਾਰ ਦੇ ਤੱਥਾਂ ਦੀ ਵੀ। ਤੇ ਤੀਸਰਾ ਹਿੱਸਾ ਇਹ ਹੈਗਾ, ਉਸ ਵੇਲੇ ਜਿੱਥੋਂ ਜ਼ਿਆਦਾ ਪੋਪੂਲੇਸ਼ਨ ਆਈ ਹੈ, ਜਿਨ੍ਹਾਂ ਦੇ ਬਾਰੇ ਤੁਸੀਂ ਗੱਲ ਕੀਤੀ ਆ, ਉਸ ਵੇਲੇ ਜਿਹੜਾ ਕਮਿਊਨੀਕੇਸ਼ਨ ਸੀਗੀ ਉਹ ਸਾਰੀ ਸਟੇਟ ਕੰਟਰੋਲ ਸੀ। ਅੱਜ ਕੱਲ੍ਹ ਦੇ ਯੁੱਗ ਵਾਂਗੂ ਨਹੀਂ ਸੀਗੀ। ਉਸ ਵੇਲੇ ਦੂਰਦਰਸ਼ਨ, ਉਸ ਵੇਲੇ ਦਾ ਮੀਡੀਆ, ਉਸ ਵੇਲੇ ਦੇ ਅਖਬਾਰ, ਉਸ ਵੇਲੇ ਦਾ ਟੀਵੀ ਰੇਡੀਓ, ਸਾਰੇ ਉਹਨਾਂ ਦੀਆਂ ਬੋਲੀ ਬੋਲਦੇ ਸੀ। ਬਟ ਸੋ ਫਿਰ ਇੱਕੋ ਇਨਫੋਰਮੇਸ਼ਨ ਬਾਹਰ ਆ ਰਹੀ ਹੈ ਨਾ, ਸਿੱਖਾਂ ਦੀ ਇਨਫੋਰਮੇਸ਼ਨ ਕਿੱਥੋਂ ਆਵੇ। ਬਟ ਮੈਂ ਇੱਥੇ ਚੌਕੰਨਾ ਕਰਨਾ ਚਾਹੁੰਦਾ, ਪਿਛਲੇ ਸਾਲ ਇੱਕ ਆਰਟੀਕਲ ਛਪਿਆ ਕੈਰਾਵਨ ਮੈਗਜ਼ੀਨ 'ਚ, ਉਸ ਵੇਲੇ ਨਹੀਂ ਅੱਜ ਵੀ ਇਹੀ ਚੱਲ ਰਿਹਾ। ਐਂਡ ਜਸਟ ਆਨਸਰ ਐਂਡਡ ਦੇਅਰ। ਹਰਤੋਸ਼ ਬੰਦ ਦਾ ਆਰਟੀਕਲ ਹੈਗਾ, ਦਿਸ ਇਜ਼ ਨਾਟ ਅਬਾਊਟ ਹਰਤੋਸ਼ ਬੰਦ, ਮੈਂ ਰੈਫਰੈਂਸ ਲਈ ਦੱਸ ਰਿਹਾ। ਉਹਨੇ ਆਰਟੀਕਲ ਲਿਖਿਆ ਕੈਰਾਵਨ ਮੈਗਜ਼ੀਨ ਦੇ ਵਿੱਚ ਪਿਛਲੇ ਸਾਲ। ਇਹਨੇ ਇੰਡੀਆ ਦੇ ਵਿੱਚ ਸਿਰਫ 2 ਕਿਸਮ ਦੇ ਐਡੀਟਰ ਨੇ, ਪਿਛਲੇ ਸਾਲ ਦੀ ਗੱਲ ਕਰ ਰਿਹਾ ਉਹ। ਐਡੀਟਰਸ ਦਾ ਮਤਲਬ ਜਿਹੜੇ ਟੀਵੀ ਰੇਡੀਓ ਤੇ ਨਿਊਜ਼ਪੇਪਰ ਤੇ ਪ੍ਰਿੰਟ ਤੇ ਆਨਲਾਈਨ ਸਾਰੇ ਆ ਗਏ ਉਹਦੇ 'ਚ, ਮਤਲਬ ਮੀਡੀਆ ਜਿੱਥੇ ਇਨਫੋਰਮੇਸ਼ਨ ਆ ਰਹੀ ਹੈ। ਕਹਿੰਦੇ ਇੱਕ ਉਹ ਨੇ ਜਿਹੜੇ ਪੂਰੇ ਨਿਕੰਮੇ ਨੇ, ਤੇ ਦੂਸਰੇ ਉਹ ਨੇ ਜਿਹੜੇ ਰॉ ਤੋਂ ਪੁੱਛ ਕੇ ਲਿਖਦੇ ਨੇ। ਰॉ ਸਟੈਂਡਸ ਫॉर ਰਿਸਰਚ ਐਂਡ ਐਨਾਲਿਸਿਸ ਵਿੰਗ, ਵਿਚ ਇਜ਼ ਸੋਰਟ ਆਫ ਲਾਈਕ देयर ਥੀਸਿਸ। ਸੋ ਇੱਥੋਂ ਥੋੜਾ ਸਮਝੋ ਗੱਲ ਨੂੰ ਕੀ ਚੱਲ ਰਿਹਾ।
ਕਿ ਅੱਜ ਵੀ ਜਿਹੜੇ ਆਰਟੀਕਲ ਆ ਪਿਛਲੇ ਹਫਤੇ ਇੱਕ ਛਪਿਆ ਵਨ ਇੰਡੀਆ ਨੇ ਛਾਪਿਆ ਟੂ ਐਕਸਪਲੇਨ ਹੂ ਭਿੰਡਰਾਂਵਾਲੇ ਇਸ, ਉਹਨਾਂ ਨੇ ਆਪਣੇ ਨਜ਼ਰੀਏ ਤੋਂ ਲਿਖਿਆ। ਹੁਣ ਜੇ ਮੈਂ ਤਾਂ ਹੀ ਕਹਿ ਰਿਹਾ ਕਿ ਜੇ ਸਿੱਖਾਂ ਨੇ ਨਜ਼ਰੀਆ ਦੇਣਾ ਤਾਂ ਆਪਣੀ ਗੱਲ ਕਰੋ, ਉਹਦੇ ਵਿੱਚ ਸੰਕੋਚੋ ਨਾ। ਜੇ ਉਹ ਹਾਰਡ ਹੈਗੀ ਤਾਂ ਗਿਆਨ ਹੋਰ ਵਰਤੋ। ਦੈਟਸ ਵਾਟ ਗੁਰੂ ਨਾਨਕ ਪਾਤਸ਼ਾਹ ਸੇ। ਆਪਾਂ ਅਪੋਲੋਜਾਈਜ਼ ਨਹੀਂ ਕਰਨਾ ਆਪਣੀ ਹਿਸਟਰੀ ਬਾਰੇ, ਬਟ ਉਹਨੂੰ ਪ੍ਰੈਜ਼ੈਂਟ ਕਰਨਾ। ਹੋ ਸਕਦਾ ਕੋਈ ਵੀ ਪਰਫੈਕਟ ਨਹੀਂ ਹੈ, ਬਟ ਐਕਸਲੈਂਟ ਸਿੱਖ ਤਾਂ ਆਏ ਨੇ ਨਾ ਸਾਡੀ ਲਾਈਫ ਵਿੱਚ। ਪਰਫੈਕਟ ਤਾਂ ਗੁਰੂ ਹੈ, ਤੇ ਉਹਨਾਂ ਦਾ ਨਜ਼ਰੀਆ ਤਾਂ ਪੇਸ਼ ਕਰੋ, ਜਾਂ ਉਹ ਪੇਸ਼ ਕਰਨ ਲਈ ਫਿਰ ਉਹਦੀ ਤਿਆਰੀ ਵੀ ਕਰੋ। ਉਹ 3 ਕਾਰਨ ਨੇ ਜੀ। ਕੋਲੈਬੋਰੇਸ਼ਨ ਹੋਏਗੀ ਇੱਕ ਸਿੱਖਾਂ ਦੀ ਉਹਦੇ ਵਿੱਚ, ਦੂਸਰਾ ਸਾਡੀ ਅਗਿਆਨਤਾ ਵੀ ਹੈ, ਤੀਸਰਾ ਜਿਹੜਾ ਪ੍ਰੋਪੇਗੈਂਡਾ ਵਾਰ ਉਹਦੇ ਵਿੱਚ ਸਟੇਟ ਸਾਰੇ ਮੈਕੈਨਿਜ਼ਮ ਯੂਜ਼ ਕਰਦਾ। ਜਿਹੜਾ ਸ਼ਬਦ ਅਰਲੀਅਰ ਯੂਜ਼ ਕੀਤਾ ਸੀ ਨਾ, ਉਹ ਇਸੇ ਵੱਲ ਇਸ਼ਾਰਾ ਕਿ ਜਿਨ੍ਹਾਂ ਨੂੰ ਕੁੱਤਾ ਆਖਿਆ ਉਹ ਸਟੇਟ ਤੇ ਉਹਦੀ ਮਸ਼ੀਨਰੀ ਨੂੰ ਆਖਿਆ, ਉਹਦੇ ਏਜੰਟਸ ਨੂੰ ਆਖਿਆ। ਇਹ ਹੋਰ ਕੰਟਰੀਜ਼ ਵਿੱਚ ਵੀ ਹੋ ਰਿਹਾ, ਇਹ ਹਿੰਦੁਸਤਾਨ ਦੇ ਵਿੱਚ ਵੀ ਹੋ ਰਿਹਾ। ਠੀਕ ਹੈ ਜੀ, ਥੈਂਕ ਯੂ।